ਲਓ ਜੀ, ਹਾਜ਼ਰੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਨੂੰ ਲਾਈਵ ਆਪ ਜੀ ਦੇ ਸਨਮੁਖ ਲੈ ਕੇ ਆਉਂਦੇ ਹਾਂ। ਸਾਡੇ ਚੈਨਲ ਪ੍ਰਾਈਮ ਏਸ਼ੀਆ TV ਤੇ ਨਾਲ ਦੀ ਨਾਲ ਅਸੀਂ YouTube ਤੇ ਵੀ ਇਸ ਪ੍ਰੋਗਰਾਮ ਨੂੰ ਲਾਈਵ ਕਰਦੇ ਹਾਂ ਤਾਂ ਜੋ ਜਿਹੜੀ ਪਹੁੰਚ ਹੈ ਉਹ ਦੂਰ ਦੂਰ ਤੱਕ ਹੋਵੇ। ਐਂਡ ਤੁਹਾਡਾ ਵੀ ਜੇ ਕੋਈ ਮਨ 'ਚ ਗੱਲ ਹੋਵੇ ਤਾਂ ਤੁਸੀਂ ਚੈਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਅੱਜ ਜਿੱਥੇ ਜੇ ਜਾ ਕੇ ਗੱਲ ਅੱਪੜ ਗਈ ਆ ਉਹ ਤਾਂ ਇੱਦਾਂ ਕਿ ਜਿੱਥੋਂ ਬਿੱਲ ਪਾਸ ਹੋਣੇ ਸੀ ਜਾਂ ਜਿੱਥੇ ਮੋਹਰਾਂ ਲੱਗਣੀਆਂ ਸੀ ਉੱਥੇ ਕੱਲ੍ਹ ਦੀਆਂ ਮੋਹਰਾਂ ਲਾ ਕੇ ਲੀਡਰ ਸਾਹਿਬ ਘਰੋਂ ਘਰੀ ਮੁੜ ਗਏ ਨੇ। ਯਾਨੀ ਕਿ ਸੰਸਦ ਦਾ ਜਿਹੜਾ ਮੌਨਸੂਨ ਇਜਲਾਸ ਸੀਗਾ ਉਹ ਖ਼ਤਮ ਕਰ ਦਿੱਤਾ ਗਿਆ, ਜਿਹਨੂੰ ਕਿਹਾ ਜਾਂਦਾ ਕਿ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। ਉੱਥੇ ਜਿਹੜੇ ਕਾਗਜ਼ਾਂ ਪੱਤਰਾਂ ਦੇ ਉੱਪਰ ਉਹਨਾਂ ਨੇ ਆਪਣੇ ਵੱਲੋਂ ਜ਼ੁਬਾਨੀ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ, ਵੋਟਾਂ ਪਾ ਦਿੱਤੀਆਂ ਨੇ। ਹੁਣ ਤਾਂ ਰਾਸ਼ਟਰਪਤੀ ਸਾਹਿਬ ਨੇ ਦਸਤਖਤ ਕਰਨੇ ਆ, ਉਹਦੇ ਲਈ ਵੀ ਕੋਸ਼ਿਸ਼ਾਂ ਜਾਰੀ ਹੈ ਵੀ ਨਾ ਹੋਣ, ਪਰ ਉਹ ਵੀ ਤਾਂ ਹੋ ਹੀ ਜਾਣੇ ਆ। ਉਸ ਤੋਂ ਬਾਅਦ ਜਿਹੜੀ ਗੱਲ ਹੈ ਉਹ ਹੈ ਪੰਜਾਬ ਦੀ, ਕਿ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਵੀ ਅਤੇ ਨਾਲ ਦੀ ਨਾਲ ਕਿਸਾਨ ਜਿਹੜੇ ਨੇ ਉਹ ਵੀ ਸੰਘਰਸ਼ ਅੰਦੋਲਨ ਦੇ ਰਾਹ 'ਤੇ ਤੁਰ ਪਿਆ। ਪਰ ਇੱਥੇ ਇੱਕ ਪਰ ਹੈ ਜਿਸ ਪਰ ਦੀ ਗੱਲ ਅੱਜ ਆਪਾਂ ਇਸ ਪ੍ਰੋਗਰਾਮ 'ਚ ਕਰਨੀ ਆ, ਅਤੇ ਉਹ ਨਾਲ ਮੇਰੇ ਕਰਨਗੇ ਆਪਣੇ ਬਾਠ ਸਾਹਿਬ। ਤੁਹਾਡਾ ਵੀ ਨਾਂ ਜਿਹੜਾ ਉਹ ਪਰਮ ਤੋਂ ਪੈਂਦਾ, ਪਰ ਤੋਂ। ਇਹ ਤੁਹਾਡੇ ਨਾਲ ਵਾਲਾ ਪਰ ਅਤੇ ਇੱਧਰ ਵਾਲਾ ਪਰ ਇੱਕੋ ਜਿਹਾ ਤਾਂ ਨਹੀਂ, ਦੋ ਪਰਾਂ ਦੇ ਵਿੱਚ? ਨਹੀਂ, ਇਹ ਬੜੀ ਅਜੀਬ ਜਿਹੀ ਸਥਿਤੀ ਹੈ। ਮੈਂ ਤਾਂ ਕਿਹਾ ਸੀ ਅੱਜ ਜਿਹੜਾ ਤੁਸੀਂ ਮੈਨੂੰ ਪਰ ਦੇ ਵਿੱਚ ਲਾਤਾ ਨਾ, ਇਹ ਪਰ ਦੇ ਵਿੱਚ ਪੰਜਾਬ ਵਾਲੇ ਨਾ ਪੈਣ, ਮੈਨੂੰ ਭਾਵੇਂ ਸਾਰੀ ਉਮਰ ਪੁੱਠਾ ਲਟਕਾ ਛੱਡੋ ਇਹਦੇ ਵਿੱਚ, ਕਿਉਂਕਿ ਉਹ ਲੀਡਰਾਂ ਵਾਲਾ ਜਿਹੜਾ ਤੁਸੀਂ ਪਰ ਲਾਇਆ ਨਾ, ਉਹਦੇ ਵਿੱਚ ਤਾਂ ਅਸੀਂ ਪਹਿਲਾਂ 47 'ਚ ਲਟਕੇ, ਫਿਰ 66 'ਚ ਲਟਕੇ, ਫਿਰ 84 'ਚ ਲਟਕੇ, 2015 'ਚ ਲਟਕੀ ਜਾਂਦੇ ਆ। ਉਹ ਪਰ ਦੇ ਵਿੱਚੋਂ ਬਾਹਰ ਨਿਕਲ ਹੀ ਨਹੀਂ ਦਿੱਤਾ ਗਿਆ, ਪਰ ਮਾਰਨ ਹੀ ਨਹੀਂ ਦਿੱਤਾ, ਪਰ ਉਹਨਾਂ ਨੇ ਬੰਨ੍ਹ ਕੇ ਕੱਟ ਕੇ ਰੱਖ ਲਏ ਬਸ। ਚਲੋ ਬਾਠ ਸਾਹਿਬ, ਗੱਲ ਇਹ ਆ ਕਿ ਵੀ ਜਦੋਂ ਆਪਾਂ ਕਿਸਾਨ ਸੰਘਰਸ਼ ਦੀ ਗੱਲ ਕਰਦੇ ਹਾਂ ਅਤੇ ਅੱਜ 24 ਹੋ ਗਈ, ਅੱਜ ਤੋਂ ਧਰਨਿਆਂ ਤੋਂ ਬਾਅਦ ਹੁਣ ਜਿਹੜਾ ਸੰਘਰਸ਼ ਆ ਉਹ ਹੁਣ ਪੰਜਾਬ 'ਚ ਫੈਲਣ ਲੱਗ ਪਿਆ। ਅੱਜ ਰੇਲਾਂ ਰੋਕਣ ਦਾ ਪਹਿਲਾ ਦਿਨ ਹੈ, ਕੱਲ੍ਹ ਨੂੰ 25 ਹੈ, ਕੱਲ੍ਹ ਨੂੰ 25 ਲਈ ਤੋਂ ਪੰਜਾਬ ਬੰਦ ਦਾ ਸੱਦਾ, ਫਿਰ ਉਸ ਤੋਂ ਬਾਅਦ 26 ਨੂੰ ਫਿਰ ਰੇਲਾਂ ਰੋਕਣ ਦਾ ਸੱਦਾ, ਉਸ ਤੋਂ ਬਾਅਦ ਫਿਰ 1 ਅਕਤੂਬਰ ਤੋਂ ਤਾਂ ਅਣਮਿੱਥੇ ਸਮੇਂ ਦੇ ਲਈ ਕਹਿ ਦਿੱਤਾ ਗਿਆ ਵੀ ਰੇਲਾਂ ਰੋਕਣ ਵਾਲਾ ਕੰਮ ਆ। ਹਾਂ, ਕੇਂਦਰ ਸਰਕਾਰ ਦਾ ਜਿਹੜਾ ਰੇਲਵੇ ਵਿਭਾਗ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਐਵੇਂ ਆਪਾਂ ਆਉਣ ਜਾਣ ਵਾਲੇ ਜਿਹੜੇ ਯਾਤਰੀ ਆ ਉਹਨਾਂ ਨੂੰ ਖੱਜਲ ਹੋਣ ਤੋਂ ਬਚਾਈਏ, ਇਸ ਕਰਕੇ ਉਹਨਾਂ ਨੇ 48 ਘੰਟਿਆਂ ਲਈ, ਜਾਂ ਕਹਿ ਲਓ ਕਿ 3 ਦਿਨਾਂ ਤੱਕ ਟ੍ਰੇਨਾਂ ਪੰਜਾਬ ਨੂੰ ਆਉਣ ਵਾਲੀਆਂ ਵੈਸੇ ਹੀ ਰੱਦ ਕਰ ਦਿੱਤੀਆਂ। ਹੁਣ ਜਦੋਂ ਆਪਾਂ ਇਸ ਚੀਜ਼ ਦਾ ਇੱਕ ਪੱਖ ਦੇਖਦੇ ਹਾਂ ਵੀ ਅੱਛਾ ਜੀ, ਰੇਲਵੇ ਵਿਭਾਗ ਨੇ ਟ੍ਰੇਨਾਂ ਹੀ ਬੰਦ ਕਰ ਦਿੱਤੀਆਂ, ਪੰਜਾਬ ਆਉਣ ਵਾਲੀਆਂ ਰੱਦ ਕਰਤੀਆਂ, ਅਤੇ ਕੁਝ ਬੰਦੇ ਇਹਨੂੰ ਇਸ ਤਰ੍ਹਾਂ ਵੀ ਦੇਖ ਰਿਹਾ, ਦੇਖਿਆ ਫਿਰ ਸਰਕਾਰ ਡਰ ਗਈ। ਮੈਂ ਨਾ ਵੀ ਆਪਾਂ ਇਹਨੂੰ ਸਾਰੇ ਪੱਖਾਂ ਤੋਂ ਵਿਚਾਰ ਲਈਏ ਕਿ ਟ੍ਰੇਨ 4 ਦਿਨ ਨਹੀਂ ਆਊਗੀ ਅਤੇ ਇਹਦੇ ਨਾਲ ਸਰਕਾਰ ਦੇ ਡਰਨ ਦਾ ਤਾਂ ਕੋਈ ਲਿੰਕ ਨਹੀਂ, ਕਿਉਂਕਿ ਟ੍ਰੇਨਾਂ ਦਾ ਕੁਝ ਅਗਲੇ ਪ੍ਰਾਈਵੇਟ ਕਰਨ ਲੱਗ ਪਏ ਅਤੇ 2 ਸਾਲਾਂ ਤੱਕ ਉਹਨਾਂ ਨੇ ਫਿਰ ਟ੍ਰੇਨਾਂ ਵੀ ਉਹਨਾਂ ਦੀਆਂ ਕਰ ਦੇਣੀਆਂ ਜਿਨ੍ਹਾਂ ਨੂੰ ਤੁਸੀਂ ਜ਼ਮੀਨਾਂ ਦੇਣ ਤੋਂ ਪਿੱਟਣ ਡਏ ਆ। ਇਹ ਗੱਲ ਤੁਹਾਡੀ ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ। ਸਰਕਾਰ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ। ਇੱਕ ਗੱਲ ਤਾਂ ਹੈਗੀ ਆ ਕਿ ਦਿੱਲੀ ਤੱਕ ਤਾਰ ਖੜਕੀ ਆ, ਦਿੱਲੀ ਨੂੰ ਪਤਾ ਲੱਗਿਆ, ਅਤੇ ਇਹ ਵੀ ਗੱਲ ਨਹੀਂ ਕਿ ਦਿੱਲੀ ਨੂੰ ਹੁਣ ਪਤਾ ਲੱਗਿਆ ਕਿ ਟ੍ਰੇਨਾਂ ਰੋਕ ਦੇਣ ਲੱਗਿਆ। ਜਿੱਦਣ ਪ੍ਰਧਾਨ ਮੰਤਰੀ ਸਾਹਿਬ ਦੇ ਪੰਜਾਬੀ 'ਚ ਟਵੀਟ ਆਏ ਸੀ, ਦਿੱਲੀ ਨੂੰ ਤਾਂ ਉਦੋਂ ਹੀ ਪਤਾ ਲੱਗਿਆ ਸੀ ਕਿ ਕਿਤੇ ਨਾ ਕੁਝ ਉੱਬਲ ਰਿਹਾ, ਰਿੱਝ ਰਿਹਾ ਅਤੇ ਪੱਕ ਰਿਹਾ। ਦੂਸਰੀ ਗੱਲ ਜਿਹੜੀ ਆ ਸਾਡੇ ਵਿਚਾਰਨ ਵਾਲੀ ਇਹ ਹੈ ਕਿ ਵੈਸੇ ਹੀ ਬਹੁਤ ਸਾਰੀਆਂ ਟ੍ਰੇਨਾਂ ਤਾਂ ਚੱਲਦੀਆਂ ਨਹੀਂ ਹੈਗੀਆਂ, ਯਾਤਰੀ ਟ੍ਰੇਨਾਂ ਸਾਰੀਆਂ ਨਹੀਂ ਚੱਲਦੀਆਂ, ਟ੍ਰੇਨਾਂ ਖੜੀਆਂ ਨੇ, ਵਿਸ਼ੇਸ਼ ਟ੍ਰੇਨਾਂ ਚੱਲਦੀਆਂ ਜਾਂ ਢੁਆਈ ਦੀਆਂ ਟ੍ਰੇਨਾਂ ਚੱਲਦੀਆਂ। ਇਸ ਕਰਕੇ ਆਮ ਨਾਲੋਂ ਬਹੁਤ ਘੱਟ ਟ੍ਰੇਨਾਂ ਚੱਲਦੀਆਂ ਅਤੇ 3 ਦਿਨ ਅਗਲਿਆਂ ਨੇ ਉਹ ਟ੍ਰੇਨਾਂ ਰੋਕ ਦਿੱਤੀਆਂ। ਹੁਣ ਹੋ ਸਕਦਾ ਕਿਸਾਨ ਜਥੇਬੰਦੀਆਂ ਸੰਕੇਤਕ ਵਿਰੋਧ ਕਰਨਗੀਆਂ ਕਿ ਪਾਈਆ ਬੈਠੇ ਆ ਰੇਲਵੇ ਟਰੈਕ ਦੇ ਉੱਤੇ ਜਾਂ ਉਹਦੇ ਨੇੜੇ ਤੇੜ, ਕਿਉਂਕਿ ਸੰਘਰਸ਼ ਤਾਂ ਅਗਲਿਆਂ ਵਿੱਢਿਆ, ਪੰਜਾਬ ਦੇ ਲੋਕਾਂ ਨੂੰ ਸੱਦਾ ਪੱਤਰ ਦਿੱਤਾ। ਪਰ ਇਸ ਸਾਰੇ ਕੁਝ ਦੇ ਵਿੱਚ ਸੰਧਾਲੀਆ ਸਾਹਿਬ ਇੱਕ ਗੱਲ ਜਿਹੜੀ ਹੈ ਉਹ ਬੜੀ ਵਿਚਾਰਨ ਵਾਲੀ ਹੈ, ਕਿਉਂਕਿ ਪ੍ਰਾਈਮ ਏਸ਼ੀਆ TV ਦੇ ਮਾਧਿਅਮ ਦੇ ਨਾਲ ਆਪਣੇ ਸਾਰੇ ਦਰਸ਼ਕਾਂ ਨੇ ਦੇਖਿਆ ਕਿ ਸਿੱਧੂ ਸਾਹਿਬ ਸੜਕ ਦੇ ਉੱਤੇ ਆਏ, ਬੈਂਸ ਭਰਾਵਾਂ ਨੇ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕੀਤੀ, ਪਾਣੀ ਦੀਆਂ ਬਿਸ਼ਾਰਾਂ ਆਈਆਂ, ਕੋਈ ਮੰਗ ਪੱਤਰ ਦੇਣ ਤੁਰਿਆ। ਹੁਣ ਇੱਥੇ ਬਹੁਤ ਸੋਚਣ ਵਿਚਾਰਨ ਦੀ ਲੋੜ ਹੈ, ਕਿਤੇ ਅਸੀਂ ਉਸ ਗੱਲ ਦੇ ਵਿੱਚ ਨਾ ਰਹਿ ਜਾਈਏ, ਖੁੰਝ ਨਾ ਜਾਈਏ। ਹੁਣ ਤਾਂ ਚਲੋ ਵਿਆਹਾਂ ਦੇ ਵਿੱਚ ਕੈਮਰੇ ਕਈ ਲੱਗੇ ਹੁੰਦੇ ਨਾ, ਮੂਵੀ ਵਾਲੇ 2-3 ਇੱਧਰੋਂ ਵੀ ਉੱਧਰੋਂ ਵੀ ਸ਼ਾਟ ਲਈ ਜਾਂਦੇ ਆ। ਪਹਿਲਾਂ ਮਾੜੀ ਮੋਟੀ ਮੂਵੀ ਬਣਦੀ ਹੁੰਦੀ ਸੀ ਅਤੇ ਜਿਹੜੇ ਬਰਾਤੀ 3-4 ਮਿੱਤਰ ਇਕੱਠੇ ਗਏ ਹੁੰਦੇ ਸੀ, ਉਹਨਾਂ ਨੇ ਆਉਂਦੇ ਗੱਲਾਂ ਕਰੀ ਜਾਣੀਆਂ, ਮੈਂ ਪਾਇਆ ਵੀ ਭੰਗੜਾ, ਮੈਨੂੰ ਤਾਂ ਪਰਲੇ ਪਾਸੇ ਖੁੱਲ੍ਹਾ ਜਿਹਾ ਥਾਂ ਮਿਲ ਗਿਆ ਸੀ। ਉਹ ਕਹਿੰਦਾ ਤੂੰ ਨਹੀਂ ਦੇਖਿਆ, ਮੈਂ ਤਾਂ ਬਹਿ ਕੇ ਵੀ ਪਾਇਆ। ਉਹਦਾ ਲੈ, ਉਹ ਪਰਲੇ ਪਾਸੇ ਇੱਕ ਆਏ, ਉਹ ਮਾਸੀ ਉਹਨਾਂ ਦੀ ਦਾ ਮੁੰਡਾ ਲੱਗਦਾ ਸੀ, ਉਹ ਬੜੇ ਐਕਸ਼ਨ ਜਿਹਾ ਕਰਦਾ ਸੀ। ਮੈਨੂੰ ਵੀ ਫਿਰ ਚੇਤਾ ਆ ਗਿਆ, ਮੈਂ ਕਿਹਾ ਪਹਿਲਾਂ ਇਹਨੂੰ ਰੋਲਦੇ ਆ। ਮੈਂ ਵੀ ਫਿਰ ਉਹਦੇ ਮੂਹਰੇ ਜਦੋਂ ਜਾ ਕੇ ਝਾਫਾ ਲਾਇਆ ਨਾ, ਬਹੁਤੀਆਂ ਧਿਰਾਂ ਜਿਹੜੀਆਂ ਸਿਆਸੀ ਆ ਉਹ ਇਹ ਝਾਫਾ ਲਾਈ ਜਾਂਦੀਆਂ ਕਿ ਭਾਈ ਮੈਂ ਵਾਧੂ ਪਾਇਆ ਕਿ ਉਹਨੇ ਵਾਧੂ ਪਾਇਆ। ਮਸਲਾ ਵਿਆਹ ਦਾ ਇਹ ਨਹੀਂ ਹੁੰਦਾ ਕਿ ਭੰਗੜਾ ਕਿਨੇ ਵਾਧੂ ਪਾਇਆ, ਮਸਲਾ ਇਹ ਹੁੰਦਾ ਕਿ ਟੱਬਰ 'ਚ ਇਤਫਾਕ ਰਹੇ,
ਟੱਬਰ ਜਿਹੜੇ ਦੋ ਪਰਿਵਾਰਾਂ ਦਾ ਮੇਲ ਹੋਇਆ, ਉਹ ਪਰਿਵਾਰ ਇੱਕ ਦੂਜੇ ਨੂੰ ਵਧੀਆ ਤਰੀਕੇ ਨਾਲ ਮਿਲਣਗੇ, ਪਰਿਵਾਰ ਅੱਗੇ ਵਧੇ ਫੁੱਲੇ। ਪਰ ਇੱਥੇ ਵਧਣ ਫੁੱਲਣ ਦੀ ਚਿੰਤਾ ਘੱਟ ਹੈ, ਇਸ ਗੱਲ ਦੀ ਚਿੰਤਾ ਵੱਧ ਹੈ ਕਿ ਬਹਿ ਕੇ ਭੰਗੜਾ ਪਾਇਆ ਕਿੰਨੇ, ਐਕਸ਼ਨ ਲਾਇਆ ਕਿੰਨੇ। ਇਹ ਬਾੜ ਸਾਹਿਬ ਜਿਹੜੀ ਉਦਾਹਰਨ ਤੁਸੀਂ ਦੱਸੀ ਨਾ, ਇਹ ਵਾਕਈ ਬੜੀ ਕਮਾਲ ਆ। ਇਹ ਇਸ ਵਕਤ ਚੱਲ ਇਦਾਂ ਹੀ ਰਿਹਾ। ਹੁਣ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਫੋਟੋਗ੍ਰਾਫਰਾਂ ਦੀ ਜਾਂ ਫੋਟੋਆਂ ਦੀ, ਇਹਨਾਂ ਫੋਟੋਗ੍ਰਾਫਰਾਂ ਤੇ ਫੋਟੋਆਂ ਦੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰ ਦਈਏ ਕਿ ਵੀ ਇਸ ਵਕਤ ਜਿਹੜਾ ਪੰਜਾਬ ਹੈ ਉਹਦੇ ਤੋਂ ਜਿਹੜੀਆਂ ਤਸਵੀਰਾਂ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਆਪੋ ਆਪਣੇ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੀਆਂ ਅਖਬਾਰਾਂ ਨੂੰ, ਮੀਡੀਆ ਨੂੰ, ਬਾਕੀਆਂ ਨੂੰ ਭੱਜ ਕੇ ਦਿੰਦੀਆਂ ਨੇ, ਉਹ ਅਗਲਿਆਂ ਨੇ ਜਦੋਂ ਐਲਬਮ ਚਲਾ ਕੇ ਉੱਥੇ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਜਾਂ ਜਿਹੜੀ ਫੈਸਲਾ ਕਰਨ ਵਾਲੀ ਉੱਥੋਂ ਵਾਲੀ ਕਮੇਟੀ ਧਿਰ ਹੈ ਉਹਦੇ ਅੱਗੇ ਰੱਖੀਆਂ, ਤੇ ਉਦੋਂ ਪਿਕਚਰ ਆਪਣੇ ਆਪ ਹੀ ਹੋਰ ਬਣ ਜਾਣੀ ਹੈ ਜਿਹੜੀ ਕਿ ਇਸ ਵਕਤ ਚਾਹੀਦੀ ਹੋਰ ਹੈ। ਮੈਂ ਅੱਜ ਹੀ ਅਖਬਾਰਾਂ 'ਚ ਦੇਖ ਰਿਹਾ ਸੀ ਵੀ ਇੱਕ ਟਰੈਕਟਰਾਂ ਦੀ ਡਾਰ ਹੈ, ਉਹਦੇ ਤੇ ਕੇਸਰੀ ਰੰਗ ਦੇ ਝੰਡੇ ਨੇ ਤੇ ਝੰਡੇ ਦੇ ਉੱਪਰ ਤੱਕੜੀ ਦਾ ਨਿਸ਼ਾਨ ਤੇ ਜਾਂ ਬਾਦਲ ਸਾਹਿਬ ਦੀਆਂ ਤਸਵੀਰਾਂ ਤੇ ਉੱਤੇ ਲਿਖਿਆ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਟਰੈਕਟਰ ਵੀ ਚੰਗੇ ਵੱਡੇ ਨੇ। ਇੱਕ ਹੋਰ ਹੈ ਤਸਵੀਰ, ਉਹਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਪੰਜਾ ਉਹ ਨਜ਼ਰ ਆਉਂਦਾ ਤੇ ਨਾਲ ਕਾਂਗਰਸ ਪਾਰਟੀ ਜਿੰਦਾਬਾਦ। ਕੁਝ ਤਸਵੀਰਾਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਲੀਡਰਸ਼ਿਪ ਦੀਆਂ। ਫਿਰ ਫੋਟੋ ਲੱਗੀ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਉਹਨਾਂ ਦੇ ਕੋਲ ਵੀ ਇੱਕ ਟਰੈਕਟਰ ਹੈ, ਸਮਰਥਕ ਉਹਨਾਂ ਦੇ ਨਾਲ ਵੀ ਹੈਗੇ ਆ, ਕਾਲੀਆਂ ਤਖਤੀਆਂ ਤੇ ਉਹਨਾਂ ਨੇ ਵੀ ਕਿਸਾਨ ਏਕਤਾ ਤੇ ਹੋਰ ਮੁਰਦਾਬਾਦ ਤੇ ਕਾਲੇ ਕਾਨੂੰਨ ਕਈ ਕੁਛ ਲਿਖਿਆ। ਫਿਰ ਆਪਾਂ ਆਪਣੇ ਕੋਲ ਇੱਕ ਹੋਰ ਤਸਵੀਰ ਆਉਂਦੀ ਜਿਹਦੇ ਵਿੱਚ ਇਹ ਪੀਲੇ ਰੰਗ ਦਾ ਇੱਕ ਹੋਰ ਕੱਚਾ ਪੀਲਾ ਜਿਹਾ ਰੰਗ ਜਿਹਾ ਬਣਾ ਕੇ ਲੋਕ ਇਨਸਾਫ ਪਾਰਟੀ ਵਾਲਿਆਂ ਦੀਆਂ ਸ਼ੰਭੂ ਬਾਰਡਰ ਦੀਆਂ ਫੋਟੋਆਂ ਤਸਵੀਰਾਂ ਆਉਂਦੀਆਂ ਨੇ, ਜਿੱਥੇ ਉਹਨਾਂ ਦੇ ਕੋਲ ਆਪਣੀ ਤਰ੍ਹਾਂ ਦੇ ਝੰਡੇ ਆ ਤੇ ਆਪਣੀ ਤਰ੍ਹਾਂ ਦੇ ਲੀਡਰਾਂ ਦੀਆਂ ਤਸਵੀਰਾਂ। ਹੁਣ ਅਜੇ ਇਹਦੇ 'ਚ ਮੈਂ ਆਮ ਆਦਮੀ ਪਾਰਟੀ ਦਾ ਨਾਂ ਇਸ ਕਰਕੇ ਨਹੀਂ ਲਿਆ ਕਿਉਂਕਿ ਉਹਨਾਂ ਵਾਲੇ ਟਰੈਕਟਰਾਂ ਦੀਆਂ ਫੋਟੋਆਂ ਉਹਨਾਂ ਕੋਲੇ ਪਹਿਲਾਂ ਪਹੁੰਚ ਗਈਆਂ। ਤੁਹਾਨੂੰ ਯਾਦ ਹੀ ਹੋਣਾ ਜਦੋਂ ਉਹਨਾਂ ਨੇ ਬਾਦਲ ਪਿੰਡ ਵਾਲੇ ਪਾਸੇ ਨੂੰ ਮਾਰਚ ਕੱਢਿਆ ਸੀ। ਇਹ ਜਿਹੜੇ ਅਲੱਗ-ਅਲੱਗ ਟਰੈਕਟਰ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਝੰਡੀਆਂ ਤੇ ਫੋਟੋਆਂ ਤਸਵੀਰਾਂ ਜਦੋਂ ਉੱਥੇ ਪਹੁੰਚਦੀਆਂ ਹੋਣਗੀਆਂ ਤੇ ਉਹਨਾਂ ਨੂੰ ਤੇ 1 ਮਿੰਟ ਲੱਗਦਾ ਇਹ ਗੱਲ ਬਣਾਉਣ ਨੂੰ ਕਿ ਦੇਖਿਆ ਅਸੀਂ ਕਿਹਾ ਸੀ ਵੀ ਭਾਈ ਸਾਹਿਬ ਇਹ ਰਾਜਨੀਤੀ ਹੋ ਰਹੀ ਹੈ, ਕਿਸਾਨ ਤੱਕ ਤੇ ਹੈ ਹੀ ਨਹੀਂ, ਇਹ ਤਾਂ ਪੋਲੀਟੀਕਲ ਪਾਰਟੀਆਂ ਨੇ। ਤੁਸੀਂ ਸਮਝ ਰਹੇ ਹੋ ਮੈਂ ਕੀ ਗੱਲ ਕਰ ਰਿਹਾ? ਇਹ ਗੱਲ ਜੀ ਮੈਂ ਗੱਲ ਕਰ ਰਿਹਾ। ਮੈਨੂੰ ਤਾਂ ਸਭ ਤੋਂ ਪਹਿਲਾਂ ਤਾਂ ਇਹ ਤੁਹਾਡੇ ਉੱਤੇ ਗਿਲਾ ਕਿ ਤੁਸੀਂ ਸੇਵਾ ਸਿੰਘ ਸੇਖਵਾਂ ਹੋਰਾਂ ਜਿਹੜਾ ਟਰੈਕਟਰਾਂ ਤੇ ਮਾਰਚ ਕੱਢਿਆ ਉਹਦਾ ਨਾਂ ਨਹੀਂ ਲਿਆ। ਨਹੀਂ, ਉਹ ਆਪ ਪੈਦਲ ਸੀਗੇ, ਮਗਰ ਉਹਨਾਂ ਦੇ ਗੱਡੀਆਂ ਸੀ। ਮੈਂ ਤਾਂ ਨਹੀਂ ਜ਼ਿਕਰ ਕੀਤਾ ਵੀ ਉਹਨਾਂ ਕੋਲ ਟਰੈਕਟਰ ਹੈ ਨਹੀਂ ਸੀ, ਉਹ ਆਪ ਪੈਦਲ ਸੀ ਮਗਰ ਗੱਡੀਆਂ ਸੀ। ਹੁਣ ਗੱਡੀਆਂ ਵਾਲੇ ਮਾਰਚ ਦੀ ਫੋਟੋ ਜਾ ਬੜੀ ਉੱਥੇ ਤਾਂ ਫਿਰ ਗੱਲ ਹੋਰ ਹੋ ਜਾਣੀ ਨਾ। ਆ ਗੱਲ ਫਿਰ ਤਾਂ ਬਹੁਤੀ ਅੱਗੇ ਪਾਸੇ ਨੂੰ ਵੱਧ ਜਾਣੀ ਆ। ਮੈਨੂੰ ਇਹ ਸੀ ਕਿ ਕੋਈ ਧਿਰ ਗੁੱਸਾ ਨਾ ਕਰ ਲੈ, ਅਸੀਂ ਝਾਫਾ ਸਾਰਿਆਂ ਦਾ ਕਰਾਉਣਾ ਭਾਈ। ਹੋ ਸਕਦਾ ਕਿਸੇ ਨੇ ਝਾਫਾ ਕੀਤਾ ਤੇ ਕਿਸੇ ਨੇ ਹੌਲੀ ਹੌਲੀ ਤੁਰ ਕੇ ਝੂਮਰ ਕੀਤਾ, ਪਰ ਕੀਤਾ ਸਾਰਿਆਂ ਨੇ। ਇਹ ਗੱਲ ਜਿਹੜੀ ਹੈ ਉਹ ਆਪਣੇ ਆਪ 'ਚ ਵਿਸ਼ੇਸ਼ ਹੈ। ਪਰ ਉਹ ਭੰਗੜਾ ਕਿੱਥੇ ਪਾਉਣਾ ਚਾਹੀਦਾ ਸੀ, ਉਹ ਬੋਲੀਆਂ ਕਿੱਥੇ ਪੈਣੀਆਂ ਚਾਹੀਦੀਆਂ ਸੀ, ਢੋਲ ਦਾ ਡਗਾ ਕਿੱਥੇ ਲੱਗਣਾ ਚਾਹੀਦਾ ਸੀ, ਇਹ ਸਾਡੇ ਲੀਡਰ ਹੁਣ ਗਏ ਆ ਭੁੱਲ। ਬਾਕੀ ਸੰਧਾਲੀਆ ਸਾਹਿਬ ਅੱਜ ਜਿਹੜਾ ਦਿਨ ਆ ਕਿਸਾਨਾਂ ਦੇ ਸੰਘਰਸ਼ ਦੇ ਦੂਸਰੇ ਪੜਾਅ ਦਾ ਪਹਿਲਾ ਦਿਨ ਆ, ਤੇ ਇਸ ਦੂਸਰੇ ਪੜਾਅ ਦੇ ਪਹਿਲੇ ਦਿਨ ਦੇ ਵਿੱਚ ਕੀ ਹੋਣਾ ਹੈ ਕੀ ਨਹੀਂ ਹੋਣਾ ਇਹ ਤਾਂ ਹੁਣ ਕਿਸਾਨ ਜਥੇਬੰਦੀਆਂ ਦੱਸਣਗੀਆਂ। ਪਰ ਇੰਨੀ ਗੱਲ ਜ਼ਰੂਰ ਹੈ ਕਿ ਹੁਣ ਲੋਕਾਂ ਨੂੰ ਹਿਸਾਬ ਕਿਤਾਬ ਜਿਹਾ ਲਾਉਣਾ ਔਖਾ ਹੋਇਆ ਕਿ ਇਸ ਸਾਰੇ ਹਿਸਾਬ ਕਿਤਾਬ ਦੇ ਵਿੱਚ ਕਿਸਾਨਾਂ ਦਾ ਬੰਦ ਕਿਹੜਾ ਹੈ, ਪੋਲੀਟੀਕਲ ਪਾਰਟੀਆਂ ਦਾ ਬੰਦ ਕਿਹੜਾ ਹੈ, ਇਕੱਠ ਉਧਰਲੇ ਪਾਸੇ ਜ਼ਿਆਦਾ ਸੀ ਜਾਂ ਇਧਰਲੇ ਪਾਸੇ ਜ਼ਿਆਦਾ ਹੈ। ਖਾਸ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਇਸ ਵੇਲੇ ਜਦੋਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ ਇੱਕ ਹਾਂ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਮੁੱਦਾ ਸਾਹਮਣੇ ਲਿਆਂਦਾ, ਨੁਕਤਾ ਸਾਹਮਣੇ ਲਿਆਂਦਾ, ਬਹੁਤ ਵਿਚਾਰਨ ਵਾਲਾ। ਕਿਉਂਕਿ ਪੋਲੀਟੀਕਲ ਪਾਰਟੀਆਂ ਕਿੱਥੇ ਕਸੂਰਵਾਰ ਨੇ ਕਿੱਥੇ ਨਹੀਂ, ਉਹ ਤਾਂ ਆਪਾਂ ਸਾਰੇ ਜਣੇ ਰੋਜ਼ ਡਿਸਕਸ ਕਰਦੇ ਹਾਂ। ਜਿਹੜੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨਾ, ਉਹਨਾਂ ਨੇ ਤੇ ਭਗਵੰਤ ਮਾਨ ਹੋਰਾਂ ਨੇ ਇੱਕ ਸਾਂਝੀ ਮੰਗ ਕੀਤੀ ਹੈ ਗ੍ਰਾਮ ਸਭਾ ਵਾਲੀ। ਹੁਣ ਭਗਵੰਤ ਮਾਨ ਹੋਰੀ ਵੀ ਕਹਿੰਦੇ ਤੇ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ ਕਿ ਪਿੰਡਾਂ ਦੇ ਵਿੱਚ ਜਿੱਥੇ ਤਾਂ ਗ੍ਰਾਮ ਸਭਾ ਬਣੀ ਹੈ ਵਧੀਆ, ਜਿੱਥੇ ਨਹੀਂ ਬਣੀ ਗ੍ਰਾਮ ਸਭਾ ਦਾ ਗਠਨ ਕਰਕੇ ਉੱਥੋਂ ਮਤੇ ਪਵਾਓ ਕਿ ਅਸੀਂ ਖੇਤੀਬਾੜੀ ਬਿੱਲ ਰੱਦ ਕਰਦੇ ਹਾਂ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜੋ, ਰਾਸ਼ਟਰਪਤੀ ਸਾਹਿਬ ਨੂੰ ਭੇਜੋ, ਯਾਨੀ ਕਿ ਕੇਂਦਰ ਸਰਕਾਰ ਤੱਕ ਅਪੜਨ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਤਾਂ ਕਹਿਤਾ ਕਿ ਅਸੀਂ ਉਹਦੀ ਵਰਤੋਂ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਜਾਣਾ, ਅਸੀਂ ਇਸ ਬਿੱਲ ਦਾ ਵਿਰੋਧ ਕਰਨਾ, ਅਸੀਂ ਉੱਥੇ ਵੀ ਕਰਨੀ ਆ। ਤੁਹਾਡੀ ਗ੍ਰਾਮ ਸਭਾ ਦੇ ਮਤੇ ਜਿਹੜੇ ਬਹੁਤ ਮਹੱਤਵਪੂਰਨ ਹੈ। ਇਹ ਹੁਣ ਸੰਧਾਲੀਆ ਸਾਹਿਬ ਗੱਲ ਸਮਝ ਆ ਗਈ ਕਿ ਭਾਈ ਗ੍ਰਾਮ ਸਭਾ ਵਾਲੇ ਮਤੇ ਪਾਉਣ, ਉਹਨਾਂ ਨੂੰ ਪਤਾ ਲੱਗੇ ਕਿ ਭਾਈ ਪਿੰਡ ਪਿੰਡ ਇਹਦਾ ਵਿਰੋਧ ਕਰਦਾ। ਪਰ ਇਹਦਾ ਇੱਕ ਦੂਜਾ ਪੱਖ ਹੈ। ਦੂਜਾ ਪੱਖ ਮੈਂ ਤੁਹਾਡੇ ਨਾਲ ਇਸ ਕਰਕੇ ਵਿਚਾਰਨਾ ਕਿ ਕਦੇ ਕਦੇ ਪੀੜ੍ਹੀ ਸਾਡੀ ਹੁੰਦੀ ਹੈ ਤੇ ਸੋਟਾ ਵੀ ਸਾਡਾ ਹੁੰਦਾ, ਅਸੀਂ ਫੇਰਦੇ ਨਹੀਂ। ਜਾਣੀ ਕਿ ਇਹ ਕਾਨੂੰਨ ਬਣੇ ਨਾ ਬਣੇ, ਇਹਦੇ ਤੋਂ ਇਲਾਵਾ ਸਾਡੀਆਂ ਚੁਣੌਤੀਆਂ ਨਹੀਂ ਮੁੱਕਣੀਆਂ ਪੰਜਾਬ ਦੇ ਲੋਕਾਂ ਦੀਆਂ, ਸਾਡੇ ਪਿੰਡਾਂ ਵਾਲਿਆਂ ਦੀਆਂ, ਸਾਡੇ ਕਿਸਾਨਾਂ ਦੀਆਂ, ਕਿਸਾਨਾਂ ਦੇ ਨਾਲ ਸਿੱਧੇ ਸਿੱਧੇ ਜੁੜੇ ਲੋਕਾਂ ਦੀਆਂ। ਹੁਣ ਕਮਾਲ ਦੀ ਗੱਲ ਦੇਖੋ, ਕਨਸਟੀਟਿਊਸ਼ਨ ਕਹਿੰਦਾ ਹੈ, ਸੰਵਿਧਾਨ ਕਹਿੰਦਾ ਹੈ ਕਿ ਗ੍ਰਾਮ ਸਭਾ ਬਣਾ ਸਕਦੇ ਹੋ। ਹੁਣ ਗ੍ਰਾਮ ਸਭਾ ਸਾਨੂੰ ਉਸ ਲਈ ਬਣਾਉਣ ਦੇ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਜਦੋਂ ਐ ਨਹੀਂ ਸਿਰ ਤੋਂ ਪਾਣੀ ਨਿਕਲ ਗਿਆ।
ਅਸੀਂ ਆਮ ਲੋਕਾਂ ਨੇ, ਪਿੰਡਾਂ ਦੇ ਵਿੱਚ ਰਹਿਣ ਵਾਲਿਆਂ ਨੇ ਅੱਜ ਤੱਕ ਗ੍ਰਾਮ ਸਭਾ ਕਿਉਂ ਨਾ ਬਣਾਈ ਬਈ? ਤੁਸੀਂ ਟਿੱਪਣੀਆਂ ਲਿਖਿਓ, ਤੁਸੀਂ ਦੱਸਿਓ ਆਪਣੇ ਵਿੱਚੋਂ ਕਿੰਨਿਆਂ ਕੁ ਨੂੰ ਗ੍ਰਾਮ ਸਭਾ ਦਾ ਪਤਾ ਹੈ ਕਿ ਕਿਵੇਂ ਬਣਾਈ ਦੀ ਹੈ, ਕਿੰਨੇ ਕੁ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਬਣੀਓ ਆ, ਕਿੰਨੇ ਕੁ ਪਿੰਡਾਂ ਦੇ ਵਿੱਚ ਐਕਟਿਵਲੀ ਉਹਨੇ ਕੰਮ ਕੀਤਾ। ਬੜੀ ਪਾਏਦਾਰ ਹੋ ਸਕਦੀ ਹੈ, ਬਹੁਤ ਸਾਰੇ ਨੁਕਸ ਲੱਭੇ ਫੜੇ ਜਾ ਸਕਦੇ ਆ। ਮੈਨੂੰ ਇਸ ਗੱਲ ਦਾ ਵੀ ਗਿਲਾ, ਆਪਣੇ ਆਪ ਤੇ ਵੀ ਗਿਲਾ ਤੇ ਆਪਣੇ ਸਾਥੀਆਂ ਤੇ ਪੰਜਾਬੀਆਂ ਤੇ ਵੀ ਗਿਲਾ। ਬਹੁਤੀ ਵਾਰੀ ਗ੍ਰਾਮ ਸਭਾ ਸੰਧਾਲੀਆ ਸਾਹਿਬ ਪਤਾ ਕਦੋਂ ਬਣਾਈ ਦੀ ਹੈ? ਜੇ ਇੱਕ ਧਿਰ ਚੋਣ ਹਾਰ ਜਵੇ, ਕੋਈ ਗੱਲ ਨਹੀਂ, ਇਲੈਕਸ਼ਨ ਹੀ ਹਰੇ ਆ, ਫਲਾਨਾ ਕੰਮ ਕਰਤਾ ਸੀ ਉਹਨਾਂ ਨੇ, ਫਲਾਨੇ ਬੰਦੇ ਗੰਢ ਲਏ ਸੀ ਆਪਣੇ ਨਾਲ, ਆਪਾਂ ਕੋਈ ਗੱਲ ਨਹੀਂ ਗ੍ਰਾਮ ਸਭਾ ਬਣਾਉਨੇ ਆ। ਜਾਂ ਇਹ ਕਹਿ ਕੇ ਗ੍ਰਾਮ ਸਭਾ ਬਣਾ ਲਈ ਦੀ ਆ, ਕੋਈ ਗੱਲ ਨਹੀਂ ਗ੍ਰਾਮ ਸਭਾ ਬਣਾਉਨੇ ਆ, ਅੱਖ ਰੱਖਾਂਗੇ ਇਹਨਾਂ ਦੇ ਉੱਤੇ ਪਰਚੇ ਪੁਰਚੇ ਕਰਾਉਨੇ ਆ, ਗੱਲ ਕਿਹੜੀ ਆ, ਆਪਾਂ ਪ੍ਰਬੰਧਕ ਲਵਾ ਦੇਣਾ, ਕੋਈ ਗੱਲ ਨਿਕਲੇ ਤਾਂ ਸਹੀ ਮਾੜੀ ਮੋਟੀ। ਜਾਣੀ ਕਿ ਅਸੀਂ ਜੇ 500 ਵੋਟਾਂ ਦਾ ਪਿੰਡ ਆ ਨਾ, ਅਸੀਂ ਉੱਥੇ ਇਕੱਠੇ ਨਹੀਂ ਰਹੇ, ਸਾਡੀ ਫੁੱਟ ਦਾ ਅਗਲਿਆਂ ਨੇ ਲਾਹਾ ਲਿਆ, ਉਹਨਾਂ ਨੂੰ ਪਤਾ ਸੀ ਕਿ ਵੰਡੇ ਹੋਏ ਨੇ। ਅੱਜ ਗ੍ਰਾਮ ਸਭਾ ਬਣਾਉਣ ਦਾ ਕਨਸੈਪਟ ਜੇ ਚੱਲਦਾ ਕਿ ਭਾਈ ਬਣਾਓ, ਮਤੇ ਪਾਓ, ਤੇ ਜੇ ਅੱਜ 2020 ਦੇ ਵਿੱਚ ਵੀ ਸੰਵਿਧਾਨ ਆਗਿਆ ਦਿੰਦਾ ਪਹਿਲਾਂ ਤੋਂ ਅਸੀਂ ਗ੍ਰਾਮ ਸਭਾਵਾਂ ਨਹੀਂ ਬਣਾਈਆਂ, ਤਾਂ ਮਤਲਬ ਕਿਤੇ ਨਾ ਕਿਤੇ ਅਸੀਂ ਤੁਸੀਂ ਸਧਾਰਨ ਲੋਕ ਵੀ ਫੇਲ ਹੋਏ ਆ। ਬਾਠ ਸਾਹਿਬ ਤੁਸੀਂ ਤਾਂ ਚਲੋ ਭਾਂਡਾ ਭੰਨ ਦਿੱਤਾ ਸਾਡੇ ਸਿਰ। ਦੇਖੋ ਗੱਲ ਆ ਵੀ ਬੰਦੇ ਆ ਤੁਸੀਂ ਪੜ੍ਹੇ ਲਿਖੇ, ਅਸੀਂ ਵਿਚਾਰੇ ਪਿੰਡਾਂ ਵਾਲੇ, ਸਾਨੂੰ ਬਹੁਤੀ ਸਮਝ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ। ਕਾਰਨ ਇਹ ਆ ਵੀ ਅਸੀਂ ਕਰ ਸਾਰਾ ਕੁਝ ਲੈਂਦੇ ਹਾਂ, ਪਰ ਬਸ ਸਾਨੂੰ ਸਮਝਾ ਦਿੱਤਾ ਜਾਵੇ। ਹੁਣ ਜਿੱਦਾਂ ਇਸ ਵਕਤ ਸਮਝਾਇਆ ਜਾ ਰਿਹਾ ਨਾ ਕਿ ਯਾਰ ਆ ਇੱਦਾਂ ਕਰੋ ਵੀ ਮੱਛਰੀ ਦਿਨਾਂ ਦੇ ਵਿੱਚ ਨਾ ਜੀ, ਇਹਨਾਂ ਦਿਨਾਂ 'ਚ ਥੋੜ੍ਹੇ ਜਿਹੇ ਪਹਿਲਾਂ ਬਰਸਾਤਾਂ ਦੀ ਵੀ ਆਪਾਂ ਗੱਲ ਕਰ ਲਈਏ, ਜਾਨਵਰਾਂ ਨੂੰ ਜਾਂ ਦੁਧਾਰੂ ਡੰਗਰਾਂ ਨੂੰ ਮੱਛਰੀ ਜੀ ਬੜੀ ਤੰਗ ਕਰਦੀ ਹੁੰਦੀ ਹੈ ਵੀ ਉਹਨੇ ਨਾ ਬਹਿਣ ਦੇਣਾ, ਨਾ ਉਹਨਾਂ ਨੂੰ ਪੱਠੇ ਖਾਣ ਦੇਣੇ, ਨਾ ਉਹਨਾਂ ਨੂੰ ਵਿਚਾਰਿਆਂ ਨੂੰ ਪਰੇਸ਼ਾਨ ਕਰਨਾ, ਦੁੱਧ ਵੀ ਘਟਾ ਜਾਂਦੇ ਡੰਗਰ। ਉਦੋਂ ਜੋ ਆ ਕੇ ਫਿਰ ਕਈ ਤਰ੍ਹਾਂ ਦੇ ਕੋਈ ਕਹਿੰਦਾ ਵੀ ਬਲਬ ਲਾ ਲਾ, ਇੱਦਾਂ ਨਾ ਇੱਥੇ ਬਲਬ ਲਾਏਗਾ ਨਾ ਇਹਦੇ ਨਾਲ ਮੱਛਰ ਨਹੀਂ ਆਉਂਦਾ। ਕੋਈ ਕਹਿੰਦਾ ਨਾ ਇੱਦਾਂ ਕਰਿਆ ਕਰ ਤੂੰ, ਸ਼ਾਮਾਂ ਜਿਹਨੂੰ ਫਲਾਨੀ ਦਵਾਈ ਦਾ ਧੂੰਆਂ ਜਿਹਾ ਕਰਦਾ ਕਰ, ਫੇਰ ਨਹੀਂ ਮੱਛਰ ਆਉਂਦਾ। ਉਹ ਕਹਿੰਦਾ ਲੈ ਵੀ ਆਪਾਂ ਦੇ ਪ੍ਰਬੰਧ ਕਰਤਾ, ਪੱਖੇ ਲਾਤੇ ਆ ਤੇ ਆਪਾਂ ਘੇਰੇ ਘੇਰੇ ਇੱਕ ਵੱਡੀ ਸਾਰੀ ਉਹ ਜਾਲੀ ਜਿਹਨੂੰ ਆਪਾਂ ਮੱਛਰਦਾਨੀ ਕਹਿ ਦਿੰਦੇ ਉਹ ਲਾਤੀ, ਡੰਗਰ ਸੌਖੇ ਰਹਿੰਦੇ। ਅਲੱਗ-ਅਲੱਗ ਪ੍ਰਬੰਧ ਨੇ। ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਗ੍ਰਾਮ ਸਭਾ ਵਾਲੀ, ਤੁਸੀਂ ਦਵਾਈ ਦੇ ਰਹੇ ਹੋ ਇੱਕ ਐਸੀ ਵੀ ਆਹ ਦਵਾਈ ਘੋਲ ਲਓ ਤੇ ਇਹਨੂੰ ਤੁਸੀਂ ਡੰਗਰ ਤੇ ਕਰ ਦਿਓ ਸਪਰੇਅ, ਇਹਦੇ ਨਾਲ ਕੋਈ ਮੱਛਰ ਮੱਖੀ ਨਹੀਂ ਰਹਿਣਾ। ਹੁਣ ਜਿਹੜੇ ਚਿੱਚੜ ਇੰਨੇ ਚਿਰ ਤੋਂ ਲੱਗੇ ਆ ਡੰਗਰ ਨੂੰ, ਮੱਛਰਾਂ ਦੇ ਇਲਾਜ ਦੇ ਲਈ ਜਿਹੜੀ ਦਵਾਈ ਇਸ ਵਕਤ ਬਣਾਉਣ ਦੀ ਆਪਾਂ ਗੱਲ ਕਰ ਰਹੇ ਉਹਨੇ ਤਾਂ ਚਿੱਚੜ ਵੀ ਮਾਰ ਦੇਣੇ ਆ। ਤੇ ਚਿੱਚੜਾਂ ਨੂੰ ਇਸ ਗੱਲ ਦਾ ਪਤਾ ਕਿ ਜੇ ਆਹ ਦਵਾਈ ਬਣ ਗਈ ਇਹਨਾਂ ਮੱਛਰ ਵੀ ਮਾਰ ਲੈਣੇ, ਨਾਲ ਦੇ ਨਾਲ ਸਾਨੂੰ ਵੀ ਲੈ ਕੇ ਬਹਿ ਜਾਣਗੇ, ਉਹ ਫਿਰ ਬਣ ਦੇਣਗੇ। ਸਮਝ ਕੇ ਗੱਲ ਮੈਂ ਸੰਕੇਤਕ ਜੀ ਕੀਤੀ। ਨਹੀਂ, ਸੰਕੇਤਕ ਕਰਨੀ, ਸੰਕੇਤਕ ਚਾਹੀਦੀ ਆ, ਸਿਆਣਪ ਹੀ ਇਸ ਗੱਲ ਦੇ ਵਿੱਚ ਆ। ਮੈਂ ਤਾਂ ਤੁਹਾਨੂੰ ਸ਼ੁਰੂ ਦਾ ਕਹਿਣਾ ਕਿ ਤੁਹਾਡੀ ਲੀਡਰਾਂ ਨਾਲ ਬਹਿਣੀ ਉੱਠਣੀ ਆ, ਤੁਸੀਂ ਗੱਲ ਗੋਲ ਹੀ ਕਰਨੀ ਹੈ, ਤੁਸੀਂ ਗੱਲ ਸੰਕੇਤਕ ਹੀ ਕਰਨੀ ਆ। ਤੁਸੀਂ ਦੇਖੋ, ਮੰਨੋ ਨਾ ਮੰਨੋ, ਪ੍ਰਭਾਵ ਕਿਤੇ ਨਾ ਕਿਤੇ ਪੈ ਜਾਂਦਾ ਕਿ ਭਾਈ ਆ ਗੱਲ ਸੰਕੇਤਕ ਇਸ ਤਰੀਕੇ ਨਾਲ ਕਰਨੀ ਆ, ਕੱਲ ਨੂੰ ਕਹਿਣ ਵਾਲੇ ਵੀ ਬਣ ਜੀ ਅਸੀਂ ਕਹਿਤੀ ਸੀ ਤੇ ਕੋਈ ਕਹਿ ਵੀ ਨਾ ਸਕੇ ਕਿ ਭਾਈ ਫਲਾਨੇ ਬੰਦੇ ਨੇ ਕਹੀ ਸੀ। ਹੁਣ ਸੰਧਾਲੀਆ ਸਾਹਿਬ ਦੇਖੋ, ਇਹ ਪੰਜਾਬ ਦੇ ਲੋਕ ਬੜੇ ਸਿਆਣੇ ਆ, ਜਦੋਂ ਜਦੋਂ ਕਿਤੇ ਮੁਹਿੰਮਾਂ ਚੱਲਦੀਆਂ ਸਾਹਮਣੇ ਆਉਂਦੇ ਆ। ਆ ਕਿਸਾਨਾਂ ਦੇ ਅੰਦੋਲਨਾਂ ਦੇ ਵਿੱਚ ਮੈਨੇਜਮੈਂਟ ਐਵੇਂ ਤਾਂ ਨਹੀਂ ਚੰਗੀ ਰਹੀ, ਇਹ ਕਿਸਾਨਾਂ ਨੇ, ਆਮ ਲੋਕਾਂ ਨੇ ਕੀਤੀ ਹੈ। ਪਰ ਜਦੋਂ ਚਿੱਚੜ ਦੀ ਦਵਾਈ ਲਾਈਦੀ ਆ ਨਾ, ਹੁਣ ਕਈਆਂ ਨੂੰ ਹੋ ਸਕਦਾ ਕਿ ਜਿਹੜੇ ਪਸ਼ੂਆਂ ਦਾ ਕੰਮ ਜਿਨ੍ਹਾਂ ਨੇ ਨਹੀਂ ਕੀਤਾ ਉਹਨੂੰ ਨਾ ਪਤਾ ਹੋਵੇ, ਉਦੋਂ ਹੁੰਦਾ ਕਿ ਭਾਈ ਉਹਦੇ ਵਿੱਚ ਲਿਖਿਆ ਹੁੰਦਾ ਇੰਨੇ ਲੀਟਰ ਪਾਣੀ ਦੇ ਵਿੱਚ ਇਹ ਢੱਕਣ ਇੱਥੇ ਤੱਕ ਜਿਹੜਾ ਉਹ ਪਾ ਲੈਣਾ ਹੈ ਦਵਾਈ ਦਾ, ਉਹਨੂੰ ਚੰਗੇ ਤਰੀਕੇ ਘੋਲ ਲੈਣਾ ਹੈ, ਪਰ ਆਪਣੇ ਹੱਥਾਂ ਨੂੰ ਬਚਾ ਕੇ ਰੱਖਣਾ ਹੈ। ਜੇ ਹੋ ਸਕੇ ਹੱਥਾਂ ਦੇ ਉੱਤੇ ਦਸਤਾਨੇ ਪਾ ਕੇ ਤੇ ਉਹਨੂੰ ਫਿਰ ਉਹ ਪਸ਼ੂ ਦੇ ਸਰੀਰ ਦੇ ਉੱਤੇ ਮਲ ਦਿਓ। ਹੁਣ ਜਿਹੜਾ ਤਾਂ ਮੇਰੇ ਵਰਗਾ ਕੰਮ ਚੋਰ ਬੰਦਾ ਹੈ, ਉਹਨੇ ਮਾੜਾ ਜਿਹਾ ਐ ਲੈਣਾ ਕੱਪੜਾ ਜਿਹਾ ਉੱਪਰਲੇ ਪਾਸੇ ਕਿ ਮਾੜਾ ਜਿਹਾ ਲਓ ਜੀ ਮੈਂ ਗਿੱਲੀ ਕਰ ਦਿੱਤੀ ਗਾਂ ਜਾਂ ਮੱਝ। ਪਰ ਦੂਸਰੇ ਪਾਸੇ ਜਿਹਨੂੰ ਪਤਾ ਹੈ ਕਿ ਭਾਈ ਇਹ ਚਿੱਚੜ ਇਦਾਂ ਨਹੀਂ ਮਰਨਾ, ਇਹ ਤਾਂ ਚੰਗੀ ਤਰ੍ਹਾਂ ਕੰਮ ਰਗੜਨਾ ਪਊ। ਭਾਵੇਂ ਗਾਂ ਮੱਝ ਨੇ 2 ਵਾਰੀ ਪੂਛ ਮਾਰ ਦੇਣੀ ਆ, ਪੂਛਾਂ ਖਾ ਲੈਣੀਆਂ, ਪਰ ਚਿੱਚੜ ਕੋਈ ਨਹੀਂ ਛੱਡਣਾ। ਇਹ ਤਾਂ ਭਾਈ ਰਗੜਿਓ ਕੰਮ ਚੱਲਣਾ। ਉੱਪਰ 2 ਡੱਬੇ ਪਾਣੀ ਦੇ ਡੋਲ ਦਿੱਤੇ ਤਾਂ ਪੈਸੇ ਵੀ ਜਾਣੇ ਆ ਤੇ ਚਿੱਚੜ ਵੀ ਨਹੀਂ ਮਰਨੇ। ਸੋ ਚਲੋ, ਇਹ ਇਸ ਵਕਤ ਜਿਹੜਾ ਕਨਸੈਪਟ ਚੱਲਿਆ ਗ੍ਰਾਮ ਸਭਾ ਦਾ, ਅਸੀਂ ਜ਼ਰੂਰ ਆਪਣੇ ਇਸ ਪਲੇਟਫਾਰਮ ਤੋਂ ਵੀ ਬੇਨਤੀ ਕਰਦੇ ਹਾਂ ਕਿ ਜੇ ਆਮ ਆਦਮੀ ਪਾਰਟੀ ਨੇ ਆਵਾਜ਼ ਚੁੱਕੀ ਆ, ਇੱਕ ਹੋਰ ਵੀ ਸੰਸਥਾ ਹੈਗੀ ਆ, ਉਹ ਯਾਨੀ ਕੇਵਲ ਸਿੰਘ ਔਰਾਲੀਆ ਨੇ ਜੀ, ਉਹ ਪਿੰਡ ਬਚਾਓ ਪੰਜਾਬ ਬਚਾਓ ਵਾਲੇ, ਉਹਨਾਂ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ। ਉਹ ਵੀ ਕਹਿੰਦੇ ਕਿ ਆਪਾਂ ਗ੍ਰਾਮ ਸਭਾਵਾਂ ਦੇ ਥਰੂ ਜਾਂ ਸ਼ਹਿਰਾਂ ਵਾਲੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਥਰੂ ਮਤੇ ਪਵਾਈਏ ਤੇ ਮੰਡੀਆਂ ਨੂੰ ਵੀ ਬਚਾ ਲਈਏ, ਕਿਸਾਨਾਂ ਨੂੰ ਵੀ ਬਚਾ ਲਈਏ, ਤੇ ਜਿਹੜਾ ਆਮ ਬੰਦਾ ਉਹ ਵੀ ਬਚ ਜਾਵੇ। ਚਲੋ, ਜੇ ਕੁੰਡੀ ਤੁਹਾਨੂੰ ਲੱਗਦਾ ਕਿ ਕਾਨੂੰਨ ਦੇ ਵਿੱਚ ਹੈਗੀ ਆ ਤੇ ਆਪਾਂ ਇਸ ਕੁੰਡੀ ਦੇ ਹਿਸਾਬ ਨਾਲ ਅੱਗੇ ਵੱਧ ਸਕਦੇ ਹਾਂ, ਅੱਗੇ ਜਾ ਕੇ ਕੋਈ ਡਿੱਕਾ ਡਾਇਆ ਜਾ ਸਕਦਾ ਤੇ ਜੀ ਸਦਕੇ ਕੰਮ ਕਰਨਾ ਚਾਹੀਦਾ। ਪਰ ਇਹ ਸਾਰੇ ਕੁਛ ਦੀ ਜਿਹੜੀ ਸ਼ੁਰੂਆਤ ਹੈ ਨਾ, ਉਹ ਇੱਕ ਜਿਹੜੀ ਦੁਆਤ ਜਿਹਦੇ ਵਿੱਚ ਸਿਆਹੀ ਚਾਹੀਦੀ ਆ, ਉਹ ਜਿਹੜੀ ਦੁਆਤ ਹੈ ਉਹਦੇ ਵਿੱਚ ਏਕਤਾ ਦੀ ਸਿਆਹੀ ਚਾਹੀਦੀ ਹੈ, ਜਿਹੜੀ ਕਿ ਆਪਣੇ ਕੋਲੇ ਹੈ ਨਹੀਂ। ਤੁਹਾਨੂੰ ਲੱਗਦਾ ਕਿ ਉਸ ਸਿਆਹੀ ਤੋਂ ਬਿਨਾਂ ਭਾਵੇਂ ਤੁਸੀਂ ਜਿਹੜੀ ਮਰਜ਼ੀ ਵਾਰਤ ਲਿਖਣ ਦਾ ਮਨ ਬਣਾਈ ਜਾਓ, ਉਹ ਲਿਖੀ ਜਾ ਸਕਦੀ। ਆਪਾਂ ਮੇਰੇ ਖਿਆਲ ਜਿੱਦਣ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਪਿੱਟਣ ਡਿਆ ਵੀ ਤੁਹਾਡੀ ਜੇ ਲੱਤ ਕਿਸੇ ਨੇ ਮਾਰੀ ਤੇ ਏਕਤਾ ਵਾਲੀ ਰੀੜ ਦੀ ਹੱਡੀ 'ਚ ਮਾਰਨੀ ਆ,
ਤੇ ਉਹ ਚੀਜ਼ ਆਪਾਂ ਨੂੰ ਪਹਿਲਾਂ ਵੀ ਨਹੀਂ ਨਜ਼ਰ ਆਉਂਦੀ। ਤੇ ਅੱਜ ਜਦੋਂ ਮੈਂ ਤੁਹਾਨੂੰ ਸਟਾਰਟਿੰਗ 'ਚ ਫੋਟੋਆਂ ਦੱਸੀਆਂ ਕਿ ਝੰਡੇ ਫਲਾਨੀ ਪਾਰਟੀ ਦੇ, ਝੰਡੇ ਫਲਾਨੀ ਪਾਰਟੀ ਦੇ, ਉਹ ਵੀ ਤਸਵੀਰ ਆਪਾਂ ਨੂੰ ਦਿਸਣ ਲੱਗ ਪਈ ਹੈ ਵੀ ਆਪਾਂ ਕਿਸਾਨ ਬਾਅਦ 'ਚ ਬਣਦੇ ਆ, ਆਪਾਂ ਅਕਾਲੀ ਪਹਿਲਾਂ, ਕਾਂਗਰਸੀ ਪਹਿਲਾਂ, ਜਾਂ ਆਮ ਆਦਮੀ ਜਾਂ ਕੋਈ ਹੋਰ ਪਾਰਟੀ ਉਹ ਪਹਿਲਾਂ ਬਣ ਜਾਂਦੇ ਆ, ਕਿਸਾਨ ਆਪਾਂ ਨੂੰ ਬਾਅਦ 'ਚ ਭੁੱਲ ਜਾਂਦਾ। ਤੇ ਇਸੇ ਚੀਜ਼ ਨੂੰ ਅਗਲਿਆਂ ਨੇ ਜਦੋਂ 4-5 ਕਾਗਜ਼ਾਂ ਦੀ ਫਾਈਲ ਬਣਾ ਕੇ ਅੱਗੇ ਰੱਖਦੀ, ਫਿਰ ਭਾਵੇਂ ਆਪਾਂ ਗ੍ਰਾਮ ਸਭਾਵਾਂ ਦੇ ਮਤੇ ਪਾਈ ਜਾਈਏ, ਜੋ ਮਰਜ਼ੀ ਕਰੀ ਜਾਈਏ, ਉੱਥੇ ਤਾਂ ਫਿਰ ਤਕੜੇ ਦਾ 37ਵੀਂ ਹੀ 100 ਚੱਲ ਹੀ ਜਾਣਾ। ਉਹਨਾਂ ਚਲਾਇਆ ਹੀ ਆ, 8 ਦਿਨ ਤਾਂ ਉਹਨਾਂ ਨੇ ਸੈਸ਼ਨ ਦੇ ਹੀ ਕੱਟ ਦਿੱਤੇ। ਜੀ ਬਿਲਕੁਲ ਸੰਧਾਲੀਆ ਸਾਹਿਬ, ਗੱਲ ਤੁਹਾਡੀ ਠੀਕ ਹੈ। ਮੈਂ ਤਾਂ ਕਹਿੰਦਾ ਕਿ ਭਾਈ ਕੁਛ ਵੀ ਨਾ ਕਰੋ, ਗ੍ਰਾਮ ਸਭਾ ਬਣਾ ਲਓ, ਸਾਲ ਦੇ ਵਿੱਚ 4 ਵਾਰੀ ਤੁਹਾਨੂੰ ਇਕੱਠੇ ਹੋ ਕੇ ਬੈਠਣ ਦਾ ਪਿੰਡ ਵਾਲਿਆਂ ਨੂੰ ਮੌਕਾ ਮਿਲੂਗਾ, ਕਿਉਂਕਿ ਇਜਲਾਸ ਉਹਦਾ ਸੱਦ ਲਓ। ਕਰਨਾ ਕੀ ਹੁੰਦਾ ਕਿ ਉਹਦੇ ਵਿੱਚ ਅਗਲੇ ਪਿਛਲੇ ਪੈਸੇ ਜਿਹੜੇ ਆਏ, ਕੀ ਵਿਕਾਸ ਹੋਇਆ ਕੀ ਨਹੀਂ ਹੋਇਆ, ਉਹ ਰੱਖ ਦਿਓ। ਅੱਗੋਂ ਕੀ ਕਰਨਾ, ਮਾੜੀ ਮੋਟੀ ਸਲਾਹ ਉਹ ਕਰ ਲਓ। ਘੱਟੋ ਘੱਟ ਪਿੰਡ ਵਾਲੇ ਇਕੱਠੇ ਤਾਂ ਹੋਣਗੇ। ਨਹੀਂ ਤਾਂ ਮੈਂ ਤੁਹਾਡੇ ਕੰਨ ਦੇ ਵਿੱਚ ਬੇਸਜੀ ਘੋਲੀ ਜਾਣੀ ਹੈ, ਫਲਾਣੇ ਨੇ ਫਲਾਣੇ ਦੇ ਕੰਨ 'ਚ ਬੇਸਜੀ ਘੋਲੀ ਜਾਣੀ ਹੈ। ਉਹਨੇ ਕਹਿਣਾ ਸਰਪੰਚ ਆਪਣੀ ਬੀਹੀ ਬਣਾ ਗਿਆ, ਉਹਨੇ ਕਹਿਣਾ ਮੈਂਬਰ ਪੰਚਾਇਤ ਆਪਣੀ ਬੀਹੀ ਬਣਾ ਗਿਆ। ਇਕੱਠੇ ਹੋ ਕੇ ਬੈਠਾਂਗੇ, ਘੱਟੋ ਘੱਟ ਗੱਲਾਂ ਬਾਤਾਂ ਪਤਾ ਲੱਗਣਗੀਆਂ। ਮਾੜੀ ਮੋਟੀ ਜਿਹੜੀ ਆਪਸ ਦੇ ਵਿੱਚ ਖਾਰਜੀ ਖਾਈ ਜਾਂਦੇ ਆ, ਹੋ ਸਕਦਾ ਖੋਰੀ ਜਾਏ। ਉੱਥੇ ਬੈਠਾਂਗੇ ਤਾਂ ਘੱਟੋ ਘੱਟ ਪਤਾ ਲੱਗੂਗਾ ਸੰਧਾਲੀਆ ਸਾਹਿਬ ਕਿ ਪਿੰਡ ਦੇ ਵਿੱਚ ਆਹ 4 ਘਰ ਜਿਹੜੇ ਆ ਨਾ, ਇਹ ਥੋੜ੍ਹਾ ਜਿਹਾ ਕਮਜ਼ੋਰ ਆ। ਇਸ ਘਰ ਦੇ ਵਿੱਚ ਕੋਈ ਨਿੱਕਾ ਨਿਆਣਾ ਹੈ ਨਹੀਂ ਜਿਹੜਾ ਦਵਾ ਦਾਰੂ ਲਿਆ ਦੇਵੇ। ਉੱਥੇ ਹੀ 4 ਨਿਆਣੇ ਦੀ ਡਿਊਟੀ ਲੱਗ ਜਾਓ, ਭਾਈ 5-4 ਦਿਨ ਤੂੰ ਖਿਆਲ ਰੱਖਣਾ। ਆਉਂਦੇ ਜਾਂਦੇ ਸਵੇਰੇ ਆ ਬਜ਼ੁਰਗ ਬੰਦੇ ਆਪਣੇ ਇਹਨਾਂ ਨੂੰ ਪੁੱਛਦੇ ਜਾਣਾ ਹੈ, ਪਾਣੀ ਦੀਆਂ 2 ਬਾਲਟੀਆਂ ਭਰ ਕੇ ਇਹਨਾਂ ਦੇ ਘੜੇ ਦੇ ਵਿੱਚ ਤੈਂ ਪਾ ਕੇ ਜਾਣੀਆਂ। ਆ ਦਵਾਈ ਬੁੱਧਵਾਰ ਨੂੰ ਲੈਣੀ ਆ, ਬੀਬੀ ਕਦੋਂ ਦਵਾਈ ਮੁੱਕਣੀ? ਉਹਨੇ ਕਹਿਣਾ ਬੁੱਧਵਾਰ ਨੂੰ। ਬੁੱਧਵਾਰ ਸਵੇਰੇ ਸਕੂਟਰ ਜੇ ਹੈ ਨਹੀਂ ਮੇਰੇ ਵਾਲਾ ਲੈ ਜਾਣਾ, ਤੇਲ ਉਹ 'ਚ ਮੈਂ ਪਵਾ ਕੇ ਰੱਖੂੰਗਾ, ਦਵਾ ਦਾਰੂ ਤੂੰ ਲਿਆ ਕੇ ਦੇਣਾ। ਪਿੰਡਾਂ ਦੇ ਕੰਮ ਬਹੁਤੇ ਨਹੀਂ ਹੁੰਦੇ, ਅਸੀਂ ਆਪ ਹੀ ਉਲਝਾਇਓ ਆ। ਇੰਨੇ ਕੁ ਕੰਮ ਜੇ ਅਸੀਂ ਸਾਲ ਦੇ ਵਿੱਚ 4 ਵਾਰੀ ਇਕੱਠੇ ਹੋ ਕੇ ਕਰ ਸਕਦੇ ਹਾਂ, ਕੋਈ ਗੱਲ ਨਹੀਂ। ਉਹਲੇ ਨਾ ਮੁੱਛ ਨੂੰ ਵੱਟ ਦਿਓ ਭਾਈ, ਕਿਉਂਕਿ ਵੈਸੇ ਵੀ ਜਿੱਦਾਂ ਦੀਆਂ ਨੀਤੀਆਂ ਆ ਰਹੀਆਂ, ਮੁੱਛਾਂ ਦੇ ਵੱਟ ਤਾਂ ਉਹ ਉਦੋਂ ਹੀ ਕੱਢਣ ਨੂੰ ਫਿਰਦੇ ਆ। ਤੇ ਫਿਰ ਅਸੀਂ ਆਪੇ ਹੀ 2-4 ਸਾਲ ਜੇ ਵੱਟ ਹੁਣ ਦੇ ਵੀ ਲੈ ਤਾਂ ਕੀ ਫਾਇਦਾ ਹੋਣਾ। ਚਲੋ ਗੱਲ ਠੀਕ ਹੈ ਜੀ, ਜੇ ਚਰਚਾ ਚੱਲੀ ਹੈ ਤੇ ਅਸੀਂ ਜ਼ਰੂਰ ਚਾਹਾਂਗੇ ਕਿ ਕਿਸੇ ਨਾ ਕਿਸੇ ਤਣ ਪੱਤਣ ਲੱਗੇ ਇਹਦੇ 'ਚ। ਹੁਣ ਨਾ ਕਾਨੂੰਨੀ ਬੰਦਿਸ਼ਾਂ ਜਾਂ ਹੋਰਨਾਂ ਬੰਦਿਸ਼ਾਂ ਦੇ ਵਿੱਚ ਇੱਕ ਸੁਝਾਅ ਇਸ ਵਕਤ ਹੋਰ ਬੜਾ ਚਰਚਾ 'ਚ ਹੈ ਤੇ ਅਖਬਾਰਾਂ 'ਚ ਬੜੀ ਪ੍ਰਮੁੱਖਤਾ ਨਾਲ ਛਾਪਿਆ ਗਿਆ। ਉਹ ਸੁਝਾਅ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਦਿੱਤਾ। ਉਹਨਾਂ ਨੇ ਕਿਹਾ ਮੌਜੂਦਾ ਸਰਕਾਰ ਨੂੰ ਕਿ ਇੱਦਾਂ ਕਰੋ ਜੀ ਕਿ ਸੈਸ਼ਨ ਜਿਹੜਾ ਹੈ ਜਾਂ ਇਜਲਾਸ ਜਿਹੜਾ ਹੈ ਵਿਧਾਨ ਸਭਾ ਦਾ, ਉਹ ਤੁਰੰਤ ਸੱਦਿਆ ਜਾਵੇ ਤੇ ਉਹਦੇ ਵਿੱਚ ਆਪਾਂ ਪੰਜਾਬ ਜਿਹੜਾ ਸਮੁੱਚੇ ਪੰਜਾਬ ਨੂੰ ਪ੍ਰਮੁੱਖ ਮੰਡੀ ਐਲਾਨ ਦਈਏ। ਕਿਉਂਕਿ ਜਿਹੜਾ ਇਹ ਬਿੱਲ ਆਇਆ ਜਾਂ ਜਿਹੜਾ ਕਾਨੂੰਨ ਬਣਿਆ, ਉਹ ਪ੍ਰਮੁੱਖ ਮੰਡੀ ਨੂੰ ਉਹਦੇ ਤੋਂ ਲਾਂਭੇ ਕਰਦਾ, ਬਾਕੀ ਦੀਆਂ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਉੱਪਰ ਲਾਗੂ ਹੁੰਦਾ। ਤੇ ਜੇ ਕੈਪਟਨ ਸਾਹਿਬ ਨੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਾਂ ਮਿੰਟ ਨਾ ਲਾਈਏ ਇਸ ਤੋਂ ਪਹਿਲਾਂ ਕਿ ਉਹ ਕੋਈ ਹੋਰ ਇਹਦੇ ਵਿੱਚ ਮੱਦ ਜੋੜਨ। ਆਪਾਂ ਆਹ ਵਾਲਾ ਜਿਹੜਾ ਹਥਿਆਰ ਹੈ ਇਹਨੂੰ ਚਲਾ ਦਈਏ, ਤੇ ਜੇ ਕੈਪਟਨ ਸਾਹਿਬ ਨਹੀਂ ਚਲਾ ਸਕਦੇ ਤੇ ਫਿਰ ਉਹ ਪਾਸੇ ਹੋ ਜਾਣਾ, ਅਸੀਂ ਆ ਕੇ ਚਲਾ ਦਿੰਦੇ ਹਾਂ। ਇਹ ਗੱਲ ਵਧੀਆ। ਜੇ ਇਦਾਂ ਹੁੰਦਾ ਤਾਂ ਸਾਨੂੰ ਹੋਰ ਕੀ ਚਾਹੀਦਾ, ਜੇ ਇੰਨਾ ਕੁ ਕੰਮ ਹੋਵੇ। ਕਿਉਂਕਿ ਕੈਪਟਨ ਸਾਹਿਬ ਤਾਂ ਇਲਾਜ ਝੱਟ ਸੱਦ ਲੈਂਦੇ ਹੁੰਦੇ। ਪਿਛਲੀ ਵਾਰੀ 2003-4 ਦੇ ਵਿੱਚ ਪਾਣੀਆਂ ਵਾਲੇ ਮਤੇ ਤੇ ਵੀ ਤਾਂ ਕੰਮ ਚੱਕ ਕੇ ਹੀ ਦਿੱਤਾ ਸੀ। ਘਰੋਂ ਇਬਾਰਤ ਲਿਖ ਕੇ ਲਿਆਉਣੀ ਆ, ਉੱਥੇ ਸਾਰਿਆਂ ਨੇ ਕਹਿ ਦੇਣਾ। ਹੁਣ ਤਾਂ 2 ਹੀ MLA ਆ ਜਿਹੜੇ ਖਿਲਾਫ ਆ, ਬਾਕੀ ਤਾਂ ਸਾਰੇ ਹੀ ਹੱਕ ਦੇ ਆ। ਹੁਣ ਤਾਂ ਰੌਲਾ ਹੀ ਕੋਈ ਨਹੀਂ। ਜੇ ਇਦਾਂ ਹੁੰਦਾ ਤੇ ਇਹਦੇ ਤੋਂ ਸੁਖਾਲਾ ਹੱਲ ਕੋਈ ਨਹੀਂ। ਪਰ ਸੰਧਾਲੀਆ ਸਾਹਿਬ, ਮੈਂ ਮੁੜ ਕੇ ਤੁਹਾਨੂੰ ਵਿਆਹ ਦੇ ਲੈ ਕੇ ਚੱਲਿਆ। ਪਹਿਲਾਂ ਤਾਂ ਹੁੰਦਾ ਸੀ ਕਿ ਸਾਰਾ ਪਿੰਡ ਹੁੰਦਾ ਸੀ ਖੁੱਲਾ। ਜਦੋਂ ਦਾ ਡੀਜੇ ਆਇਆ ਤੇ ਡੀਜੇ ਦੇ ਮੂਹਰੇ ਫਲੋਰ ਹੁੰਦਾ ਥੋੜ੍ਹਾ ਜਿਹਾ, ਜਿੱਥੇ 20-25 ਭੰਗੜਾ ਗਿੱਧਾ ਪਾ ਸਕਦੇ ਹੁੰਦੇ ਆ। ਉਹ ਫਲੋਰ ਦੇ ਉੱਤੇ ਜਦੋਂ ਕਿਸੇ ਨੂੰ ਥਾਂ ਘੱਟ ਮਿਲੇ ਨਾ, ਉਹ ਬਾਅਦ 'ਚ ਪਤਾ ਲੱਗਦਾ, ਲੈ ਉਹ ਦੇਖੋ ਪਰਲੇ ਪਾਸੇ ਤਾਂ ਉਹ ਫੁੱਫੜ ਜੀ ਦਾ ਪਰੇ ਪਾਸੇ ਭੰਗੜਾ ਪਾਈ ਜਾਂਦੇ ਆ, ਨਾਲ ਆਪਣੇ ਜਿਹੜੇ ਲੈ ਕੇ ਆਏ ਸੀ 3-4 ਜਣੇ, ਉਹ ਫਲੋਰ ਤੋਂ ਬਾਹਰ ਹੋ ਕੇ। ਇੱਥੇ ਫਲੋਰ ਤੋਂ ਬਾਹਰ ਹੋ ਕੇ ਭੰਗੜਾ ਪਾਉਣ ਦੀ ਕੋਸ਼ਿਸ਼ ਹੈ। ਹੁਣ ਤੁਸੀਂ ਦੇਖੋ ਪਿਛਲੇ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਿੱਧੀ ਚੁਣੌਤੀ ਦਿੱਤੀ। ਉਹ ਕਹਿੰਦੇ ਬੀਜੇਪੀ ਨਾਲੋਂ ਸਮਝੌਤਾ ਤੋੜੋ, ਕੈਬਨਿਟ ਦੇ ਵਿੱਚੋਂ ਬਾਹਰ ਨਿਕਲ ਕੇ ਸਾਰਾ ਕੰਮ ਨਹੀਂ ਹੁੰਦਾ, ਸਮਝੌਤਾ ਤੋੜੋ। ਕੈਪਟਨ ਸਾਹਿਬ ਤੋੜਤਾ ਹੀ ਸਮਝੌਤਾ, ਮੰਨ ਲਓ। ਫਿਰ ਰੇਲਾਂ ਚੱਲ ਪਈਆਂ, ਫਿਰ ਰੇਲਾਂ ਰੁਕ ਗਈਆਂ, ਫਿਰ 3 ਕਾਨੂੰਨ ਜਿਹੜੇ ਪਾਸੇ ਹੋ ਗਏ। ਉਹਨਾਂ ਨੂੰ ਕੀ ਪ੍ਰਵਾਹ? 2 MP ਨੇ ਤੇ ਅਗਲਿਆਂ ਦੇ ਕੋਲੇ 40-45 ਵਾਧੂ ਨੇ, 50-60 ਵਾਧੂ ਨੇ। ਉਹਨਾਂ ਨੂੰ 2 ਦਾ ਕੀ ਹੈ? ਕੋਈ ਰੌਲਾ ਹੀ ਨਹੀਂ ਉਹਨਾਂ ਨੂੰ ਕਿਸੇ ਕਿਸਮ ਦਾ। ਤੇ 25 ਹੋਰ ਟੁੱਟ ਕੇ ਆਉਣ ਨੂੰ ਫਿਰਦੇ ਹੋਣੇ ਉਹਨਾਂ ਨਾਲ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਕਿ ਭਾਈ ਵਿਸ਼ੇਸ਼ ਇਜਲਾਸ ਸੱਦੋ, ਜਿਹੜਾ ਤੁਸੀਂ 2017 ਦੇ ਵਿੱਚ ਆ ਮੰਡੀਕਰਨ ਐਕਟ ਦੇ ਵਿੱਚ ਸੋਧ ਕੀਤੀ ਸੀ ਉਹ ਵਾਪਸ ਲਓ ਤੇ ਪੰਜਾਬ ਨੂੰ ਖੇਤੀ ਉਤਪਾਦਾਂ ਦੀ ਪ੍ਰਮੁੱਖ ਮੰਡੀ ਐਲਾਨ ਦਿਓ। ਕਾਰਨ 2 ਦੱਸੇ। ਉਹ ਕਹਿੰਦੇ ਜੇ ਤੁਸੀਂ ਇਹ ਕੰਮ ਕਰ ਦਿਓਗੇ ਨਾ, ਫਿਰ ਪਹਿਲਾ ਫਾਇਦਾ ਤੇ ਇਹ ਹੋਣਾ ਹੈ ਕਿ ਕੇਂਦਰ ਦੇ ਕਾਨੂੰਨ ਤੁਹਾਡੇ ਤੇ ਲਾਗੂ ਹੀ ਨਹੀਂ ਹੋਣੇ। ਠੀਕ ਹੈ ਜੀ। ਦੂਸਰਾ ਫਾਇਦਾ ਇਹ ਹੋਣਾ ਹੈ ਕਿ ਜਿਹੜਾ ਵੀ ਕੋਈ ਨਿੱਜੀ ਕੰਪਨੀ ਵਾਲਾ ਤੁਹਾਡੇ ਸੂਬੇ ਦੇ ਵਿੱਚ ਆ ਕੇ ਕੰਮ ਕਰਨਾ ਚਾਹੂਗਾ, ਤੁਹਾਡੀ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਚੱਲੂਗਾ। ਠੀਕ ਹੈ ਜੀ। ਇਹ ਜੇ ਦੋਨੇ ਕੰਮ ਹੋ ਜਾਣ ਤਾਂ ਫਿਰ ਤਾਂ ਪੰਜਾਬ ਬਚ ਗਿਆ, ਫਿਰ ਤਾਂ ਕਹਾਣੀ ਕੋਈ ਨਹੀਂ। ਕੈਪਟਨ ਸਾਹਿਬ ਕਾਹਤੋਂ ਨਹੀਂ ਕਰਦੇ? ਕੀ ਇਹਦੇ ਵਿੱਚ ਕੋਈ ਹੋਰ ਕੁੰਡੀ ਹੈ ਜਾਂ ਫਿਰ ਇਹ ਇਕੱਲੀਆਂ ਗੱਲਾਂ ਹੀ ਨੇ?
ਮੈਂ ਤਾਂ ਕਹਿੰਦਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕੁੰਡੀ ਲੱਭ ਪਈ ਹੈ ਤਾਂ ਸਾਡੇ ਕੋਲੇ ਇਦੋਂ ਸਸਤਾ ਸੌਦਾ ਕੋਈ ਨਹੀਂ। ਉਹਨਾਂ ਨੂੰ ਕਾਗਜ਼ ਪੱਤਰ ਲਿਆ ਕੇ ਪਾਈ ਦਿਖਾ ਦਿਓ ਕਿ ਭਾਈ ਆਹ ਸੰਵਿਧਾਨ ਕਹਿੰਦਾ ਹੈ, ਇਹਦੇ ਮੁਤਾਬਕ ਆ ਕੰਮ ਹੋ ਸਕਦਾ, ਫਿਰ ਕੇਂਦਰ ਤੁਹਾਡੇ ਉੱਤੇ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ, ਤੁਸੀਂ ਆਪਣੇ ਉਤਪਾਦਾਂ ਦੀ ਰਾਖੀ ਆਪ ਕਰ ਸਕਦੇ ਆ। ਹੁਣ ਅਸੀਂ ਤਾਂ ਮਾਹਿਰਾਂ ਨੂੰ ਵੀ ਚਾਹੁੰਦੇ ਆ ਕਿ ਭਾਈ ਤੁਹਾਨੂੰ ਅਸੀਂ ਰੋਜ਼ ਬੁਲਾ ਕੇ ਪੁੱਛਦੇ ਆ, ਜੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜਾ ਢੰਗ ਕੱਢਿਆ ਹੈ, ਜੇ ਉਹ ਅਪਲਾਈ ਕਰਨ ਵਾਲਾ ਹੈਗਾ ਹੈ, ਜੇ ਉਹ ਇੰਪਲੀਮੈਂਟ ਹੋ ਸਕਦਾ ਹੈ, ਫਿਰ ਤਾਂ ਕਮਾਲ ਦੀ ਗੱਲ ਹੈ। ਫਿਰ ਆ 4-5 ਸੂਬਿਆਂ ਦੀਆਂ ਸਰਕਾਰਾਂ ਖਿਲਾਫ ਕਾਹਤੋਂ ਨੇ? ਤਾਂ ਫਿਰ ਤਾਂ ਉਹਨਾਂ ਨੂੰ ਇਹ ਕੰਮ ਨਿਬੇੜ ਦੇਣਾ ਚਾਹੀਦਾ। ਇਹ ਤੇ ਬਹਿਸ ਚੱਲਣੀ ਚਾਹੀਦੀ ਹੈ ਸੰਧਾਲੀਆ ਸਾਹਿਬ। ਨਹੀਂ, ਬਿਲਕੁਲ ਚੱਲਣੀ ਚਾਹੀਦੀ ਆ, ਪਰ ਮੈਨੂੰ ਲੱਗਦਾ ਕਿ ਵੀ ਜਿਹੜਾ ਜਿਗਰਾ ਭਗਵੰਤ ਮਾਨ ਹੋਰਾਂ ਨੇ ਦਿਖਾਇਆ ਨਾ, ਉਹ ਸਾਰੇ ਲੀਡਰਾਂ ਨੂੰ ਦਿਖਾਉਣ ਦੀ ਲੋੜ ਆ। ਮੈਂ ਜ਼ਿਕਰ ਕਰਦਾ ਕਿ ਭਗਵੰਤ ਮਾਨ ਹੋਰਾਂ ਨੂੰ ਖਾਸ ਕਰਕੇ ਸੰਗਰੂਰ ਵਾਲੇ ਤਾਂ ਚੰਗੀ ਤਰ੍ਹਾਂ ਜਾਣਦੇ ਆ ਕਿ ਜਿੱਦਣ ਉਹ ਪਿੰਡ ਦੇ ਵਿੱਚ ਵੋਟਾਂ ਮੰਗਣ ਜਾਂਦੇ ਆ ਜਾਂ ਜਾਂਦੇ ਆ ਕਿਤੇ ਆਪਣਾ ਪ੍ਰਚਾਰ ਕਰਨ, ਤੇ ਉਹ ਇਹ ਨਹੀਂ ਵੇਖਦੇ ਵੀ ਮੈਂ ਟਰੈਕਟਰ ਤੇ ਚੜਿਆ, ਮੈਂ ਖੁਰਲੀ ਤੇ ਚੜਿਆ, ਮੈਂ ਕਿਸੇ ਰੇੜੇ ਤੇ ਬੈਠਾ ਜਾਂ ਘੜੋਕੇ ਤੇ ਹੀ ਆਵਾਜ਼ਾਂ ਦੇਈ ਜਾਣਾ ਜਾਂ ਹੋਰ ਕੁਛ ਨਹੀਂ, ਤੇ ਇੱਟਾਂ ਵਾਲਾ ਚੱਕਾ ਹੀ ਲੱਭ ਗਿਆ ਆਵਾਜ਼ ਦੇਣ ਨੂੰ ਜਾਂ ਪ੍ਰਚਾਰ ਕਰਨ ਨੂੰ। ਉਦਣ ਜੇ 2 ਬੰਦਿਆਂ ਦੇ ਖਿਲਾਫ ਪ੍ਰਚਾਰ ਕਰਦੇ ਸੀ ਤੇ ਇੱਕ ਉੱਥੇ ਜਿਹੜੇ ਇਸ ਵਕਤ ਪੰਜਾਬ ਦੇ ਸਿੱਖਿਆ ਮੰਤਰੀ ਸਿੰਗਲਾ ਸਾਹਿਬ ਤੇ ਦੂਸਰੇ ਪਾਸੇ ਢੀਂਡਸਾ ਸਾਹਿਬ, ਹੁਣ ਉਹਨਾਂ ਨੇ ਵੀ ਇਹ ਕਹਿਤਾ ਵੀ ਜਿਹੜੀ ਕਾਂਗਰਸ ਪਾਰਟੀ ਆ ਭਾਈ ਸਾਹਿਬ ਜੋ ਇਹ ਕੁਛ ਕਰਨਾ ਚਾਹੁੰਦੀ ਸਾਡੀ ਪਾਰਟੀ ਨੂੰ ਸਪੋਰਟ ਕਰਦੇ, ਤੇ ਸਿੰਗਲਾ ਸਾਹਿਬ ਉਹਨਾਂ ਨੂੰ ਇਸ ਚੀਜ਼ ਦੇ ਲਈ ਧੰਨਵਾਦ ਕਰੀ ਜਾਂਦੇ ਵੀ ਹਾਂਜੀ ਠੀਕ ਆ ਭਗਵੰਤ ਮਾਨ ਸਾਹਿਬ ਤੁਸੀਂ ਸਾਡਾ ਸਾਥ ਦਿੱਤਾ, ਇਹਦੇ ਲਈ ਤੁਹਾਡਾ ਧੰਨਵਾਦ। ਮੈਂ ਸਿਰਫ ਇੱਕ ਉਦਾਹਰਨ ਦਿੱਤੀ ਜਿੱਥੇ ਕੱਟੜ ਵਿਰੋਧਤਾ ਵੀ ਹੈ, ਜਿੱਥੇ ਆਪਾਂ ਇੱਕ ਦੂਸਰੇ ਨੂੰ ਭੰਡ ਕੇ ਵੋਟਾਂ ਲੈਂਦੇ ਹਾਂ, ਜੇ ਉੱਥੇ ਵੀ ਲੀਡਰ ਆਪਸ ਦੇ ਵਿੱਚ ਆ ਕੇ ਤੇ ਇਕੱਠੇ ਹੋਣ ਦੀ ਗੱਲ ਕਰਦੇ ਆ, ਤੇ ਫਿਰ ਮੇਰੇ ਖਿਆਲ ਨਾਲ ਜਿਹੜੇ ਵੱਡੇ ਲੀਡਰ ਨੇ ਜਿਹਨੇ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਨੇ, ਜਿਹਨਾਂ ਨੂੰ ਲੱਗਦਾ ਵੀ ਫਲਾਨੀ ਕੁਰਸੀ ਤੇ ਮੈਂ ਹੀ ਬਹਿਣਾ ਜੇ ਇਹ ਉੱਠਿਆ, ਤੇ ਉਹਨਾਂ ਨੂੰ ਵੀ ਮੇਰੇ ਖਿਆਲ ਨਾਲ ਹੋਰ ਕੁਛ ਨਹੀਂ ਤਾਂ 2-4 ਮਹੀਨੇ ਤਾਂ ਇਕੱਠੇ ਹੋ ਹੀ ਜਾਣਾ ਚਾਹੀਦਾ ਕਿ ਨਹੀਂ? ਕਿਉਂਕਿ ਜੇ ਇਕੱਠੇ ਹੋਣਗੇ ਤੇ ਲੋਕ ਵੱਜ ਜਾਣਗੇ, ਤੇ ਜੇ ਲੋਕ ਵੱਜ ਜਾਣਗੇ ਤੇ ਬਾਅਦ 'ਚ ਇਹਨਾਂ ਦੀ ਉੱਨ ਵੀ ਲਾਉਂਦੇ ਰਹੋ, ਜੇ ਲੋਕ ਹੀ ਨਾ ਬਚੇ ਤੇ ਫਿਰ ਉੱਨ ਕਿਹਦੀ ਲਾਉਣੀ ਆ? ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਜਦੋਂ ਮੁਕਾਬਲਾ ਹੋਇਆ ਸੀ ਨਾ, ਭਗਵੰਤ ਮਾਨ ਹੋਰੀ ਪਹਿਲੀ ਵਾਰੀ ਐਮਪੀ ਬਣੇ ਆ, ਉਦੋਂ ਉਸੇ ਸੰਗਰੂਰ ਤੋਂ ਸਿਟਿੰਗ ਐਮਪੀ ਵਿਜੇਂਦਰ ਸਿੰਗਲਾ ਹੀ ਸੀਗੇ, ਤੇ ਉਹ ਤੀਜੇ ਨੰਬਰ ਤੇ ਆਏ ਸੀ, ਜ਼ਮਾਨਤ ਜ਼ਬਤ ਹੋ ਗਈ ਸੀ। ਦੂਸਰੀ ਵਾਰੀ ਫਿਰ ਉਹਨਾਂ ਨੂੰ ਵਿਧਾਨ ਸਭਾ ਦੀ ਚੋਣ ਲੜੀ, ਜਿੱਤ ਗਿਆ, ਸਰਕਾਰ ਬਣ ਗਈ, ਮਿਨਿਸਟਰ ਬਣ ਗਿਆ, ਹੁਣ ਸੁੱਖ ਨਾਲ ਐਜੂਕੇਸ਼ਨ ਡਿਪਾਰਟਮੈਂਟ ਮਿਲ ਗਿਆ। ਦੇਖੋ, ਜੇ ਲੀਡਰ ਵੱਡਾ ਜਿਗਰਾ ਦਿਖਾਉਂਦੇ ਆ ਨਾ, ਦੋਵਾਂ ਨੇ ਵੱਡਾ ਜਿਗਰਾ ਦਿਖਾਇਆ, ਵਧੀਆ ਗੱਲ ਹੈ, ਇੱਕ ਪਲੇਟਫਾਰਮ ਦੇ ਉੱਤੇ ਆਉਣਾ ਚਾਹੀਦਾ। ਪਰ ਰੌਲਾ ਸੰਧਾਲੀਆ ਸਾਹਿਬ ਇਹ ਨਾ ਸਾਰੇ ਹੀ ਕਹੀ ਜਾਂਦੇ ਆ, ਕਈ ਵਾਰੀ ਥਾਣੇ ਗਈ ਹੋਵੇ ਨਾ ਪੰਚਾਇਤ, 2 ਪਿੰਡਾਂ ਦਾ ਝਗੜਾ ਹੋਵੇ, ਉੱਥੇ ਸਾਰੇ ਲੈ ਜੀ ਲੜਾਈ 'ਚ ਕੀ ਰੱਖਿਆ, ਲੜਾਈ 'ਚ ਕੁਝ ਨਹੀਂ ਰੱਖਿਆ, 7-8 ਉਦਾਹਰਨਾਂ ਦੇਣਗੇ, ਫਲਾਨੇ ਪਿੰਡ 'ਚ ਲੜਾਈ ਹੋਈ ਸੀ, ਵੱਜ ਗਿਆ ਦੋਨੇ ਟੱਬਰ, ਕੱਖ ਵੀ ਨਹੀਂ ਪੱਲੇ ਪਿਆ, ਜ਼ਮੀਨਾਂ ਵਿਕ ਗਈਆਂ, ਵਕੀਲ ਲੈ ਗਿਆ, ਫਲਾਨੇ ਲੈ ਗਏ, ਆਹ ਲੈ ਗਏ, ਪਰ ਅੰਦਰੋਂ ਅੰਦਰ ਹੀ ਗੱਲ ਕਰਕੇ ਆਏ ਹੁੰਦੇ ਪਰਚੇ 'ਚ ਫਲਾਨੇ ਦਾ ਨਾਂ ਜ਼ਰੂਰ ਪਾਉਣਾ, ਉਹ ਜਿਹੜਾ ਬਹੁਤ ਤੜਫਦਾ ਨਾ ਉਹਦੇ ਪੁੱਤ ਦਾ ਨਾਂ ਪਵਾਓ, ਫਲਾਨੇ ਦੇ ਇਹਦਾ ਭਤੀਜੇ ਦਾ ਨਾਂ ਪਵਾਓ, ਆਹ 7-8 ਬਣਾਓ, ਉਹਨਾਂ ਦੇ ਵੀ 7-8 ਵਜੇ ਹੋਣਗੇ, ਸਮਝੌਤਾ ਫੇਰ ਹੁੰਦਾ। ਜੇ ਤਾਂ ਅਸੀਂ ਉੱਪਰੋਂ ਗੱਲਾਂ ਹੋਰ ਕਰਨੀਆਂ ਤੇ ਵਿੱਚੋਂ ਹੋਰ ਕਰਨੀਆਂ ਫੇਰ ਔਖਾ, ਤੇ ਜੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਪੰਜਾਬ ਦਾ ਕਿਸਾਨ ਬਚੇ ਤਾਂ ਫੇਰ ਗੱਲ ਦੂਸਰੀ ਹੈ। ਸੰਧਾਲੀਆ ਸਾਹਿਬ, ਜਿੰਨੀਆਂ ਵੀ ਪਾਰਟੀਆਂ ਨੇ ਜੇ ਤਾਂ ਇੱਕ ਥਾਂ ਦੇ ਉੱਤੇ ਅਜੇ ਆ ਜਾਣਗੀਆਂ, ਮੈਂ ਕਹਿੰਦਾ ਕਿ ਅੱਜ ਚੱਲ ਜਾਣ ਰਾਸ਼ਟਰਪਤੀ ਦੇ ਕੋਲ, ਉਧਰੋਂ ਭਗਵੰਤ ਮਾਨ ਸਾਹਿਬ ਚੱਲ ਜਾਣ, ਸਾਰੀਆਂ ਪਾਰਟੀਆਂ ਦੇ ਪ੍ਰਧਾਨ ਚੱਲ ਜਾਣ, ਇੱਕੋ ਹੀ ਸਮੂਹ ਕਰ ਲੈਣ। ਭੇਜੋਗੇ ਸਮੂਹ? ਪਹਿਲਾਂ ਇਹ ਗੱਲ ਦੱਸੋ। ਨਹੀਂ, ਸਮੂਹ ਤਾਂ ਮੈਂ ਵੇਚਤੀ ਮਾਰੇ, ਕੀ ਕਰੀਏ, ਤੁਸੀਂ ਬਾਹਰ ਚੱਲ ਗਏ, ਤੇ ਜਿਹੜੀ ਮੈਂ ਟੈਰ ਟੂਰ ਲਾ ਕੇ ਪੱਠੇ ਪੁੱਠੇ ਪਾਉਣਾ ਤੁਹਾਡੀ ਕੱਟੀ ਨੂੰ, ਉਹ ਵੀ ਸੁੱਖ ਨਾਲ ਚਲੋ ਝੂਟੀ ਬਣ ਗਈ, ਉਹ ਵੀ ਵੇਚਤੀ ਜੀ। ਇੱਕ ਬੱਸ ਦਾ ਤੁਸੀਂ ਲਾਰਾ ਮੈਨੂੰ ਲਾਇਆ ਸੀ ਹਜ਼ੂਰ ਨੇ, ਉਹ ਤੁਸੀਂ ਆਪ ਉਧਰ ਚਲੇ ਗਏ ਤੇ ਹੁਣ ਤਾਂ ਬੱਸ ਵੀ ਨਹੀਂ ਪੈਣੀ ਜੀ। ਮੈਂ ਹੁਣ ਦੱਸੋ ਕੀ ਕਰਦੇ ਜੀ? ਹਾਂ, ਇੰਨਾ ਜ਼ਰੂਰ ਹੈ ਵੀ ਜੇ ਮਹਾਰਾਜ ਜੋ ਜਾਣਗੇ ਤੇ ਮੈਂ ਨਾਲ ਸਾਈਕਲ ਸੂਕਲ ਤੇ ਬਹਿ ਜਾਊਂਗਾ, ਇਦਾਂ ਤਾਂ ਕਰ ਸਕਦਾ ਜੀ। ਨਹੀਂ, ਤੁਸੀਂ ਇਹ ਵੀ ਕਹਿਣਾ ਹੁਣ ਤੁਹਾਡਾ ਭਾਰ ਕੌਣ ਖਿੱਚੂਗਾ, ਰੌਲਾ ਤੇ ਇਸ ਗੱਲ ਦਾ ਵੀ ਪੈਣਾ। ਨਹੀਂ, ਜੇ ਸਾਈਕਲ ਆਪ ਚਲਾਓ ਸਰ ਮੈਂ ਚਲਾਉਂ ਜੀ ਸਾਈਕਲ ਸਰ, ਬਸ। ਨਹੀਂ, ਪੰਜਾਬ ਲਈ ਇੰਨੀ ਕੁ ਉਮੀਦ ਤੁਹਾਡੇ ਤੋਂ ਹੈਗੀ ਆ, ਤੁਸੀਂ ਸਾਈਕਲ ਚਲਾਓਗੇ। ਮੈਂ ਤਾਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਚਲੇ ਜਾਣ, ਉਧਰੋਂ ਅਸ਼ਵਨੀ ਸ਼ਰਮਾ ਸਾਹਿਬ ਚਲੇ ਜਾਣ ਬੀਜੇਪੀ ਵਾਲੇ, ਭਗਵੰਤ ਮਾਨ ਚਲੇ ਜਾਣ, ਢੀਂਡਸਾ ਸਾਹਿਬ ਪ੍ਰਧਾਨ ਆ, ਬ੍ਰਹਮਪੁਰਾ ਸਾਹਿਬ ਪ੍ਰਧਾਨ ਆ, ਉਧਰਲੇ ਪਾਸਿਓਂ ਭਗਵੰਤ ਮਾਨ ਸਾਹਿਬ ਪ੍ਰਧਾਨ ਆ, ਜਿੰਨੇ ਪਾਰਟੀਆਂ ਦੇ ਪ੍ਰਧਾਨ ਨੇ, ਖਹਿਰਾ ਸਾਹਿਬ ਨੂੰ ਵੀ ਲੈ ਜਾਣ, ਕੋਈ ਗੱਲ ਨਹੀਂ, ਉਹ ਸਾਰੇ ਪ੍ਰਧਾਨ ਚਲੇ ਜਾਣ, ਗਾਂਧੀ ਸਾਹਿਬ ਨੂੰ ਲੈ ਜਾਣ, ਚੰਗੇ ਪੜ੍ਹ ਲਿਖ ਕੇ ਉਹ ਗੱਲ-ਗੁਲ ਕਰਦੇ ਹੁੰਦੇ ਆ, ਉਧਰੋਂ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੂੰ ਵੀ ਲੈ ਜਾਣ, ਅਗਲਿਆਂ ਨੂੰ ਪਤਾ ਤਾਂ ਲੱਗੇ ਸਾਰੇ ਆਏ ਆ, ਸਾਰੇ ਹੀ ਚਾਹੁੰਦੇ ਆ। ਅਸੀਂ ਕੋਈ ਬੰਦਾ ਬੁੱਧਵਾਰ ਨੂੰ ਤੁਰਿਆ, ਕੋਈ ਬੰਦਾ ਵੀਰਵਾਰ ਨੂੰ ਤੁਰਿਆ, ਉਹ ਸਵੇਰੇ ਉੱਠ ਕੇ ਦੇਖ ਲੈਂਦੇ ਉਹਨੇ ਕਿੰਨੇ ਵਜੇ ਜਾਣਾ, 12 ਵਜੇ, ਆਪਣਾ 4 ਵਜੇ ਰੱਖੋ, 4 ਵਜੇ ਸਾਰੇ ਮੀਡੀਆ ਨੂੰ ਕਹਿ ਦਿਓ ਉੱਥੇ ਸਾਰੇ ਬੰਦੇ ਪਹੁੰਚਣੇ ਚਾਹੀਦੇ ਆ। ਆਪਾਂ ਉਧਰਲੇ ਪਾਸੇ ਨੂੰ ਜਾਈਏ ਨਾ ਜਾਈਏ, ਮੀਡੀਆ ਨੂੰ ਐਡਰੈਸ ਪਹਿਲਾਂ ਕਰਨਾ ਹੈ ਕਿ ਅਸੀਂ ਪੰਜਾਬ ਹਤੈਸ਼ੀਆਂ, ਇਹ ਕੰਮ ਨਹੀਂ ਚੱਲਣਾ। ਦੇਖੋ ਬਾਠ ਸਾਹਿਬ, ਗੱਲ ਇਹ ਆ ਵੀ ਤੁਸੀਂ ਨਾ ਮੇਰਾ ਲਾਈ ਜਾਂਦੇ ਰਹਿੰਦੇ ਆ ਵੀ ਹਾਂ ਵੀ ਲੀਡਰਾਂ ਨਾਲ ਤੁਸੀਂ ਰਹਿੰਦੇ ਆ, ਹਾਂ ਕਿਹੜਾ ਟਾਈਮ ਕਦੋਂ ਕਿਵੇਂ ਕਿੱਥੇ ਕਿਵੇਂ ਗਿਣਨਾ ਮਿਥਣਾ, ਇਹ ਸਾਰੀਆਂ ਗੱਲਾਂ ਤੇ ਤੁਸੀਂ ਆਪ ਦੱਸੀ ਜਾਂਦੇ, ਇਹ ਪਤਾ ਤੇ ਆਪੇ ਹੀ ਲੱਗ ਜਾਂਦਾ ਵੀ ਅਸਲੀ ਸਲਾਹਕਾਰ ਕਿਹੜਾ ਬੰਦਾ ਲੀਡਰਾਂ ਦਾ।
ਉਹ ਤੁਹਾਡੇ ਕੋਲੋਂ ਨਾ ਤਕਾਲਾਂ ਨੂੰ ਦੱਸ ਹੋ ਜਾਂਦਾ ਕਿ ਯਾਰ ਮੈਨੂੰ ਵੀ ਅੱਜ ਆਹ ਗੱਲ ਉੱਥੇ ਹੋਈ ਆ, ਫਿਰ ਤੁਹਾਨੂੰ ਭੁੱਲ ਜਾਂਦਾ ਚੇਤਾ, ਕਿਉਂਕਿ ਤੁਹਾਡੇ ਕੋਲ ਕੰਮ ਬੜੇ ਹੁੰਦੇ ਆ। ਸਵੇਰੇ ਤਾਂ ਮਜਮਾ ਲੱਗਾ ਫਲਾਣੇ ਲੀਡਰ ਤੋਂ ਆਹ ਕੰਮ ਕਰਾ ਦਿਓ, ਤੁਹਾਨੂੰ ਚੇਤਾ ਭੁੱਲਿਆ, ਤੁਸੀਂ ਮੈਨੂੰ ਦੱਸ ਬੈਠੇ ਹੋ। ਚਲੋ ਜਿੱਦਾਂ ਮਰਜ਼ੀ ਹੋ ਗਿਆ ਬਾੜ ਸਾਹਿਬ, ਪਰ ਇੰਨਾ ਜ਼ਰੂਰ ਹੈ ਵੀ ਇਹ ਤਾਂ ਗੱਲ ਨਜ਼ਰ ਆਉਣ ਲੱਗ ਪਈ ਕਿ ਜਿਹੜੇ ਪੰਜਾਬ ਦੇ ਸੋ ਕਾਲਡ ਸੁਹਿਰਦ ਲੀਡਰ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨੇ, ਇਸ ਵਕਤ ਅਸੀਂ ਇਹ ਤੁਹਾਨੂੰ ਓਪਨਲੀ ਕਹਿ ਰਹੇ ਹਾਂ, ਉਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਰਾਜਨੀਤੀ ਚਮਕਾਉਣ ਨਾਲ ਮਤਲਬ ਹੈ। ਜੇ ਉਹਨਾਂ ਨੂੰ ਇਹ ਹੈ ਕਿ ਵੀ ਜੇ ਕੁਝ ਹੁੰਦਾ, ਜੇ ਕੁਝ ਚੇਂਜ ਆਉਂਦੀ ਹੈ ਤਾਂ ਉਹ ਚੇਂਜ ਮੇਰੇ ਨਾਲ ਲੱਗਣੀ ਚਾਹੀਦੀ ਹੈ, ਉਹ ਕੋਈ ਦੂਜਾ ਉਹਦਾ ਕ੍ਰੈਡਿਟ ਨਾ ਲੈ ਜੇ। ਇਹ ਇਸ ਵਕਤ ਦੌੜ ਚੱਲ ਰਹੀ ਹੈ, ਤੇ ਜੇ ਇਹ ਇੱਦਾਂ ਹੀ ਚੱਲਦੀ ਰਹੀ ਤੇ ਆਪਾਂ ਭੁੱਲ ਜਾਈਏ ਕਿ ਜਿਹੜਾ ਕੋਈ ਮਾੜਾ ਮੋੜ ਤਰੀਕਾ, ਭਾਵੇਂ ਪ੍ਰਮੁੱਖ ਮੰਡੀ ਦਾ, ਭਾਵੇਂ ਗ੍ਰਾਮ ਸਭਾਵਾਂ ਦੇ ਮਤਿਆਂ ਦਾ, ਭਾਵੇਂ ਬਾਅਦ 'ਚ ਅਦਾਲਤੀ ਕੇਸਾਂ ਦਾ, ਜਾਂ ਕੋਈ ਵੀ ਤਰੀਕਾ ਹੈ, ਉਹ ਕੋਈ ਵੀ ਕਾਰਗਰ ਨਹੀਂ ਹੋਣਾ, ਕਾਮਯਾਬ ਨਹੀਂ ਹੋਣਾ। ਇੱਕ WhatsApp ਇੱਥੇ ਹੁਣ ਆਪਾਂ ਉਸ ਪਾਰਟੀ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਤੁਸੀਂ 2 MLA ਗਿਣਾਉਂਦੇ ਹੋ ਤੇ 2 ਤੁਸੀਂ MP ਗਿਣਾਉਂਦੇ ਹੋ। ਉਹ ਇਸ ਵਕਤ ਲੱਗੇ ਹੋਏ ਆ ਕਿ ਭਾਈ ਸਾਹਿਬ ਇਹਦਾ ਚੀਜ਼ ਹੀ ਬਹੁਤ ਵਧੀਆ, ਲੀਡਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਆ। ਮੰਨਦੇ ਹੋ ਤਾਂ? ਦੇਖੋ, ਮੈਂ ਪਹਿਲਾਂ ਸੋਧ ਕਰਨੀ ਚਾਹਾਂਗਾ ਕਿ 2 MLA, 2 MP, 2 MPਆਂ ਦੇ ਵਿੱਚੋਂ 1 ਮੰਤਰੀ, ਕਿਉਂਕਿ ਉਹ ਜਿਹੜੀ ਉੱਪਰਲੀ ਗੱਲ ਹੁੰਦੀ ਹੈ ਨਾ, ਨਹੀਂ ਫਿਰ ਜਿਨ੍ਹਾਂ ਦੇ ਕੋਲੇ ਜਾਂਦੀਆਂ, ਫਿਰ ਇਹ ਮੈਂ ਇੱਕ ਹੋਰ ਸੋਧ ਕਰਨੀ ਚਾਹਾਂਗਾ। ਮੈਂ ਲੀਡਰ ਨਾਲੋਂ ਘੱਟ ਆ ਜੀ, ਕਰੋ। ਇੱਕ ਬੰਦਾ ਜਿਹੜਾ ਇਲੈਕਸ਼ਨ ਹਾਰਿਆ ਹੋਇਆ, ਉਹ ਵੀ ਪੰਜਾਬ ਵਾਲੇ ਖਾਤੇ 'ਚੋਂ ਮੰਤਰੀ ਆਇਆ, ਸਰਦਾਰ ਦਾ ਨਾਂ ਚੇਤੇ? ਕੀ ਬਾਤ ਹੈ, ਕੀ ਬਾਤ ਹੈ। ਨਹੀਂ ਬਿਲਕੁਲ ਆਇਆ ਚੇਤੇ। ਦੇਖੋ, ਸਾਡੇ ਵਰਗੇ ਨੇ ਤਾਂ ਦਿੱਲੀ ਵੀ ਉਦੋਂ ਜਾਣਾ ਹੁੰਦਾ ਜਦੋਂ ਕਿਸੇ ਬਾਹਰ ਲੋਏ ਰਿਸ਼ਤੇਦਾਰ ਨੂੰ ਲੈਣ ਜਾਣਾ ਜਾਂ ਕਿਤੇ ਆਪ ਜਾਣਾ। ਤੁਹਾਡਾ ਜਾਨੀ ਆਉਣ ਜਾਣ ਰਹਿੰਦਾ, ਕਿਉਂਕਿ ਉਹ ਕਿਹੜਾ ਮੁੜ ਕੇ ਆਏ। ਆ ਜਿਹੜੀਆਂ ਸਾਰੀਆਂ ਗੱਲਾਂ ਤੁਹਾਨੂੰ ਪਤਾ, ਇਹਦਾ ਮਤਲਬ ਦਿੱਲੀ ਦਰਬਾਰ 'ਚ ਆਉਣੀ ਜਾਣੀ ਹੈ ਤੁਹਾਡੀ। ਲੈ ਦੱਸੋ, ਖੋਲਦੇ ਆ ਪਰਤਾਂ ਤੁਹਾਡੀਆਂ। ਉਹ ਤਾਂ ਸਾਰਿਆਂ ਨੂੰ ਪਤਾ ਸਾਹਿਬ ਜੀ ਵੀ ਜਿਹੜਾ ਅੰਮ੍ਰਿਤਸਰ ਹੈ, ਦੇਖੋ ਗੱਲ ਸੁਣੋ, ਆਪਾਂ ਇੱਕ ਕਲੀਅਰ ਕਰਦੇ ਵੀ ਅੰਮ੍ਰਿਤਸਰੋਂ ਭਾਜਪਾ ਦਾ ਜੇ MP ਨਾ ਜਿੱਤੇ ਤੇ ਉਹ ਸਾਰੇ ਨੂੰ ਮੰਤਰੀ ਬਣਾਉਣ ਦਾ ਰਿਵਾਜ ਹੈ। ਪਿਛਲੀ ਵਾਰਾਂ ਜਿਨ੍ਹਾਂ ਨੂੰ ਬਣਾਇਆ ਸੀ ਉਹ ਵੀ ਪਤਾ, ਐਤਕੀ ਜਿਹਨਾਂ ਨੂੰ ਬਣਾਇਆ ਲੋਕਾਂ ਨੂੰ ਉਹ ਵੀ ਪਤਾ। ਮੈਂ ਤਾਂ ਜਸਟ ਚੇਤਾ ਕਰਾਇਆ ਯਾਰ, ਤੁਸੀਂ ਐਵੇਂ ਮੇਰਾ ਨਾਂ ਲਈ ਜਾਂਦੇ ਹੋ। ਨਹੀਂ ਚਲੋ ਠੀਕ ਹੈ ਜੀ। ਹੁਣ ਆਪਾਂ ਉਹਨਾਂ ਦੀਆਂ ਐਨਕਾਂ ਲਾ ਕੇ ਦੇਖ ਲੈਨੇ। ਦੇਖੋ, ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਆ, ਸੰਗਰੂਰ ਬਰਨਾਲੇ ਵਾਲੇ ਪਾਸੇ ਪ੍ਰੈਸ ਕਾਨਫਰੰਸ ਕਰਦੇ ਸੀ, ਕਿਸਾਨਾਂ ਵਿਰੋਧ ਕਰਤਾ। ਮੈਂ ਤਾਂ ਕਹਿੰਦਾ ਕਿ ਗੱਲ ਰੱਖਣੀ ਚਾਹੀਦੀ ਹੈ। ਹੁਣ ਅੰਮ੍ਰਿਤਸਰ ਵਾਲੇ ਪਾਸਿਓਂ ਇੱਕ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ, ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਨੇ, ਵੱਡੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਵੀ ਉਹਨਾਂ ਦੇ ਕੋਲੇ ਵੱਡੇ ਅਹੁਦੇ ਨੇ, ਰਜਿੰਦਰ ਮੋਹਨ ਸਿੰਘ ਛੀਨਾ। ਹੁਣ ਉਹਨਾਂ ਨੇ ਵੀ ਆਖਿਆ ਤੇ ਬੀਜੇਪੀ ਦੇ ਬਾਕੀ ਲੀਡਰਾਂ ਆਖਿਆ, ਉਹ ਕਹਿੰਦੇ ਬਿਲਕੁਲ ਗਲਤ ਗੱਲ ਹੈ। ਇਹ ਕਾਨੂੰਨ ਜਿਹੜੇ 3 ਬਣੇ ਆ ਬੜੇ ਚੰਗੇ ਆ। ਉਹਨਾਂ ਇਹ ਵੀ ਕਿਹਾ ਸੀ, ਮੈਂ ਖੁਦ ਕਿਸਾਨ ਆ, ਮੈਂ ਇਹਨੂੰ ਚੰਗੀ ਤਰ੍ਹਾਂ ਪੜ੍ਹਿਆ, ਰਾਤ 1-1:30 ਵਜੇ ਤੱਕ ਜਾਗ ਕੇ ਪੜ੍ਹਿਆ, ਮੇਰੇ ਮਨ 'ਚ ਤੌਖਲਾ ਸੀ। ਉਹ ਕਹਿੰਦੇ ਪਹਿਲਾਂ ਰੋਟੀ ਖਾਣੀ ਹੁੰਦੀ ਅਸੀਂ, ਸਿਆਸੀ ਪਾਰਟੀਆਂ ਬਾਅਦ 'ਚ, ਪਰ ਮੈਨੂੰ ਤਾਂ ਕਹਿੰਦੇ ਬੜੇ ਚੰਗੇ ਲੱਗੇ ਆ। ਉਹਨਾਂ ਨੇ 1-2 ਵਿਦਵਾਨਾਂ ਦੇ ਨਾਂ ਲੈ ਕੇ ਉਹ ਵੀ ਹੱਕ 'ਚ ਨੇ, ਉਹ ਵੀ ਹੱਕ 'ਚ ਨੇ। ਇਸ ਕਰਕੇ ਉਹ ਕਹਿੰਦੇ ਦੇਖੋ, ਕਿਸਾਨ ਦੀ ਕਿਸਮਤ ਬਦਲ ਜੂ। ਆ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਹ ਕਹਿੰਦੇ ਗੁੰਮਰਾਹ ਕਰ ਰਹੀਆਂ। ਜਦੋਂ ਪੁੱਛਿਆ ਅਕਾਲੀ ਦਲ, ਉਹ ਕਹਿੰਦੇ ਸਾਡੇ ਨਾਲ ਹੀ ਸੀ, ਸਾਡੇ ਨਾਲ ਹੀ ਸੀ, ਪਤਾ ਨਹੀਂ ਖਿਲਾਫ ਕਿਉਂ ਹੋ ਗਏ। ਇਦਾਂ ਨਹੀਂ ਹੋਣਾ ਚਾਹੀਦਾ। ਹੁਣ ਬੀਜੇਪੀ ਵਾਲੇ ਘਰ ਘਰ ਪੁੱਜਣ ਨੂੰ ਫਿਰਦੇ ਆ। ਇਹ ਨਹੀਂ ਪਤਾ ਕਿ ਉਹਨਾਂ ਦੇ ਖੜਕਾਇਆਂ ਦੇ ਉੱਤੇ ਕੁੰਡਾ ਕਿੰਨਿਆਂ ਨੇ ਖੋਲਣਾ, ਪਰ ਅਗਲੇ ਕਹਿੰਦੇ ਕਿ ਅਸੀਂ ਘਰ ਘਰ ਜਾ ਕੇ ਭਾਈ ਦੱਸਾਂਗੇ ਕਿ ਇਹ ਕਾਨੂੰਨ ਤੁਹਾਡੇ ਲਾਹੇ ਦੇ ਆ, ਕਿਉਂਕਿ ਸਾਨੂੰ ਮਿਲਣਾ ਸੀ ਇਹਦਾ ਲਾਭ। ਸਾਰੀਆਂ ਪਾਰਟੀਆਂ ਇਸ ਕਰਕੇ ਵਿਰੋਧ ਕਰਦੀਆਂ, ਹੋਰ ਕਾਰਨ ਕੋਈ ਨਹੀਂ। WhatsApp ਮੈਂ ਚਾਹੁੰਦਾ ਹਾਂ ਕਿ ਜਿਹੜੀ ਚੀਜ਼ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਬੀਜੇਪੀ, ਆਪਾਂ ਕੁਝ ਸਮੇਂ ਲਈ ਮੰਨ ਲਈਏ ਕਿ ਮੰਨ ਲਓ ਬੀਜੇਪੀ ਜੋ ਕਹਿੰਦੀ ਹੈ ਉਹ ਸਹੀ ਕਹਿੰਦੀ ਹੈ, ਵੀ ਠੀਕ ਹੈ ਜੀ, ਬੀਜੇਪੀ ਵਾਲੇ ਬੰਦੇ ਸਿਆਣੇ ਨੇ। ਜੇ ਪੂਰੇ ਇੰਡੀਆ ਦੇ ਵਿੱਚੋਂ ਇੰਨੀ ਵੱਡੀ ਪੱਧਰ ਤੇ ਉਹਨਾਂ ਦੇ MP ਸਾਹਿਬਾਨ ਜਿਤਾ ਕੇ ਭੇਜੇ ਨੇ, ਏਡਾ ਵੱਡਾ ਬਹੁਮਤ ਹੈ ਉਸ ਪਾਰਟੀ ਦੇ ਕੋਲ। ਵੱਖ-ਵੱਖ ਸਟੇਟਾਂ ਦੀ ਆਪਾਂ ਗੱਲ ਕਰ ਲਈਏ, ਉੱਥੇ ਉਹਨਾਂ ਦੀ ਸਰਕਾਰ ਹੈ। ਆਉਣ ਵਾਲੀਆਂ ਜਿਹੜੀਆਂ 2-4 ਸਟੇਟਾਂ ਨੇ, ਉਹ ਕਹਿੰਦੇ ਇਹਦੇ 'ਚ ਵੀ ਆਪਾਂ ਮਾਂਜਾ ਮਾਰ ਦੇਣਾ, ਹੁੰਜਾ ਫੇਰ ਦੇਣਾ। ਤੇ ਫਿਰ ਇਹਦਾ ਮਤਲਬ ਉਹਨਾਂ ਦੇ ਕੋਲ ਜਿਹੜੀਆਂ ਨੀਤੀਆਂ ਨੇ ਜਾਂ ਜਿਹੜਾ ਕੋਈ ਰੋਡ ਮੈਪ ਹੈ, ਉਹ ਕਿਤੇ ਨਾ ਕਿਤੇ ਪਹੁੰਚਦਾ ਹੀ ਹੋਊਗਾ ਜਾਂ ਪਹੁੰਚਾਉਂਦਾ ਹੀ ਹੋਊਗਾ ਮੁਲਕ ਨੂੰ। ਤੇ ਫਿਰ ਐਵੇਂ ਪੰਜਾਬ ਵਾਲੇ ਲੱਤਾਂ ਡਾਈ ਜਾਣ। ਮੈਂ ਇਹ ਥੋੜੇ ਸਮੇਂ ਲਈ ਗੱਲ ਕਰ ਰਿਹਾ ਕਿ ਪੰਜਾਬ ਵਾਲੇ ਲੱਤਾਂ ਨਾ ਡਾਉਣ, ਫਿਰ ਇੱਕ ਵਾਰ ਉਹਨਾਂ ਨੂੰ ਕਰ ਲੈਣ ਦੇਣ। ਮੈਂ ਚਾਹੁੰਦਾ ਆਪਾਂ ਬੀਜੇਪੀ ਦੀ ਵੀ ਮੰਨ ਕੇ ਵੇਖ ਲਈਏ, ਥੋੜਾ ਜਿਹਾ ਸਮਝਾਓ ਹੋ ਜਰਾ ਵੀ ਜੇ ਆਪਾਂ ਉਹਨਾਂ ਦੇ ਹਿਸਾਬ ਨਾਲ ਹੀ ਚੱਲਦੇ ਹਾਂ ਤੇ ਫਿਰ ਕੀ ਤਸਵੀਰ ਹੋਊ ਪੰਜਾਬ ਦੀ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਕੇਂਦਰ ਦੇ ਵਿੱਚ ਉਹਨਾਂ ਦੀ ਚੁਣੀ ਹੋਈ ਸਰਕਾਰ ਹੈ, ਗੁਆਂਢ ਦੇ ਵਿੱਚ ਹਰਿਆਣੇ 'ਚ ਸਰਕਾਰ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਕਾਰ ਹੈ, ਰਾਜਸਥਾਨ 'ਚ ਬਣਾਉਂਦੇ ਰਹਿ ਗਿਆ ਸਰਕਾਰ, ਹੋਰ ਸਾਰੇ ਪਾਸਿਆਂ 'ਚ ਉਹਨਾਂ ਦੀਆਂ ਬਹੁਤ ਸਰਕਾਰਾਂ ਨੇ। ਯੂਪੀ ਦੇ ਵਿੱਚ ਜਿੱਥੇ ਖੇਤੀਬਾੜੀ ਹੁੰਦੀ ਹੈ ਉੱਥੇ ਉਹਨਾਂ ਦੀ ਸਰਕਾਰ ਹੈ, ਬਿਹਾਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ। ਕਈ ਪਾਸੇ ਮੈਂ ਇਹ ਖਾਸ ਤੌਰ ਤੇ ਨਾਂ ਲਏ ਆ, ਇਸ ਕਰਕੇ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ, ਜਿਹੜੀ ਗੱਲ ਉਹ ਕਹਿੰਦੇ ਅਸੀਂ ਇਗਨੋਰ ਥੋੜੀ ਕਰ ਸਕਦੇ ਹਾਂ। ਉਹਨਾਂ ਦਾ ਪੱਖ ਸੁਣਨਾ ਵੀ ਚਾਹੀਦਾ, ਉਹ 'ਤੇ ਵਿਚਾਰ ਬਹੁਤ ਜ਼ਰੂਰੀ ਆ। ਆਪਾਂ ਹੁਣ ਜਿਵੇਂ ਤੁਸੀਂ ਕਿਹਾ ਕਿ ਮੰਨ ਲੈਂਦੇ ਆ, ਚਲੋ ਆਪਾਂ ਬੀਜੇਪੀ ਦੀਆਂ ਐਨਕਾਂ ਲਾ ਕੇ ਦੇਖਦੇ ਹਾਂ। ਮੈਂ ਕਹਿੰਦਾ ਕਿ ਠੀਕ ਹੈ, ਖੁੱਲ੍ਹਾ ਮੁਕਾਬਲਾ ਹੋਏਗਾ, ਪੰਜਾਬ ਦੇ ਕਿਸਾਨ ਨੂੰ ਵੱਧ ਪੈਸੇ ਮਿਲਣਗੇ ਉਹਦੀ ਫਸਲ ਦੇ। ਇਹੀ ਤਾਂ ਚਾਹੁੰਦੇ ਆ, ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਫਸਲ ਦੇ ਪੈਸੇ ਵੱਧ ਮਿਲਣ। ਪਰ ਪੰਜਾਬ 'ਚ ਤਾਂ ਹੋ ਸਕਦਾ ਕਿ ਉਹਨਾਂ ਦੀ ਤਾਕਤ ਘੱਟ ਆ,
ਪਰ ਹਰਿਆਣੇ 'ਚ ਤਾਕਤ ਤਾਂ ਨਹੀਂ ਘੱਟ। ਹਰਿਆਣੇ ਦੇ ਵਿੱਚ ਕਿਸਾਨ ਉੱਠ ਕੇ ਕਿਉਂ ਖੜਾ ਹੋਇਆ? ਉਹ ਕਿਉਂ ਬਾਰ-ਬਾਰ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਕਹੀ ਜਾਂਦੇ ਆ ਕਿ ਭਾਈ ਤੂੰ ਅਸਤੀਫਾ ਦੇ, ਕਿਸਾਨਾਂ ਦੇ ਹਿਤੈਸ਼ੀ ਥੋੜੀ ਹੋਇਆ ਫਿਰ ਤੂੰ? ਉਹ ਕਿਉਂ ਥਾਂ-ਥਾਂ ਤੇ ਕਦੇ ਕੁਰਕਸ਼ੇਤਰ ਤੇ ਕਦੇ ਪਿਪਲੀ ਵਾਲੇ ਪਾਸੇ ਧਰਨੇ ਪ੍ਰਦਰਸ਼ਨ ਕਰੀ ਜਾਂਦੇ ਆ? ਉੱਥੋਂ ਦਾ ਆੜਤੀਆ ਸੜਕਾਂ ਦੇ ਉੱਤੇ ਕਿਉਂ ਆਇਆ? ਆਪਾਂ ਪੰਜਾਬ ਨੂੰ ਜੇ ਪਾਸੇ ਵੀ ਕਰ ਲਈਏ, ਉਹ ਹਰਿਆਣਾ, ਜਦੋਂ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਮੁੱਦਾ ਵੀ ਹੁੰਦਾ ਤੇ ਬਹੁਤੀ ਵਾਰੀ ਕੇਂਦਰ ਦੀ ਸਰਕਾਰ ਹਰਿਆਣੇ ਦੇ ਪੱਖ 'ਚ ਆਈ ਹੈ। ਹੁਣ ਹਰਿਆਣੇ ਵਾਲਾ ਕਿਸਾਨ ਇਸ ਬਿੱਲ ਦੇ ਖਿਲਾਫ ਕਿਉਂ ਆ ਬਈ? ਪੰਜਾਬ ਵਾਲਿਆਂ ਨੂੰ ਆਪਾਂ ਇੱਕ ਪਾਸੇ ਰੱਖ ਲੈਂਦੇ ਆ, ਪੰਜਾਬ ਵਾਲਿਆਂ ਨੂੰ ਤਾਂ ਸ਼ੰਭੂ ਬਾਰਡਰ ਟੱਪਣ ਨਹੀਂ ਦਿੱਤਾ। ਦੂਸਰੀ ਗੱਲ, ਸੰਧਾਲੀਆ ਸਾਹਿਬ, ਜੇ ਖੁੱਲੀ ਮੰਡੀ ਦੇ ਵਿੱਚ ਸਾਰਾ ਕੁਝ ਠੀਕ ਹੈ ਤਾਂ ਠੀਕ ਹੈ, ਅਸੀਂ ਮੰਨ ਗਏ, ਪਰ ਮਸਲਾ ਕੀ ਸੀ? ਜੇ ਕੇਂਦਰ ਦੀ ਸਰਕਾਰ ਸੱਚੀ ਮੁੱਚੀ ਚਾਹੁੰਦੀ ਹੈ ਕਿ ਪੰਜਾਬ ਦੇ ਕਿਸਾਨ ਨੂੰ, ਹਰਿਆਣੇ ਦੇ ਕਿਸਾਨ ਨੂੰ ਠੀਕ ਮੁੱਲ ਮਿਲੇ, ਤਾਂ ਸਾਡੇ 4-5 ਕੰਮ ਸੀਗੇ ਜਿਹੜੇ ਪਹਿਲਾਂ ਕਰਨੇ ਬਣਦੇ ਸੀ। ਕੋਈ ਘੁਲਾੜੀ ਚਬਾਹ ਨਹੀਂ ਸੀ ਆਈ ਕਿ ਆਰਡੀਨੈਂਸ ਜਾਰੀ ਕਰਕੇ ਸਾਰਾ ਕੁਝ ਕਰੀਏ। ਇੱਕ ਕੰਮ ਕੀ ਸੀ ਕਿ ਸਾਨੂੰ ਕਿਤੇ ਨਾ ਕਿਤੇ ਆ ਜਿਹੜਾ ਸਾਡਾ ਬਰਸਾਤੀ ਪਾਣੀ ਆ ਜਾਂ ਜਿਹੜਾ ਦਰਿਆਈ ਪਾਣੀ ਕਿਤੇ ਅਜਾਈ ਜਾਂਦਾ, ਆਪਾਂ ਉਹਨੂੰ ਜ਼ਮੀਨ ਦੇ ਵਿੱਚ ਸੋਖਣਾ ਕਿਵੇਂ ਆ, ਉਹਨੂੰ ਜ਼ਮੀਨ ਦੇ ਵਿੱਚ ਜਿਹੜਾ ਇੰਜੈਕਟ ਕਿਵੇਂ ਕਰਨਾ ਹੈ ਕਿ ਸਾਡਾ ਧਰਤੀ ਹੇਠਲਾ ਪਾਣੀ ਦਾ ਪੱਧਰ ਉੱਪਰ ਜਾਵੇ। ਜੇ ਤੁਪਕਾ ਪ੍ਰਣਾਲੀ ਦੀ ਕਦੇ ਗੱਲ ਕਰਦੇ ਆ ਜਾਂ ਕਦੇ ਉਹ ਮੀਂਹ ਵਾਂਗੂ ਜਿਹੜਾ ਪਾਣੀ ਫੁਹਾਰਿਆਂ ਨਾਲ ਪਾਈਦਾ ਉਹਦੀ ਗੱਲ ਕਰਦੇ ਆ, ਇਹਨਾਂ ਨੂੰ ਸਬਸਿਡੀਆਂ ਦੀ ਲੋੜ ਸੀ। ਕਿੰਨੀ ਵਾਰੀ ਕੇਂਦਰ ਸਰਕਾਰ ਦੇ ਕੋਲੇ ਬੇਨਤੀਆਂ ਕੀਤੀਆਂ ਪੰਜਾਬ ਦੇ ਕਿਸਾਨਾਂ ਨੇ ਕਿ ਅਵਾਰਾ ਪਸ਼ੂਆਂ ਨੇ ਸਾਡੀਆਂ ਫਸਲਾਂ ਦੇ ਪੱਲੇ ਕੱਖ ਨਹੀਂ ਜੇ ਛੱਡਿਆ, ਸਰਕਾਰੇ ਹੱਥ ਜੋੜੇ ਤੁਹਾਡੇ ਸਾਹਮਣੇ, ਸਾਨੂੰ ਅਵਾਰਾ ਪਸ਼ੂਆਂ ਦੇ ਕਹਿਰ ਤੋਂ ਬਚਾਓ। ਜੇ ਕਿਤੇ ਉਧਰਲੇ ਪਾਸੇ ਗੱਲ ਚੱਲੀ ਹੁੰਦੀ ਤਾਂ ਫਿਰ ਕਿਆ ਹੀ ਬਾਤਾਂ ਸੀ। ਦੇਖੋ, ਪੰਜਾਬ ਨੇ ਹਰੀ ਕ੍ਰਾਂਤੀ ਤੋਂ ਬਾਅਦ ਦੇਸ਼ ਦਾ ਢਿੱਡ ਭਰਿਆ, ਇਸ ਗੱਲ ਤੋਂ ਕੋਈ ਇਨਕਾਰ ਹੀ ਨਹੀਂ ਹੋ ਸਕਦਾ। ਮੋਟੀ ਰਕਮ ਦੇਸ਼ ਦੀ, ਸੰਧਾਲੀਆ ਸਾਹਿਬ, ਮੋਟੀ ਰਕਮ ਵਿਦੇਸ਼ਾਂ ਨੂੰ ਜਾਂਦੀ ਸੀ ਕਿਉਂਕਿ ਸਾਨੂੰ ਅਨਾਜ ਖਰੀਦ ਕੇ ਲਿਆਉਣਾ ਪੈਂਦਾ ਸੀ। ਉਹ ਅਨਾਜ ਪੰਜਾਬ ਤੇ ਹਰਿਆਣੇ 'ਚੋਂ ਪੈਦਾ ਹੋਇਆ। ਅਸੀਂ ਚਾਹੁੰਦੇ ਸੀ ਕਿ ਸਾਡੇ ਟਮਾਟਰਾਂ ਦੀ ਕੀਮਤ ਪੂਰੀ ਲਾ ਦਿੰਦੇ, ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹ ਟਮਾਟਰ ਦਾ, ਕਿੰਨੂ ਦਾ, ਆਲੂ ਦਾ, ਸਾਰੀਆਂ ਚੀਜ਼ਾਂ ਦਾ ਲਾ ਦਿੰਦੇ। ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਗਿਆ। ਇੱਕ ਇੰਪੋਰਟੈਂਟ ਗੱਲ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕਲੀਅਰ ਕਰ ਜਾ, ਸਾਡੇ ਵੀ ਸਮਝ ਦੇ ਵਿੱਚ ਆ ਜੂ। ਇੱਕ ਮੰਗ ਚੱਲੀ ਹੈ ਕਿ ਠੀਕ ਹੈ ਤੁਸੀਂ ਇਹ ਕਾਨੂੰਨ ਲਾਗੂ ਕਰਨੇ ਆ, ਠੀਕ ਹੈ ਮੰਨੀ, ਪਰ ਤੁਸੀਂ ਉਹਦੇ ਵਿੱਚ ਇਹ ਲਿਖ ਦਿਓ ਕਿ ਜੇ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ਦੇ ਉੱਤੇ ਕਿਸੇ ਵੀ ਵਪਾਰੀ ਨੇ, ਕਿਸੇ ਵੀ ਕੰਪਨੀ ਨੇ, ਕਿਸੇ ਵੀ ਮਲਟੀਨੈਸ਼ਨਲ ਕੰਪਨੀ ਨੇ 1 ਰੁਪਈਆ ਵੀ ਘੱਟ ਕੀਮਤ ਦੇ ਉੱਤੇ ਕੋਈ ਫਸਲ ਖਰੀਦੀ ਤਾਂ ਉਹਦੇ ਉੱਤੇ ਅਪਰਾਧਿਕ ਪਰਚਾ ਦਰਜ ਹੋਊਗਾ। ਇਧਰਲੇ ਪਾਸੇ ਨੂੰ ਕਿਉਂ ਨਹੀਂ ਤੁਰਿਆ ਜਾਂਦਾ? ਜੇ ਆਪਾਂ ਨੂੰ ਪਤਾ ਹੀ ਹੈ ਕਿ ਭਾਈ ਖੁੱਲੇ ਮੁਕਾਬਲੇ ਦੇ ਨਾਲ ਕਿਸਾਨ ਨੂੰ ਰੁਪਈਏ ਵੱਧ ਮਿਲਣੇ ਆ, ਤਾਂ ਫਿਰ ਸਾਨੂੰ ਇਹ ਮੱਧ ਵਿੱਚ ਉਹਦੇ ਪਾਉਂਦਿਆਂ ਕੋਈ ਤਕਲੀਫ ਤਾਂ ਹੋਣੀ ਨਹੀਂ ਚਾਹੀਦੀ, ਕੋਈ ਇਤਰਾਜ਼ ਤਾਂ ਹੋਣਾ ਹੀ ਨਹੀਂ ਚਾਹੀਦਾ। ਜਦ ਕਲੀਅਰ ਹੈ, ਜਦ ਬਾਰ-ਬਾਰ ਕਿਹਾ ਜਾ ਰਿਹਾ ਕਿ ਇਹਦੇ ਨਾਲ ਹਾਲਤ ਸੁਧਰ ਜਾਣੀ ਹੈ, ਤਾਂ ਵਿੱਚ ਉਹ ਚੀਜ਼ ਲਿਖ ਦਿਓ ਕਿ ਭਾਈ ਕੋਈ ਵੀ ਬੰਦਾ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ਤੇ ਨਹੀਂ ਖਰੀਦ ਸਕਦਾ। ਤੇ ਇਹ ਵੀ ਲਿਖ ਦਿੱਤਾ ਜਾਵੇ ਕਿ ਘੱਟੋ ਘੱਟ ਸਮਰਥਨ ਮੁੱਲ ਇਹਨਾਂ ਮੁੱਦਿਆਂ ਤੇ ਆਧਾਰ ਤੇ ਤੈਅ ਕੀਤਾ ਜਾਊਗਾ, ਠੂਠੇ ਚ ਪਾ ਕੇ ਨਹੀਂ ਦਿੱਤਾ ਜਾਊਗਾ ਕਿ ਰੁਪਈਏ 50 ਵਧਾਤੇ। WhatsApp ਇਹ ਗੱਲਾਂ ਤੁਸੀਂ ਫੇਕ ਕਰਦੇ ਨਾ ਬੀਜੇਪੀ ਦਾ ਵਿਰੋਧ ਕਰਨ ਲੱਗ ਪਏ ਨੇ। ਮੈਂ ਤੁਹਾਨੂੰ ਲਵਾਈਆਂ ਸੀ ਐਨਕਾਂ ਬੀਜੇਪੀ ਵਾਲੀਆਂ, ਤੁਸੀਂ ਉਹਦੇ ਹਿਸਾਬ ਨਾਲ ਗੱਲ ਕਰਨੀ ਆ ਇਹਦੇ ਚ ਪਵਾ ਦਿਓ, ਮੱਧ ਪਵਾ ਦੇ, ਨਾ ਇਦਾਂ ਨਹੀਂ। ਜੋ ਹੈ ਜਿਵੇਂ ਹੈ ਉਹਨੂੰ ਸੱਤ ਵਚਨ ਕਹਿ ਕੇ ਪ੍ਰਵਾਨ ਕਰਨਾ, ਤੇ ਫਿਰ ਤੁਸੀਂ ਦੱਸਣਾ ਕਿ ਵੀ ਹਾਂ ਉਹਦੇ ਹਿਸਾਬ ਨਾਲ ਪੰਜਾਬ ਜਿਹੜਾ ਹੈ ਉਹਦੇ ਵਿੱਚ ਕੀ ਕੀ ਹੋਊਗਾ। ਮਤਲਬ ਜਿੱਦਾਂ ਉਹ ਕਹਿੰਦੇ ਨੇ ਕਿ ਵੀ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਇੱਕ ਤਾਂ ਮੰਡੀ 'ਚ ਜਾਂਦਾ, ਉਹਨੂੰ ਮੰਡੀ ਜਾਣ ਦੀ ਲੋੜ ਨਹੀਂ, ਘਰੋਂ ਫਸਲ ਚੱਕ ਲਿਆ ਕਰਨੀ। ਤੇ ਮੈਂ ਤਾਂ ਇਹ ਸੋਚਦਾ ਹਾਂ ਵੀ ਬਾਪੂ ਦੀ ਖੰਘ ਵਾਲੀ ਦਵਾਈ ਜਿਹੜੀ ਆ ਉਹ, ਕਿਉਂਕਿ ਉਹਨੂੰ ਵਪਾਰੀ ਨੂੰ ਫੋਨ ਕਰਦਾ ਕਰਨਾ ਵੀ ਯਾਰ ਤੂੰ ਆਉਂਦਾ ਨਾ ਇਦਾਂ ਕਰੀ ਬਾਊ ਵੀ ਨਾਲੇ ਤਾਂ ਕਣਕ ਲੈ ਜੀ, ਨਾਲੇ ਬਾਪੂ ਦੀ ਖੰਘ ਵਾਲੀ ਦਵਾਈ ਦੇ ਜੀ, ਤੇ ਆ ਮਾਤਾ ਸਾਡੀ ਯਾਰ ਉਹ ਵੰਡ ਟਿੰਡੇ ਜਾਣੋਂ ਵੀ ਬੈਠੀ ਇੱਕ ਬੂਟੀਆਂ ਵਾਲਾ ਨਾ ਫਿੱਕਾ ਜਿਹਾ ਸੂਟ ਉਹ ਫੜੀ ਆਉਂਦਾ, ਐਵੇਂ ਮੈਂ ਸ਼ਹਿਰ ਜਾਊਂਗਾ ਤੇਲ ਫੂਕੂੰਗਾ, ਕੀ ਫਾਇਦਾ। ਨਾਲੇ ਤਾਂ ਅਗਲਾ ਖੰਘ ਦੀ ਦਵਾਈ ਦੇ ਜੂ, ਨਾਲੇ ਸੂਟ ਦੇ ਜੂ, ਨਾਲੇ MSP ਤੋਂ ਵੱਧ ਰੇਟ ਦੇ ਜੂ, ਹੈ ਨਾ, ਵੀ ਕਿਉਂਕਿ ਉਹਨੂੰ ਤਾਂ ਪੈਸੇ ਬਚ ਹੀ ਜਾਣੇ ਆ। ਵੀ ਜਿਹੜੇ ਪੈਸੇ ਉਹਦੇ ਆ ਇੱਧਰ ਉੱਧਰ ਮੰਡੀਆਂ ਦੇ ਵਿੱਚ ਜਿੱਦਾਂ ਉਹ ਕਹਿੰਦੇ ਵੀ 14% ਵਿਆਜ ਲੱਗਦਾ ਜਾਂ ਟੈਕਸ ਲੱਗਦਾ, 10% ਟੈਕਸ ਲੱਗਦਾ, ਉਹ ਬਚੇ ਹੋਏ ਟੈਕਸ 'ਚੋਂ ਚਲੋ ਸੂਟ ਤੇ ਖੰਘ ਦੀ ਦਵਾਈ ਆ ਜੂਗੀ, ਬਾਕੀ ਜਿਹੜਾ ਸ਼ਹਿਰ ਜਾਣ ਦਾ ਤੇਲ ਖਰਚਾ ਉਹ ਵੀ ਬਚ ਜੂਗਾ। ਘਰੋਂ ਅਗਲੇ ਨੇ ਜਿਹੜੀ ਫਸਲ ਹੈ ਉਹ ਚੱਕ ਕੇ ਲੈ ਜਾ ਕਰਨੀ। ਇੱਦਾਂ ਜੇ ਸਮਝਾਓ ਸਾਨੂੰ, ਤੁਸੀਂ ਹੋਰ ਐਨਕਾਂ ਜਿਹੀਆਂ ਲਾਈ ਜਾਂਦੇ ਵਿੱਚ। ਤੁਹਾਡੀ ਸੋਚ ਨਾ ਜਿਹੜੀ ਹੈ ਲੀਡਰਾਂ ਦੇ ਵਿੱਚ ਰਹਿ ਕੇ ਲੀਡਰਾਂ ਵਾਲੀ ਹੋ ਗਈ, ਛੋਟੀ ਸੋਚ। ਯਾਰ ਮੈਂ ਤਾਂ ਹੁਣ ਆਪਣੇ ਲੀਡਰਾਂ ਵਾਲੀ ਸੋਚ ਥੋੜਾ ਕਹਿਣਾ, ਮੈਂ ਤਾਂ ਤੁਹਾਨੂੰ ਬਣਾਦਾ ਲੀਡਰ ਬੀਜੇਪੀ ਦਾ। ਮੈਂ ਤਾਂ ਸੋਚੀਏ ਨਾ ਵੀ ਯਾਰ ਮੇਰੇ ਕੋਲੇ ਕਣਕ ਹੈਗੀ 10 ਕੁਆਂਟਲ ਤੇ ਰੇਟ ਜਿਹੜਾ ਤੁਸੀਂ MSP ਵਾਲਾ 1975 ਮਿੱਥਿਆ ਖੜਾ, ਤੇ ਮੈਂ ਇਹ ਕਹਿਣਾ ਵੀ ਯਾਰ ਤੁਸੀਂ ਬਾਹਲੇ ਨਾ ਦਿਓ, ਮੈਨੂੰ 2000 ਦੇ ਦਿਓ ਤੇ ਘਰੋਂ ਲੈ ਜਾਓ ਚੱਕ ਕੇ। ਯਾਰ ਮੈਂ ਬਣ ਗਿਆ, ਮੈਨੂੰ ਥੋੜਾ ਜਿਹਾ ਪਿੱਛੇ ਹੋ ਲੈਣ ਦਿਓ ਕਿਉਂਕਿ ਉਹ ਟੇਬਲ ਤੇ ਮੇਰਾ ਢਿੱਡ ਨਹੀਂ ਨਾ ਹੋਣਾ ਹੁਣ, ਤੇ ਕਿਉਂਕਿ ਲੀਡਰ ਬਣਾਇਆ ਤੁਸੀਂ ਤੇ ਮੈਨੂੰ ਮੈਂ ਫੀਲ ਕੀਤਾ ਕਿ ਮੈਂ ਚਿੱਟਾ ਕੁੜਤਾ ਪਜਾਮਾ ਪਾਇਆ
ਮੈਂ ਮਹਿਸੂਸ ਕਰ ਰਿਹਾ ਕਿ 20-25 ਬੰਦੇ ਮੇਰੇ ਇੱਧਰ ਖੜੇ ਆ ਤੇ 20-25 ਬੰਦੇ ਮੇਰੇ ਇੱਧਰ ਖੜੇ ਆ। ਜਦੋਂ ਮੈਂ 5-7 ਗੱਲਾਂ ਬੋਲ ਜਾਣੀਆਂ ਤਾਂ ਉਹਨਾਂ ਨੇ ਇੱਕ ਵਾਰੀ ਜਿੰਦਾਬਾਦ ਕਰ ਦੇਣਾ। ਮੈਂ ਮਹਿਸੂਸ ਕਰ ਰਿਹਾ ਉਹ ਜਿੰਦਾਬਾਦ। ਬਾਠ ਸਾਹਿਬ ਯਾਰ ਸੌਰੀ, ਜਿੰਦਾਬਾਦ ਮੁਰਦਾਬਾਦ ਤੁਹਾਨੂੰ ਚੇਤੇ ਹੈਗਾ ਜਿਹੜਾ ਕਰਤੂਤਾਂ ਕਰਦੇ ਨੇ। ਕੱਲ 2 ਵੀਡੀਓ ਵਾਇਰਲ ਹੋਈਆਂ ਸੀ, ਦੇਖਿਆ ਸੀ ਉਹ? ਜੀ ਜੀ, ਇੱਕ ਅਕਾਲੀਆਂ ਦੀ ਹੋਈ, ਇੱਕ ਕਾਂਗਰਸੀਆਂ ਦੀ ਹੋਈ। ਮੁਰਦਾਬਾਦ ਵਾਲੇ ਮਗਰ ਦੱਬੀ ਆਉਂਦੇ ਨੇ। ਉਹ ਇੱਕ ਵਾਰ ਉਹ ਵੀ ਕਹਿ ਗਏ ਅਕਾਲੀ ਦਲ ਮੁਰਦਾਬਾਦ, ਉਹ ਕਹੇ ਕਾਂਗਰਸ ਮੁਰਦਾਬਾਦ, ਮੁੜ ਕੇ ਹੱਸੀ ਜਾਣ। ਦੱਸ ਹੁਣ ਤੁਸੀਂ ਜਦੋਂ ਵਾਇਰਲ ਕਰ ਲੈਂਦੇ ਹੋ, ਅਗਲੇ ਜਿਹੜੀ ਆਪਾਂ ਸਟਾਰਟਿੰਗ ਦੀ ਗੱਲ ਕੀਤੀ ਉਹ ਤਾਂ ਹੁਣ ਅਗਲੇ ਵੀ ਦਿਖਾਉਣਗੇ ਵੀ ਆਹ ਦੇਖ ਲਓ ਆਹ ਕਰਦੇ ਆ ਵਿਰੋਧ, ਆਹ ਕਰਦੇ ਆ। ਨਹੀਂ ਦੇਖੋ ਫਲੋ ਬਣਿਆ ਹੁੰਦਾ ਨਾ ਉਸਲੇ, ਜਦੋਂ ਝਾਫਾ ਹੁੰਦਾ ਨਾ ਅਚਾਨਕ ਢੋਲਾ ਡਗਾ ਲਾ ਦੇਵੇ ਵੀ ਝੂਮਰ ਛੀ, ਉਹ ਫਿਰ ਗੱਲ ਨਹੀਂ ਬਣਦੀ। ਉਹ ਫਿਰ 2 ਵਾਰੀ ਝਾਫਾ ਨਿਕਲਦਾ ਝੂਮਰ ਦੇ ਉੱਤੇ, ਉਹ ਫੇਰ ਆਉਂਦੇ ਆ। ਚਲੋ ਹੁਣ ਅਗਲੇ ਪਾਸੇ ਮੈਂ ਚੱਲਦਾ। ਮੈਂ ਕਹਿੰਦਾ ਕਿ ਉਹ ਤਾਂ ਕੰਮ ਹੀ ਬੜਾ ਵਧੀਆ। ਉਹਨਾਂ ਨੇ ਦੇਖਿਆ ਕਿ ਭਾਈ ਪੰਜਾਬੀਆਂ ਨੂੰ ਬਹੁਤਾ ਸੈਰ ਸਪਾਟਾ ਕਰਨ ਦਾ ਮੌਕਾ ਨਹੀਂ ਮਿਲਦਾ। ਤੁਸੀਂ ਸੰਧਾਲੀਆ ਸਾਹਿਬ ਜਿਹੜੇ 4 ਏਕੜ ਝੋਨਾ ਲਾਉਣਾ ਜਾਂ 4 ਏਕੜ ਕਣਕ ਲਾਉਣੀ ਆ, ਤੁਸੀਂ ਕੁਝ ਨਹੀਂ ਕਰਨਾ। ਇੱਕ ਬੈਗ ਦੇ ਵਿੱਚ ਕੱਪੜੇ ਪਾਉਣੇ ਆ, ਸੂਟ ਪਾਉਣਾ ਹੈ, ਉਹਦੇ ਉੱਪਰ ਲਿਫਾਫਾ ਚੜਾ ਲੈਣਾ ਕਿ ਰਾਹ ਦੇ ਵਿੱਚ ਮੀਂਹ ਕਣੀ ਨਾ ਆਵੇ। ਟਰਾਲੀ ਦੇ ਵਿੱਚ ਪਿੱਛੇ ਜਿਹੜੀ ਆ ਕਣਕ ਲੱਦਣੀ ਹੈ ਤੇ ਉਹ ਟਰੈਕਟਰ ਦੇ ਨਾਲ ਝੋਲਾ ਲੱਦ ਲੈਣਾ। ਤੁਸੀਂ ਸਿੱਧਾ ਆਗਰੇ ਵਾਲੀ ਮੰਡੀ 'ਚ ਦੇਖਣਾ ਕਿ ਭਾਈ ਕੀ ਮਾਹੌਲ ਹੈ। ਨਾਲੇ ਕਣਕ ਵੇਚ ਆਉਣੀ ਹੈ, ਨਾਲੇ ਰੁਪਈਏ ਵੱਧ, ਨਾਲੇ ਤਾਜ ਮਹਿਲ ਦੇਖ ਆਉਣਾ ਹੈ। ਜੇ ਜੀ ਕੀਤਾ, ਜੇ ਪਿੱਛੇ ਸਰਦਾ ਹੋਇਆ, ਤੁਸੀਂ ਤਾਜ ਮਹਿਲ ਦੇ ਨਾਲ ਹੀ ਪਰਲੇ ਪਾਸੇ ਜਿਹੜੀ ਸੀਕਰੀ ਹੈ ਫਤਿਹਪੁਰ ਸੀਕਰੀ, ਤੁਸੀਂ ਉਧਰਲਾ ਗੇੜਾ ਵੀ ਲਾ ਆਉਣਾ ਹੈ। ਜੇ ਤੁਹਾਡੇ ਕੋਲੇ ਹੋਇਆ ਥੋੜਾ ਜਿਹਾ ਸਮਾਂ, ਆਉਂਦੇ ਹੋਏ ਲਾਲ ਕਿਲਾ ਵੀ ਦੇਖ ਆਇਓ। ਕਿਤੇ ਜਾ ਹੁੰਦਾ। ਅਗਲਿਆਂ ਨੇ ਬੜਾ ਵਧੀਆ ਸੋਚਿਆ। ਦੇਖੋ ਤੁਸੀਂ ਮੰਨਦੇ ਹੈ ਨਹੀਂ, ਰੇਲਾਂ ਰੋਕੀ ਜਾਂਦੇ ਹੋ। ਕਮਾਲ ਦੀ ਗੱਲ ਹੈ ਯਾਰ। ਨਹੀਂ ਆਹ ਜਿਹੜਾ ਤਰੀਕਾ ਤੁਸੀਂ ਮੈਨੂੰ ਦੱਸਿਆ ਨਾ WhatsApp, ਇਹ ਤਾਂ ਕੰਮ ਹੀ ਬੜਾ ਵਧੀਆ। ਮਤਲਬ ਇੱਥੋਂ ਬੰਦਾ ਕਈ ਵਾਰ ਸੋਚਦਾ ਵੀ ਯਾਰ ਫਲਾਣੇ ਥਾਂ ਜਾਇਆ ਨਹੀਂ ਜਾਂਦਾ, ਤੇ ਉਹ ਬੰਦਾ ਸਗੋਂ ਕਹਿ ਦੇ ਵੀ ਲੈ ਮਾਸੀ ਮੈਂ ਨਾ ਤੈਨੂੰ ਨਾਲੇ ਤਾਂ ਯੂਪੀ ਮਿਲ ਜੂਗਾ, ਤੇਰਾ ਉਹ ਪਿਛਲੀ ਵਾਰ ਦਾ ਲਾਂਭਾ ਵੀ ਮੈਂ ਕੁੜੀ ਦੇ ਵਿਆਹ ਤੇ ਆ ਨਹੀਂ ਸਕਿਆ, ਤੇ ਨਾਲੇ ਮੈਂ ਕਣਕ ਵੇਚ ਜੂਗਾ, ਹੈ ਨਾ। ਤੇ ਯੂਪੀ ਵਾਲੇ ਜਿਹੜੇ ਮਾਸੀ ਦਾ ਟੱਬਰ ਹੈ ਉਹ ਉੱਥੋਂ ਟਰਾਲੀ ਚੱਕਣਗੇ ਤੇ ਉਹ ਪੰਜਾਬ ਆਣ ਕੇ ਵੇਚ ਦੇਣਗੇ, ਹੈ ਨਾ। ਇੱਦਾਂ ਹੀ, ਕਿਉਂਕਿ ਇੱਕ ਤੋਂ ਦੂਸਰੀ ਸਟੇਟ 'ਚ ਜਾ ਕੇ ਵੇਚਣੀ ਹੈ ਜੀ। ਨਹੀਂ ਇੱਦਾਂ ਹੀ ਦੇਖੋ, ਮਾੜਾ ਟਰੈਕਟਰ ਨਹੀਂ ਕਿਸੇ ਕੋ, ਸਾਰਿਆਂ ਕੋ ਵੱਡੇ ਟਰੈਕਟਰ ਆ, ਵਧੀਆ ਟਰੈਕਟਰ ਆ, ਆਰਾਮ ਨਾਲ ਬੰਦ ਬਾਡੀ ਵਾਲੇ ਟਰੈਕਟਰ ਆ। ਉੱਥੇ ਕਿਹੜਾ ਹਵਾ ਲੱਗਣੀ ਹੈ। ਮੰਨ ਲਓ ਕਿ ਦਸੰਬਰ ਮਹੀਨੇ ਦੇ ਵਿੱਚ ਤੁਸੀਂ ਕੋਈ ਫਸਲ ਵੇਚਣ ਚਲੇ ਗਏ ਹੋ, ਕੋਈ ਮੰਨ ਲਓ ਜੇ ਕੋਈ ਹੁੰਦੀ ਹੈ ਉਦੋਂ ਉੱਥੇ ਕਿਹੜਾ ਤੁਹਾਡੇ ਹੱਥਾਂ ਨੂੰ ਕਿਤੇ ਹਵਾ ਲੱਗਣੀ ਹੈ, ਕਿਤੇ ਕੋਰਾ ਪੈਣਾ ਹੈ। ਤੁਸੀਂ ਐਂ ਜਾ ਕੇ ਇੱਕ ਟ੍ਰੇਨ ਦੀ, ਮੰਨ ਲਓ ਟਰੈਕਟਰ ਤਾਂ ਨਹੀਂ ਜਾਣਾ, ਟ੍ਰੇਨ ਦੀ ਬੋਗੀ ਬੁੱਕ ਕਰਾਉਣੀ ਹੈ, ਚਿੱਟਾ ਕੁੜਤਾ ਪਜਾਮਾ ਪਾਉਣਾ ਹੈ, ਉਹਦੇ ਵਿੱਚ ਆਪਣੀਆਂ ਆਲੂਆਂ ਦੀਆਂ ਜਿਹੜੀਆਂ ਬੋਰੀਆਂ ਸਾਰੀਆਂ ਉਹਦੇ ਵਿੱਚ ਲੱਦ ਦੇਣੀਆਂ, ਤੇ ਉਧਰੋਂ ਮੂਹਰੇ ਜਾ ਕੇ ਜਿਹੜੇ ਵਪਾਰੀ ਸਾਹਿਬ ਆ ਉਹਨਾਂ ਨੇ ਖੜੇ ਹੋਣੇ ਆ, ਤੁਸੀਂ ਉਹਨਾਂ ਦੀ ਗੱਡੀ ਬਹਿ ਕੇ ਚਲੇ ਜਾਣਾ, ਉਹਨਾਂ ਨੇ ਰੁਪਈਆ ਤੁਹਾਨੂੰ ਗਿਣ ਕੇ ਫੜਾ ਦੇਣੇ ਆ, ਤੁਸੀਂ ਜੇਬ 'ਚ ਪਾ ਕੇ ਘਰ ਨੂੰ ਆ ਜਾਣਾ। ਜਾਣੀ ਦੇਖੋ ਸੌਖਾ ਕਰ ਦਿੱਤਾ ਕੰਮ। ਅੱਗੇ ਤੁਸੀਂ ਪੰਜਾਬ ਕਰੀ ਜਾਂਦੇ, ਸਾਰਾ ਦੇਸ਼ ਖੋਲ ਦਿੱਤਾ। ਉਹ ਕਹਿੰਦੇ ਕਿ ਜਿੱਥੇ ਮਰਜ਼ੀ ਜਾਓ, ਕਿ ਹੁਣ ਸਾਡੇ ਵੱਲੋਂ ਛੁੱਟੀਆਂ ਨੇ। WhatsApp ਆ ਤਾਰ ਅੱਜ ਮੇਰੀ ਵੀ ਨਿਕਲਣ ਲੱਗ ਪਈ ਯਾਰ, ਤੁਹਾਡੇ ਨੂੰ ਪਤਾ ਨਹੀਂ ਕੀ, ਜਾਂ ਤੁਸੀਂ ਨਜ਼ਰ ਹੀ ਲਾਤੀ। ਤਾਰ ਨਿਕਲਣੀ ਆ, ਇਹ ਨਿਕਲਦੀ ਹੁੰਦੀ ਆ, ਇਹ ਤਾਰ ਨਿਕਲਣੀ ਆ। ਕਿਉਂਕਿ ਹੁਣ ਮੈਂ ਦਿੱਲੀ ਦੀ ਤੁਹਾਡੀ ਗੱਲ ਜੋ ਸੁਣਾਉਣ ਲੱਗਾ ਸੀ ਕਿ ਭਾਈ ਕੱਲ ਕਿਹਨੂੰ ਮਿਲ ਕੇ ਆਇਆ, ਕੋਈ ਗੱਲ ਨਹੀਂ। ਦੇਖੋ ਘਬਰਾਉਣਾ ਬਿਲਕੁਲ ਨਹੀਂ ਹੈ, ਕਿਉਂਕਿ ਬਹੁਤ ਅੱਛੇ ਤਰੀਕੇ ਦੇ ਨਾਲ ਜਦੋਂ ਸਾਂਭਣ ਦੀ ਬੰਦਾ ਕੋਸ਼ਿਸ਼ ਕਰਦਾ। ਦੇਖੋ ਭਲਕ ਨੂੰ ਫੋਟੋ ਛਪਿਆ ਕਰਨੀਆਂ, ਆਹ ਦੇਖੋ ਜਿਨ੍ਹਾਂ ਦੇ ਬਾਰੇ ਆਲੋਚਨਾ ਕਰਦੇ ਨੇ ਉਹਨਾਂ ਦੇ ਨਾਲ ਖੜੇ ਸੀ, ਆਹ ਦੇਖੋ ਉਹਨਾਂ ਦੇ ਨਾਲ ਰੋਟੀ ਖਾਂਦੇ ਹੋਏ, ਆਹ ਦੇਖੋ ਜੂਸ ਦਾ ਗਲਾਸ ਲਾਲ ਰੰਗ ਦਾ ਇਹਨਾਂ ਨੇ ਫੜਿਆ ਹੋਇਆ, ਫਲਾਨੀ ਲੀਡਰ ਦੇ ਨਾਲ ਬੈਠੇ ਨੇ। ਮੈਂ ਨਹੀਂ ਕਹਿਣਾ, ਕਿਸੇ ਨੇ ਕਹਿ ਦੇਣਾ। ਅੱਛਾ ਮੇਰੀ ਗੱਲ ਸੁਣੋ WhatsApp, ਜੇ ਮੰਨ ਲਓ ਇਦਾਂ ਹੀ ਆ ਆਪਾਂ, ਕਿਉਂਕਿ ਨਾ ਇੱਕ ਉਹ ਕਵਿਤਾ ਜੀ ਜਾਂ ਕੋਈ ਕਹਾਣੀ ਜੀ ਹੁੰਦੀ ਨਾ, ਮੁੰਗੇਰੀ ਲਾਲ ਕੇ ਹੁਸੀਨ ਸੁਪਨੇ, ਹੈ ਨਾ। ਇਹ ਉੱਦਾਂ ਇਸ ਵਕਤ ਚਲੋ BJP ਦਿਖਾ ਰਹੀ, ਆਪਾਂ ਇਹਨਾਂ ਦੇ ਨਾਲ ਚੱਲਦੇ ਹਾਂ, ਵਧੀਆ ਲੱਗ ਰਿਹਾ ਚਲੋ ਸੁਪਨਾ। ਹੁਣ ਇੱਦਾਂ ਹੋ ਗਿਆ, ਕਿਸਾਨਾਂ ਦੀ ਜਿਹੜੀ ਆਮਦਨ ਵੱਧ ਗਈ, ਬੱਲੇ ਬੱਲੇ ਹੋ ਗਈ। ਜਿਹੜੀਆਂ ਹੁਣ ਕਿਸਾਨਾਂ ਦੀਆਂ 10 ਮੰਜ਼ਲੀਆਂ ਕੋਠੀਆਂ ਨੇ ਪਿੰਡਾਂ ਦੇ ਵਿੱਚ, ਅਕੋਰਡਿੰਗ ਟੂ ਭਾਜਪਾ ਕੇਂਦਰ ਵਾਲੀ ਸਰਕਾਰ, ਉਹ 15-15 ਮੰਜ਼ਲੀਆਂ ਹੋ ਗਈਆਂ। ਚੌੜੀਆਂ ਸੜਕਾਂ ਜਾਣ ਲੱਗ ਪਈਆਂ, 4-4 5-5 ਟਰੈਕਟਰ ਡੱਕ ਲੈਣੇ ਆ। ਕਾਰਾਂ ਛੋਟੀਆਂ ਤਾਂ ਲੈਣੀਆਂ ਨਹੀਂ ਕਿਸੇ ਨੇ, ਹਰੇਕ ਕੋਲੇ SUVs ਹੋਣੀਆਂ ਨੇ। ਹੁਣ ਇਹ ਸਾਰੇ ਕੁਛ ਦੇ ਵਿੱਚ ਜਦੋਂ ਉਹ ਜਿਹੜਾ ਖੁਸ਼ਹਾਲ ਪੰਜਾਬ ਹੋਊਗਾ, ਉਹਦੇ ਤੇ BJP ਮੰਨ ਲਓ ਰਾਜ ਕਰਦੀ 2022 ਦੇ ਵਿੱਚ, ਕਿਉਂਕਿ ਉਦੋਂ ਤੱਕ ਫਸਲਾਂ ਵੀ 3-4 ਅਸੀਂ ਵੇਚ ਲੈਣੀਆਂ, ਸਾਨੂੰ ਪੈਸੇ ਵਾਹਵਾ ਆ ਜਾਣੇ ਆ, ਤੇ 2022 'ਚ ਅਸੀਂ BJP ਇਕੱਲੀ ਨੂੰ ਵੋਟਾਂ ਪਾ ਕੇ 117 ਦੇ ਵਿੱਚ, ਜਿੱਦਾਂ ਮਦਨ ਮੋਹਨ ਮਿੱਤਲ ਸਾਹਿਬ ਨੇ ਵੀ ਕਹਿ ਦਿੱਤਾ, BJP ਦੇ ਲੀਡਰ ਨੇ, ਉਹ ਕਹਿੰਦੇ ਵੀ ਸਾਡੇ ਕੋਲ 117 ਬੰਦੇ ਹੈਗੇ ਪੰਜਾਬ 'ਚ, ਏਡੀ ਗੱਲ ਨਹੀਂ। 117 ਦੇ 117 MLA ਆਪਾਂ BJP ਦੇ ਜਿਤਾਤੇ। ਹੁਣ ਐਡੀ ਬਹੁਮਤ ਵਾਲੀ ਜਿਹੜੀ ਸਰਕਾਰ ਹੈ BJP ਦੀ, ਉਹ 2022 'ਚ ਬਣ ਗਈ ਹੈ। ਤੇ ਹੁਣ ਫਿਰ ਪੰਜਾਬ ਜਿਹੜਾ ਉਹਦੀ ਅਗਲੀ ਤਸਵੀਰ ਥੋੜੀ ਜਿਹੀ ਵਿਖਾਓ। ਮੈਂ ਚਾਹੁੰਦਾ ਆਪਾਂ ਦੇਖ ਲਈਏ ਯਾਰ, ਹੁਣ ਜੇ ਬੰਦੇ ਦਿਖਾਉਣ ਡਏ ਤੇ ਫਿਰ ਮੜ ਕੀ, ਕੋਈ ਲੀਡਰ ਨਹੀਂ ਰਹਿ ਗਿਆ। ਇਹਦੇ ਨਾਲ ਇੱਕ ਮੈਂ ਬੇਨਤੀ ਕਰਾਂ, ਸੌਰੀ ਤੁਹਾਨੂੰ ਟੋਕ ਰਿਹਾ, ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸਤ ਛੱਡ ਜਾਣੀ ਆ। ਸੁਖਬੀਰ ਬਾਦਲ ਸਿੰਘ ਹੋਰਾਂ ਨੇ ਬਾਦਲ ਪਿੰਡ 'ਚੋਂ ਬਾਹਰ ਹੀ ਨਿਕਲਿਆ ਕਰਨਾ, ਕਿਉਂਕਿ BJP ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਖਤਮ ਹੋ ਜਾਣੀ ਆ, ਲੋਕ ਇਨਸਾਫ ਪਾਰਟੀ ਸੁਖਪਾਲ ਖਹਿਰੇ ਹੋਰੀ ਹੋ ਸਕਦਾ ਵਿਚਾਰੇ ਕੋਈ ਆਪਣਾ ਕਾਰੋਬਾਰ ਖੋਲ੍ਹ ਲੈਣ, ਬਸ BJP ਰਹਿ ਜਾਣੀ ਹੈ। ਫਿਰ ਕੀ ਹੋਣਾ ਮੈਨੂੰ ਦੱਸੋ। ਨਹੀਂ ਬਿਲਕੁਲ ਠੀਕ ਹੈ।
ਨਹੀਂ ਦੇਖੋ ਵਧੀਆ ਗੱਲ ਹੈ, ਫਿਰ ਬੀਜੇਪੀ ਰਹਿ ਜਾਣੀ ਹੈ। ਕੇਂਦਰ ਦੇ ਵਿੱਚ 2 ਆਪਣੇ ਪੰਜਾਬ ਦੇ ਮੰਤਰੀ ਨੇ, ਉਦੋਂ ਤੱਕ ਇੱਕ ਅੱਧਾ ਉਹਦਾ ਹੋਰ ਖਾਲੀ ਹੋ ਗਿਆ, ਬੀਬੀ ਜੀ ਅਸਤੀਫਾ ਦੇ ਗਏ ਆ ਪਹਿਲਾਂ, ਤੇ ਇੱਕ ਬੰਦਾ ਹੋਰ ਮੰਤਰੀ ਬਣ ਜਾਊਗਾ, ਆਪਣੇ ਹਿੱਤਾਂ ਦੀ ਉਹ ਰਾਖੀ ਕਰਨਗੇ। ਦੇਖੋ ਉਹਨਾਂ ਨੂੰ ਤਾਂ 4 ਵੋਟਾਂ ਨਾ ਦੂਜੇ ਸੂਬਿਆਂ 'ਚੋਂ ਵੀ ਮਿਲ ਜਾ ਕਰਨੀਆਂ। ਦੇਖਿਆ ਅਸੀਂ ਓਪਨ ਮੰਡੀ ਕੀਤੀ ਸੀ, ਤੁਸੀਂ ਪੰਜਾਬ ਜਾਂਦੇ ਹੋ, ਮਹੀਨਾ 2 ਮਹੀਨੇ ਉੱਥੇ ਮਿਹਨਤ ਕਰਦੇ ਹੋ, ਕਣਕ ਵੱਢਦੇ ਹੋ, ਮੁੜ ਕੇ ਉਹਨਾਂ ਦੀ ਟਰਾਲੀ ਦੇ ਉੱਤੇ ਬੈਠ ਕੇ ਘਰ ਨੂੰ ਆ ਜਾਂਦੇ ਹੋ। ਅੱਗੇ ਤੁਸੀਂ ਟਰਾਲੀ ਜਿਹੜਾ ਰੇਲ ਗੱਡੀ ਦੀਆਂ ਟਿਕਟਾਂ ਲੈ ਆਉਂਦੇ ਸੀ ਕਿ ਭਾਈ ਹੁਣ ਮੈਂ 15 ਦਿਨ ਪਿੰਡ ਜਾ ਕੇ ਆਉਣਾ। ਜਦੋਂ ਕਿਸਾਨ ਨੇ ਕਣਕ ਵੇਚਣ ਜਾਇਆ ਕਰਨਾ, ਉਸੇ ਟਰਾਲੀ ਦੇ ਉੱਪਰ ਬਹਿ ਕੇ ਮਜ਼ਦੂਰ ਨੇ ਚੱਲ ਜਾ ਕਰਨਾ। ਉਹਨੇ ਨਾਲ ਹੀ ਸਰਦਾਰ ਜੀ ਸਾਡੇ ਘਰੋਂ ਵੀ ਰੋਟੀ ਖਾ ਕੇ ਜਾਓ, ਰਾਤ ਰੁਕਣਾ ਤਾਂ ਸਾਡੇ ਰੁਕ ਜਿਓ। ਹੋ ਸਕਦਾ ਕਿਸਾਨ ਵੀ ਕਹੇ ਮੈਂ 2 ਦਿਨ ਇੱਥੇ ਰੁਕ ਲੈਣਾ, ਤੂੰ ਘਰ ਜਿਹੜਾ ਮਿਲਣਾ ਮਿਲ ਕੇ ਆ ਜਾ, ਪੈਸੇ 4 ਜਿਹੜੇ ਆ ਮੈਨੂੰ ਇੱਥੋਂ ਮਿਲ ਗਿਆ, ਤੂੰ ਘਰੇ ਫੜਾ ਕੇ ਆ ਜਾ। ਬਾਕੀ ਪੰਜਾਬ 'ਚ ਕੀ ਹੈ, ਦੇਖੋ ਆੜਤੀਆ ਖੁਸ਼ ਹੈ, ਆੜਤੀ ਨੇ ਤਾਂ ਖੁਸ਼ ਹੋਣਾ ਹੀ ਹੈ, ਬੀਜੇਪੀ ਦੀ ਸਰਕਾਰ ਤੁਸੀਂ ਬਣਾਤੀ ਹੈ, ਆੜਤੀਆਂ ਨੇ ਢੋਲੇ ਦੀਆਂ ਲਾਉਣੀਆਂ ਕਿਉਂਕਿ ਓਪਨ ਮੰਡੀ ਹੋ ਜਾਣੀ ਹੈ। ਉਹ ਜਿੱਥੇ ਲਿਖਿਆ ਹੁੰਦਾ ਕਸਤੂਰੀ ਲਾਲ ਜੀ ਐਂਡ ਸੰਸ ਲਿਖਿਆ ਹੁੰਦਾ ਨਾ ਉੱਥੇ, ਤੇ ਹੋਰ ਕਈ ਕੁਛ ਹੁੰਦਾ ਉੱਥੇ, ਫਿਰ ਇੱਕ ਗੱਦੀ ਹੋਣੀ ਹੈ, ਇੱਕ ਗੋਲ ਜਿਹਾ ਸਰਾਣਾ ਹੁੰਦਾ, ਥੋੜਾ ਜਿਹਾ ਮੈਲਾ ਹੁੰਦਾ, ਉੱਤੇ ਫਿਰ ਲਾਲਾ ਜੀ ਟੇਢੇ ਹੋ ਕੇ ਬੈਠੇ ਹੋਣਗੇ, ਤੇ ਮੂਹਰੇ ਜਿੱਥੇ ਅਸਾਮੀਆਂ ਆਣ ਕੇ ਬਹਿੰਦੀਆਂ ਹੁੰਦੀਆਂ ਸੀ ਕਿ ਜੀ 10,000 ਚਾਹੀਦਾ ਦੇ ਦਿਓ, ਉਹ ਫਿਰ ਉਡੀਕਿਆ ਕਰਨਗੇ ਕੋਈ ਆਵੇ, ਭਾਵੇਂ ਪੈਸੇ ਲੈ ਜਾਵੇ ਭਾਵੇਂ ਦੇ ਜਾਵੇ, ਉਹ ਫਿਰ ਹੌਲੀ ਦੇਣੀ ਐ ਪਰਨਾ ਕਰਕੇ ਐ ਮੱਖੀ ਕਿਤੇ ਕਿਤੇ ਉਡਾ ਲਿਆ ਕਰਨਗੇ। ਬਾਕੀ ਉਹ ਕੰਮ ਤਾਂ ਮੈਨੂੰ ਲੱਗਦਾ ਨਹੀਂ ਕਿ ਬਹੁਤਾ ਹੋਣਾ। ਉਹ ਤਾਂ ਅੱਗੇ ਕਹੀ ਜਾਂਦੇ ਆ ਕਿ ਭਾਈ ਇੱਕ ਦੇਸ਼ ਦੇ ਬਹੁਤ ਵੱਡੇ ਲੀਡਰ ਨੇ ਸਾਨੂੰ ਵਿਚੋਲੇ ਕਹਿਤਾ, ਉਹ ਕਹਿੰਦੇ ਵਿਚੋਲੇ ਥੋੜੀ ਆ, ਤੁਸੀਂ ਸਾਨੂੰ ਵਿਚੋਲੇ ਆਖੀ ਜਾਂਦੇ ਹੋ। ਦੂਸਰੀ ਗੱਲ ਕੀ ਹੋਣੀ ਹੈ, ਦੇਖੋ ਕਿਆ ਬਾਤਾਂ ਅਜੇ ਤੱਕ ਤੁਸੀਂ ਕੀ ਜਾਣਦੇ ਹੋ, ਇੱਕ ਥਾਂ ਦੇ ਉੱਤੇ ਜਾਂਦੇ ਹੋ, ਛੋਟੀ ਜੀ ਦੁਕਾਨ ਹੁੰਦੀ ਹੈ, ਉੱਥੋਂ ਜਾ ਕੇ ਲੱਭਦੇ ਹੋ, ਉਹ ਕਹਿੰਦਾ ਉਹ ਕਾਕੇ ਜਿਹੜਾ ਉਹਨੇ ਕੰਮ ਤੇ ਰੱਖਿਆ ਹੁੰਦਾ, ਆ ਉੱਥੋਂ ਖੰਡ 2 ਕਿਲੋ ਤੋਲ ਦੇ, ਉਹ ਕਹਿੰਦਾ ਜੀ ਆਹ ਦਾਲ ਤਾਂ ਲੱਗਦਾ ਢੋਰਾ ਲੱਗ ਗਿਆ ਇਹਨੂੰ, ਇਹ ਫਿਰ ਔਖੀ ਲੱਗਦੀ ਹੈ। ਇੱਦਾਂ ਦੀ ਕੋਈ ਲੋੜ ਨਹੀਂ ਪੈਣੀ। ਵੱਡਾ ਸਟੋਰ ਹੋਏਗਾ, ਤੁਸੀਂ ਐਨ ਟੌਰ ਟੱਪੇ ਨਾਲ ਜਾਣਾ ਹੈ, ਤੁਹਾਡੀ ਗੱਡੀ ਜਿਹੜੀ ਆ ਡਰਾਈਵਰ ਸਾਹਿਬ ਨੇ ਆਪ ਉੱਥੇ ਜਾ ਕੇ ਪਾਰਕਿੰਗ ਚਲਾ ਦੇਣੀ ਹੈ, ਤੁਸੀਂ अंदर जाना है, उत्थे देखना कि भाई ये दाल लगी हुई है, ये दाल के ऊपर लिखा हुआ है ये ऑर्गेनिक है, ये ऐसी है, ये बिना कलर के है, ये स्वादिष्ट बनती है, इसको इतने टेंपरेचर पे बॉयल करना है, वो सारा कुछ उत्ते लिखिया होना। तुसी 5 मिनटां दे विच वधिया साफ सुथरियां चमकदियां दालां सब्जियां सारा कुछ खरीद के घरे आ जाना, कमालां हो जाणियां, इत्थे लहरां बहरां होणियां, बिजली सस्ती होनी है क्योंकि सरकार केंद्रां दी आपदी होनी है। बिल्कुल सही। नाले ਆਪਾਂ ਇਹ ਵੀ ਤਾਂ ਦੱਸ ਦਈਏ ਨਾ ਵੀ ਉਦੋਂ ਜਿਹੜਾ ਕਣਕ ਹੈ ਉਹਦਾ ਰੇਟ ਕੀ ਹੋਊਗਾ, ਫਿਰ 50 ਰੁਪਏ ਕਿਲੋ, ਆਟਾ ਜਿਹੜਾ ਆਪਾਂ ਨੂੰ 65-70 ਰੁਪਏ ਕਿਲੋ ਮਿਲਿਆ ਕਰੂਗਾ, ਦਾਲ ਜਿਹੜੀ ਹੁਣ 150-200 ਨੂੰ ਤੁਰੀ ਫਿਰਦੀ 400-500 ਦੇ ਜਾ ਵੜੂਗੀ, ਕਿਉਂਕਿ ਜਦੋਂ ਕਿਸਾਨ ਕੋਲੋਂ ਮਹਿੰਗੀ ਖਰੀਦਣੀ ਆ ਮੰਨ ਲਓ ਉਹਦੇ ਹਿਸਾਬ ਨਾਲ ਨਹੀਂ ਮੈਂ ਦੱਸ ਸਕਦਾ। ਨਹੀਂ ਕਿਸਾਨ ਕੋਲੋਂ ਜਦੋਂ ਤੁਸੀਂ ਮੈਨੂੰ ਐਨਕਾਂ ਲਵਾਤੀਆਂ, ਮੈਨੂੰ ਥੋੜਾ ਦਿਸਦਾ, ਤੁਹਾਨੂੰ ਦਿਸੂਗਾ, ਤੁਸੀਂ ਆਮ ਲੋਕ ਖਪਤਕਾਰ ਹੋਵੋਗੇ, ਤੁਹਾਨੂੰ ਦਿਸੇ, ਮੈਨੂੰ ਕੋ ਦਿਸੇ। ਮੈਂ ਸਮਝ ਗਿਆ ਸਰ ਗਲਤੀ ਸਰ, ਮਾਫੀ ਸਰ, ਮੈਂ ਆਪਣੇ ਬਿਆਨ ਉਸੇ ਵੇਲੇ ਵਾਪਸ ਲੈ ਲਏ। ਅੱਛਾ ਇੱਕ ਚੀਜ਼ ਹੈ ਸਰ, ਜੇ ਹੁਣ 2022 ਚ ਮੰਨ ਲਓ ਬੀਜੇਪੀ ਦੀ ਸਰਕਾਰ ਹੈ ਸਰ, ਤੇ ਹੁਣ 5 ਸਾਲ ਫਿਰ ਤਾਂ ਕੱਢਣੇ ਹੀ ਪੈਣੇ ਆ ਜੀ, 2027 ਚ ਜਾ ਕੇ ਫਿਰ ਦੁਬਾਰਾ ਵੋਟਾਂ ਪੈਣੀਆਂ, ਤੇ ਫਿਰ ਉਹਨਾਂ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਕੀ ਤੁਸੀਂ ਕਰ ਦਿਓਗੇ? ਵੀ ਬੇਰੁਜ਼ਗਾਰੀ ਤਾਂ ਖਤਮ ਕਰ ਦਿਓਗੇ ਜੀ, ਤੇ ਜਿਹੜੇ ਹੁਣ ਨਿਆਣੇ ਵਿਚਾਰੇ ਫਾਈਲਾਂ ਚੱਕ ਕੇ ਪਾਸਪੋਰਟ ਕੇਂਦਰਾਂ ਦੇ ਅੱਗੇ ਲੱਗੇ ਆ, ਤੇ ਉਦੋਂ ਬਾਅਦ ਪਾਸਪੋਰਟ ਲੈ ਕੇ ਫਿਰ ਏਜੰਟਾਂ ਦੇ ਢੇ ਚੜ੍ਹ ਜਾਂਦੇ ਆ ਜੀ, ਉੱਥੋਂ ਵੀ ਵੱਜ ਜਾਣ ਤੇ ਫਿਰ ਕਿਤੇ ਬਾਹਰ ਪਹੁੰਚ ਜਾਂਦੇ ਆ, ਉਹ ਵੀ ਫਿਰ ਜਾਣੋਂ ਹਟ ਜਾਣਗੇ। ਤੇ ਜਿਹੜੀਆਂ ਇਸ ਵਕਤ ਪੰਜਾਬ ਦੀਆਂ ਹੋਰ ਕਈ ਪਰੇਸ਼ਾਨੀਆਂ ਨੇ, ਕੋਈ ਕਹਿੰਦਾ ਬਾਰਡਰ ਸਟੇਟ ਹੈ ਜੀ, ਸਾਡੇ ਇੱਥੇ ਇੰਡਸਟਰੀ ਹੈ ਨਹੀਂ ਜੀ, ਜਿਹੜਾ ਪੈਕੇਜ ਹੈ ਉਹ ਬਾਹਰਲੀਆਂ ਸਟੇਟਾਂ ਨੂੰ ਆ ਜੀ, ਸਾਨੂੰ ਨਹੀਂ ਮਿਲਦਾ ਜੀ, ਕਈ ਮਸਲੇ ਨੇ, ਚੰਡੀਗੜ੍ਹ ਪੰਜਾਬ ਨੂੰ ਵੀ ਦਵਾਉਣਾ ਜੀ, ਜਾਂ ਪੰਜਾਬੀ ਬੋਲਦੇ ਇਲਾਕੇ ਵੀ ਸ਼ਾਇਦ ਬੀਜੇਪੀ ਦਵਾ ਦੇਵੇ ਫਿਰ ਪੰਜਾਬ ਨੂੰ, ਉਹ ਮਸਲੇ ਫਿਰ 27 ਤੱਕ ਤਾਂ ਮੁਕਾ ਦੇਵੋਗੇ ਸਰ ਤੁਸੀਂ? ਨਹੀਂ ਨਿਬੜ ਗਿਆ, ਉਹ ਤਾਂ ਸਮਝੋ ਨਿਬੜ ਗਿਆ। ਤੁਸੀਂ ਸਾਨੂੰ ਇੱਕ ਵਾਰੀ ਮੌਕਾ ਤਾਂ ਦਿਓ, ਤੁਸੀਂ ਮੌਕਾ ਹੀ ਨਹੀਂ ਦਿੱਤਾ। ਜੇ ਤੁਸੀਂ ਮੌਕਾ ਦਿਓਗੇ, ਜਿੱਥੇ ਜਿੱਥੇ ਸਾਡੀਆਂ ਸਰਕਾਰਾਂ ਨੇ, ਤੁਸੀਂ ਦੇਖੋ ਕਿ ਉੱਥੇ ਕਿੰਨਾ ਵਧੀਆ ਕੰਮ ਹੋਇਆ। ਤੁਸੀਂ ਪੰਜਾਬ ਦੇ ਵਿੱਚ ਅਕਸਰ ਮੰਗਦੇ ਹੋ ਨਾ ਕਿ ਪੁਲਿਸ ਤੰਤਰ ਦੇ ਵਿੱਚ ਸੁਧਾਰ ਚਾਹੀਦਾ, ਯੂਪੀ ਦੇ ਵਿੱਚ ਕਦੇ ਤੁਸੀਂ ਘਟਨਾ ਸੁਣੀ ਹੈ? ਜਦੋਂ ਦੇ ਸਾਡੀ ਪਾਰਟੀ ਦਾ ਸਰਕਾਰ ਆਈ ਹੈ, ਜਦੋਂ ਦੀ ਸਾਡੀ ਪਾਰਟੀ ਦੇ ਉੱਥੇ ਦੇ ਮੁੱਖ ਮੰਤਰੀ ਬਣੇ ਆ, ਅਸੀਂ ਤੁਹਾਡੇ ਜਿਹੜੇ ਹਸਪੀਟਲ ਹੈ ਬਿਲਕੁਲ ਸਾਰੇ ਠੀਕ ਕਰ ਦਿਆਂਗੇ, ਹਸਪੀਟਲ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਰਹੇਗੀ। ਗੋਰਖਪੁਰ ਦੇ ਹਸਪਤਾਲ ਦੇ ਵਿੱਚ ਦੱਸੋ ਕੋਈ ਬੱਚਿਆਂ ਨਾਲ ਸੰਬੰਧਿਤ ਘਟਨਾ ਕਦੇ ਸੁਣੀ ਹੈ? ਤੁਸੀਂ ਸਾਨੂੰ ਇੱਕ ਵਾਰੀ ਮੌਕਾ ਤਾਂ ਦਿਓ। ਬਿਹਾਰ ਦੇ ਵਿੱਚ ਸਾਡੀ ਸਰਕਾਰ ਹੈ, ਉੱਥੇ ਕਦੇ ਕੋਈ ਦੇਖਿਆ ਕਿ ਗੱਠਜੋੜ ਦੀ ਸਰਕਾਰ ਆ, ਭਾਵੇਂ ਕਦੇ ਕੋਈ ਵੇਲੇ ਤੋਂ ਪਹਿਲਾਂ ਪੁਲ ਡਿੱਗਿਆ? ਕਦੇ ਨਹੀਂ ਡਿੱਗਿਆ। ਇਸ ਕਰਕੇ ਕੋਈ ਗੱਲੇ ਨਹੀਂ, ਤੁਸੀਂ ਘਬਰਾਉਣਾ ਬਿਲਕੁਲ ਨਹੀਂ ਹੈ। ਜਾਣੀ ਉਧਰਲੇ ਪਾਸੇ ਦੇਖ ਕੇ ਕਹਿ ਲਓ ਕਿ ਸਾਰਾ ਕੁਝ ਠੀਕ ਹੋ ਜਾਊਗਾ। ਜਦ ਰੋਟੀ ਤੁਹਾਨੂੰ ਖਾਣ ਨੂੰ ਮਿਲਣੀ ਹੈ, ਕੰਮਕਾਰ ਤੁਹਾਨੂੰ ਵਧੀਆ ਮਿਲਣੇ ਆ, ਐਨ ਸ਼ਾਈਨਿੰਗ ਇੰਡੀਆ ਮਿਲੂਗਾ, ਤਾਂ ਫਿਰ ਰੌਲਾ ਕਾਹਦਾ? ਨਹੀਂ ਬਿਲਕੁਲ ਠੀਕ ਆ। ਮੈਂ ਬਾਠ ਸਾਹਿਬ ਤੁਹਾਡੀ ਗੱਲ ਮੰਨ ਲਈ, ਤੇ ਮੈਂ ਪ੍ਰਾਈਮ ਏਸ਼ੀਆ TV ਦਾ ਪਰਿਵਾਰ ਜਿਹੜਾ ਇਸ ਵਕਤ ਸਾਨੂੰ ਦੇਖ ਰਿਹਾ, ਮੈਂ ਜ਼ਰੂਰ ਤੁਹਾਨੂੰ ਵੀ ਦੱਸ ਦਿਆਂ ਕਿ ਦੇਖੋ ਜੀ, ਆਪਾਂ ਬੀਜੇਪੀ ਦੀ ਵੀ ਮੰਨ ਲੈਂਦੇ ਹਾਂ। ਬੀਜੇਪੀ ਜਿਹੜੇ ਆਪਾਂ ਨੂੰ ਉਹ ਮੁੰਗੇਰੀ ਲਾਲ ਕੇ ਹੁਸੈਨ ਸੁਪਨਿਆਂ ਵਾਲੀ ਕਹਾਣੀ ਦਿਖਾ ਰਹੀ, ਸੁਣਾ ਰਹੀ ਹੈ, ਉਸੇ ਤਰ੍ਹਾਂ ਦਾ ਪੰਜਾਬ ਹੋ ਜਾਣਾ। ਤੇ ਫਿਰ ਦੇਖਦੇ ਹਾਂ ਵੀ 2022 'ਚ ਕੀ ਬਣਦਾ, ਫਿਰ 2027 'ਚ ਕੀ ਬਣਦਾ, ਤੇ ਉਹਦੇ ਵਿੱਚ ਜਿਹੜੀ 2024 ਆਉਣੀ ਹੈ ਉਦੋਂ ਕੀ ਬਣੂਗਾ। ਅੱਛਾ ਇਹਦੇ 'ਚ ਆਪਾਂ ਥੋੜ੍ਹਾ ਜਿਹਾ, ਕਿਉਂਕਿ ਖਬਰਾਂ ਆਪਣੇ ਕੋਲੇ ਆਪਾਂ ਰੋਜ਼ ਛੱਡ ਜਾਂਦੇ ਹਾਂ, ਆਪਾਂ ਇਸ ਮਸਲੇ 'ਤੇ ਰਹਿੰਦੇ ਹਾਂ। ਇੱਕ ਮਸਲਾ ਹੋਰ ਜਿਹੜਾ ਬੀਜੇਪੀ ਨੇ ਕਰ ਦਿੱਤਾ, ਆਪਾਂ ਉਹ ਵੀ ਵਿਚਾਰ ਲਈਏ ਕਿ ਇੱਧਰੋਂ ਵੀ ਚਿੱਠੀ ਗਈ ਸੀ, ਬੀਜੇਪੀ ਦੇ ਲੀਡਰ ਸਾਹਿਬਾਨਾਂ ਨੇ ਲਿਖੀ ਸੀ ਕਿ
ਜੰਮੂ ਕਸ਼ਮੀਰ 'ਚੋਂ ਪੰਜਾਬੀ ਨੂੰ ਲਾਂਭੇ ਨਾ ਕਰਿਓ। ਪਰ ਕੱਲ੍ਹ ਪਾਰਲੀਮੈਂਟ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਪਹਿਲਾਂ ਉਹਦੇ ਤੇ ਵੀ ਮੋਹਰ ਲੱਗ ਗਈ ਆ। ਜੰਮੂ ਕਸ਼ਮੀਰ ਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰ ਦਿੱਤਾ ਗਿਆ। ਹੁਣ ਉੱਥੇ ਉਰਦੂ, ਅੰਗਰੇਜ਼ੀ, ਹਿੰਦੀ, ਕਸ਼ਮੀਰੀ ਤੇ ਡੋਗਰੀ ਇਹਨਾਂ ਭਾਸ਼ਾਵਾਂ ਨੂੰ ਫਿੱਟ ਕਰ ਦਿੱਤਾ। ਹਾਂ, ਇੰਨਾ ਜ਼ਰੂਰ ਹੈ ਵੀ ਗ੍ਰਹਿ ਰਾਜ ਮੰਤਰੀ ਸਾਹਿਬ ਨੇ ਕਹਿ ਤਾ ਕਿ ਅਸੀਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਲਈ ਕੰਮ ਕਰਾਂਗੇ। ਜੀ ਨਹੀਂ, ਇਹ ਗੱਲ ਬਿਲਕੁਲ ਠੀਕ ਹੈ। ਡਾਈਟ ਦੇ ਲਈ ਖਰਚਾ ਜਿਹੜਾ ਉਹ ਦਿੱਤਾ ਜਾਊਗਾ, ਜ਼ਰੂਰੀ ਹੈ, ਕਿਉਂਕਿ ਉੱਥੇ ਜਿੱਥੇ 5 ਭਾਸ਼ਾਵਾਂ ਸੀ ਉੱਥੇ 6 ਥੋੜੀ ਹੋ ਸਕਦੀ। ਨਾਲੇ ਪੰਜਾਬੀ ਉੱਥੇ ਬੋਲਦਾ ਕੌਣ ਹੈ? ਉਹ ਸੂਬਾ ਨਾ ਪੰਜਾਬ ਨਾਲ ਲੱਗਦਾ ਹੈ, ਨਾ ਕਦੇ ਪੰਜਾਬ ਦੇ ਕਿਸੇ ਬੰਦੇ ਦਾ ਉੱਥੇ ਰਾਜ ਰਿਹਾ ਹੈ, ਨਾ ਕਦੇ 1947 ਤੋਂ ਪਹਿਲਾਂ ਤੇ ਨਾ ਕਦੇ 1947 ਤੋਂ ਬਾਅਦ ਉੱਥੇ ਕਦੇ ਕੋਈ ਪੰਜਾਬੀ ਬੋਲਦਾ ਰਿਹਾ ਹੈ, ਨਾ ਕਦੇ ਕਾਗਜ਼ਾਂ ਦੇ ਵਿੱਚ ਸਰਕਾਰੀ ਭਾਸ਼ਾ ਦੇ ਤੌਰ ਤੇ ਪੰਜਾਬੀ ਦਰਜ ਸੀ, ਨਾ ਕਦੇ ਜਦੋਂ ਅਸੀਂ ਆਹ ਕਠੂਏ ਵਾਲੇ ਪਾਸੇ ਨੂੰ ਜਾਂਦੇ ਆ ਨਾ ਪਠਾਨਕੋਟ ਤੋਂ, ਅਸੀਂ ਕਦੇ ਕੋਈ ਪੰਜਾਬੀ ਬੋਲਦਾ ਨਹੀਂ ਸੁਣਿਆ। ਜੇ ਅਸੀਂ ਉੱਥੇ ਜਾ ਕੇ ਕਦੇ ਪੰਜਾਬੀ ਬੋਲੀਏ ਤਾਂ ਉਹ ਕਹਿੰਦੇ ਹੈ ਇਹ ਕਿਹੜੇ ਕੌਣ ਸੇ ਦੇਸ਼ ਸੇ ਆਏ ਇਹ ਲੋਕ, ਇਹ ਕਿਆ ਬੋਲੇ ਜਾ ਰਹੇ, ਉਹਨਾਂ ਨੂੰ ਸਮਝ ਹੀ ਕੋਈ ਨਹੀਂ ਆਉਂਦੀ। ਅਗਲਿਆਂ ਨੇ ਤਾਂ ਦਰੁਸਤੀ ਕੀਤੀ ਹੈ। ਤੇ ਕਮਾਲ ਦੀ ਗੱਲ ਕੀ ਹੈ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਾਹਿਬ ਨੇ ਚਿੱਠੀ ਲਿਖੀ ਸੀ, ਅਗਲਿਆਂ ਨਹੀਂ ਮੰਨੀ, ਫਰਜ਼ ਪੂਰਾ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਬਾਦਲ ਨੇ ਵੀ ਹੁਣ ਕਿਹਾ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕਿਹਾ ਕਿ ਭਾਈ ਇਹ ਧੱਕਾ ਹੋਇਆ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤਾਂ ਉਹ ਸਾਰਾ ਕੁਝ ਦੱਸਿਆ ਕਿ ਫਲਾਣੇ ਸਮੇਂ ਦੇ ਵਿੱਚ ਇੱਥੇ ਪੰਜਾਬੀਆਂ ਦਾ, ਸਿੱਖਾਂ ਦਾ ਰਾਜ ਸੀ, ਪਰ ਗੱਠਜੋੜ ਤਾਂ ਹੈਗਾ। ਚਲੋ ਕੋਈ ਗੱਲ ਨਹੀਂ, ਜਾਣੀ ਕਿ ਉਹ ਮਸਲਾ ਅਗਲਿਆਂ ਨੇ ਨਿਬੇੜ ਦਿੱਤਾ। ਪਰ ਨਿਬੇੜ ਦਿੱਤਾ ਤਾਂ ਫਿਰ ਨਿਬੜ ਗਿਆ। ਹੁਣ ਨਿਬੜ ਗਿਆ ਤੇ ਉੱਥੋਂ ਪੰਜਾਬੀ ਭਾਸ਼ਾ ਚੋਪੜੀ ਸਮਝਿਓ, ਕਿਉਂਕਿ ਜਿਹੜੇ ਸਾਡੇ ਪੰਜਾਬ ਸੂਬੇ 'ਚ ਪੰਜਾਬੀ ਭਾਸ਼ਾ ਲਾਗੂ ਆਈ ਤਾਂ ਉੱਥੇ ਵੀ ਚੋਪੜਨ ਨੂੰ ਫਿਰਦੇ ਆ। ਜਿਹੜੀ ਅਗਲਿਆਂ ਨੇ ਵਰਕਾ ਹੀ ਪਾੜ ਦਿੱਤਾ ਸਰਕਾਰੀ ਰਜਿਸਟਰ ਦੇ ਵਿੱਚੋਂ ਕਿ ਆਹ ਲਓ, ਇਹ ਹੁਣ ਅਸੀਂ ਆਪਣੇ ਕੋਲ ਰੱਖ ਲਿਆ, ਪਰ ਇਹ ਰਜਿਸਟਰ ਦੇ ਵਿੱਚ ਹੈ ਨਹੀਂ। ਤੇ ਫਿਰ ਜਦੋਂ ਹੈ ਨਹੀਂ ਤਾਂ ਫਿਰ ਹੈ ਨਹੀਂ ਭਾਈ, ਕੀ ਕਰੀਏ? WhatsApp ਪਰ ਗੱਲ ਕਰਦਾ ਨਾ, ਤੁਸੀਂ ਕਦੀ ਕਿ ਸਿਆਣੇ ਕੋਲੋਂ ਲੱਕ ਮਲਾਉਣ ਜਾਈਏ ਨਾ ਤੇ ਉਹ ਬਾਕੀ ਥਾਵਾਂ ਤੇ ਉਂਗਲਾਂ ਲਾ ਕੇ ਨਾ ਇੱਥੇ ਤਾਂ ਨਹੀਂ ਦਰਦ, ਇੱਥੇ ਤਾਂ ਨਹੀਂ ਦਰਦ, ਫਿਰ ਇੱਕ ਉੱਥੇ ਅੰਗੂਠਾ ਰੱਖ ਦਿੰਦਾ ਜਿੱਥੇ ਸਭ ਤੋਂ ਜ਼ਿਆਦਾ ਪੀੜ ਹੁੰਦੀ ਹੈ। ਅੱਛਾ ਇੱਥੇ ਹੈ ਨਾ, ਓਕੇ, ਇੱਥੇ ਤਾਂ ਨਹੀਂ ਦਰਦ, ਇੱਥੇ ਤਾਂ ਨਹੀਂ ਦਰਦ, ਇੱਥੇ ਹੈਗੀ ਹੈ। ਇਹ ਤੁਸੀਂ ਵੀ ਗੱਲ ਕਰਦੇ ਵਿੱਚੋਂ ਜੋ ਕਹਿੰਦੇ ਵੀ ਸੁਖਬੀਰ ਬਾਦਲ ਸਾਹਿਬ ਨੇ ਕਹਿਤਾ, ਹਰਸਿਮਰਤ ਬਾਦਲ ਹੋਰਾਂ ਕਹਿਤਾ ਜੀ, ਉਹਨਾਂ ਨੇ ਵਿਰੋਧ ਕਰਤਾ, ਗੱਠਜੋੜ ਤੇ ਹੈਗਾ। ਆਹ ਜਿਹੜਾ ਗੱਠਜੋੜ ਤੇ ਹੈਗਾ ਤੇ ਅੰਗੂਠਾ ਰੱਖਦੇ ਇਹ ਕਿਉਂ ਰੱਖਦੇ ਯਾਰ ਵਾਰ-ਵਾਰ? ਨਹੀਂ ਹੈਗਾ ਤਾਂ ਮਰੇ ਹੈਗਾ, ਕਿਤੇ ਮੁੱਕਰਦੇ ਆ ਜਾਂ ਉਹ ਮੁੱਕਰਦੇ ਜਾਂ ਆਪਾਂ ਮੁੱਕਰਦੇ ਆ। ਜਿਹੜੀ ਗੱਲ ਹੈਗੀ ਆ। ਹੁਣ ਜੇ ਆਪਾਂ ਕਿ ਹੁਣ ਨਵਜੋਤ ਸਿੰਘ ਸਿੱਧੂ ਨੇ ਜੀ ਘਰੇ ਬੈਠੇ ਆ ਜਾਂ ਬਾਹਰ ਬੈਠੇ, ਕਾਂਗਰਸ ਹੈਗੇ ਕਿ ਨਹੀਂ ਹੈਗੇ? ਦੱਸੋ ਤੁਸੀਂ। ਹੈਗੇ ਆ ਨਾ, ਕਾਂਗਰਸ ਦੇ ਐਮਐਲਏ ਨੇ। ਹਾਂ ਤਾਂ ਫਿਰ ਬਸ ਉਹ ਜੇ ਉਹ ਕਾਂਗਰਸ ਦੇ ਨਹੀਂ ਤਾਂ ਫਿਰ ਗੱਠਜੋੜ ਹੈਗਾ ਤਾਂ ਹੈਗਾ ਭਾਈ। ਨਹੀਂ ਮੇਰੀ ਗੱਲ ਸੁਣੋ, ਬਾਰ ਸਾਹਿਬ ਆਇਆ ਤਾਂ ਫਿਰ ਸੁਖਪਾਲ ਖਹਿਰਾ ਹੋਰ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਯਾਰ, ਹਾਲਾਂਕਿ ਉਹ ਕਦੇ ਵਿਰੋਧ ਚ ਹੈ। ਜਦ ਸੁਖਦੇਵ ਸਿੰਘ ਢੀਂਡਸਾ ਜਦੋਂ ਰਾਜ ਸਭਾ 'ਚ ਬੋਲਣ ਲੱਗੇ ਨਾ, ਉਹਨਾਂ ਨੇ ਪੁੱਛਿਆ ਜੀ ਮੇਰਾ ਟਾਈਮ ਕਿੰਨਾ? ਉਹ ਕਹਿੰਦੇ ਜੀ 2 ਮਿੰਟ। ਉਹ ਕਹਿੰਦੇ ਜੀ ਤੁਹਾਡੀ ਪਾਰਟੀ ਨੂੰ 2 ਮਿੰਟ ਮਿਲਿਆ। ਉਹ ਬੋਲਣ ਤੋਂ ਪਹਿਲਾਂ ਕਹਿੰਦੇ ਜੀ ਮੇਰੀ ਪਾਰਟੀ ਨਈ ਪਾਰਟੀ ਹੈ। ਉਹ ਜਾਣੀ ਕਿ ਕਹਿ ਕੇ ਵੀ ਉਹ ਗੱਲ ਕਹਿ ਗਿਆ ਕਿ ਭਾਈ ਮੈਂ ਹੋਰ ਪਾਰਟੀ ਦਾ, ਹੁਣ ਜਿਹੜੀ ਪਾਰਟੀ ਵੱਲੋਂ ਮੈਨੂੰ ਟਾਈਮ ਮਿਲਿਆ ਮੈਂ ਉਸ ਪਾਰਟੀ ਦਾ ਹੈ ਨਹੀਂ। ਹੈਗੇ ਤਾਂ ਉਹ ਵੀ ਇਸ ਵੇਲੇ ਰਾਜ ਸਭਾ ਦੇ ਮੈਂਬਰ ਅਕਾਲੀ ਦਲ ਦੇ ਹੀ ਆ। ਮੈਂ ਤੁਹਾਨੂੰ ਇੱਕ ਥਾਂ ਤੇ ਕਿਹਾ ਵੀ ਅੰਗੂਠਾ ਰੱਖਦੇ ਆ, ਤੁਸੀਂ ਸਾਰੇ ਗਿੱਟਿਆਂ ਦੇ ਇੱਥੇ ਦਰਦ ਹੈਗੀ ਆ, ਪਿੰਜਣੀ 'ਚ ਵੀ ਹੈਗੀ ਆ। ਅੱਛਾ ਮੋਢਾ ਵੀ ਥੋੜਾ ਚੜਿਆ, ਚਲੋ ਯਾਰ ਮੈਂ ਹੋਰ ਪਾਸੇ ਲੈ ਕੇ ਚੱਲਦਾ ਤੁਹਾਨੂੰ। ਅੱਛਾ ਇੱਕ ਸੁਮੇਧ ਸੈਣੀ ਹੋਰਾਂ ਦੀ ਆਪਾਂ ਗੱਲ ਕਰ ਲਈਏ। ਸੁਮੇਧ ਸੈਣੀ ਹੋਰਾਂ ਨੂੰ ਪਹਿਲਾਂ ਤਾਂ ਇਦਾਂ ਯਾਦਦਾ ਸੀ ਵੀ ਜਿਹੜੀ ਕਹਿ ਲਓ ਵੀ ਸ਼ਨੀ ਹੈ ਉਹ ਭਾਰੀ ਹੈ, ਤੇ ਹੁਣ ਜਾਪਦਾ ਵੀ ਜਦੋਂ ਉਹ ਕੋਈ ਓੜ-ਪੋੜ ਕੀਤੇ ਆ ਤੇ ਉਸ ਤੋਂ ਬਾਅਦ ਗ੍ਰਹਿ ਟਲ ਕੇ ਜਾਪਦੇ ਆ। ਕਿਉਂਕਿ ਕੱਲ੍ਹ ਉਹਨਾਂ ਨੇ ਥਾਣੇ ਪਹੁੰਚਣਾ ਸੀ ਉਹੀ ਮੁਲਤਾਨੀ ਕੇਸ ਦੇ ਵਿੱਚ, ਉੱਥੇ ਉਹ ਗਏ ਨਹੀਂ। ਵਕੀਲ ਸਾਹਿਬ ਨੇ ਇਹ ਕਿਹਾ ਜੀ ਕਿ ਸਾਨੂੰ ਸ਼ੱਕ ਸੀ ਵੀ ਜੇ ਗਏ ਤੇ ਗ੍ਰਿਫਤਾਰੀ ਹੋ ਸਕਦੀ, ਇਸ ਕਰਕੇ ਉਹ ਹਾਈਕੋਰਟ ਜਾ ਵੜੇ। ਤੇ ਹਾਈਕੋਰਟ ਤੋਂ ਹੁਣ ਉਹਨਾਂ ਨੂੰ ਇਹ ਰਾਹਤ ਮਿਲ ਗਈ ਆ ਵੀ ਕੋਈ ਵੀ ਪੁਲਿਸ ਉਹਨਾਂ ਦੇ ਕਰੀਅਰ 'ਚ ਹੁਣ ਤੱਕ ਦੇ ਹੋਏ ਕਿਸੇ ਵੀ ਕੇਸ 'ਚ ਕਿਸੇ ਵੀ ਤਰ੍ਹਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦੇਊਗੀ। ਪਹਿਲੇ ਕੇਸ ਤਾਂ ਅੰਤਰਿਮ ਜ਼ਮਾਨਤ ਅੱਗੇ ਹੀ ਮਿਲ ਗਈ ਆ, ਹੁਣ ਗ੍ਰਿਫਤਾਰੀ 'ਚ 7 ਦਿਨ ਦੀ ਹੋਰ ਛੋਟ। ਇਹਨੂੰ ਕਿਵੇਂ ਦੇਖਦੇ ਹੋ? ਇਹ ਆਮ ਲੋਕਾਂ ਨੂੰ ਬਹੁਤੀ ਆਸ ਉਮੀਦ ਇਦਾਂ ਦੀ ਨਹੀਂ ਸੀ। ਪਿਛਲੇ ਦਿਨਾਂ ਦੇ ਵਿੱਚ ਚਰਚਾ ਤੇ ਇਦਾਂ ਦੀ ਚੱਲ ਪਈ ਸੀ ਕਿ ਭਾਈ ਹੁਣ 1 ਦਿਨ 2 ਦਿਨ 4 ਦਿਨ ਉਹਨਾਂ ਨੂੰ ਕਿਤੇ ਨਾ ਕਿਤੇ ਅੜਿੱਕੇ ਉਹਨਾਂ ਨੇ ਆ ਜਾਣਾ। ਪਰ ਆ ਜਿਹੜਾ ਫੈਸਲਾ ਆ ਗਿਆ, ਕਿਉਂਕਿ ਸਾਰਾ ਮੀਡੀਆ ਜਾ ਕੇ ਮਟੌਰ ਵਾਲੇ ਥਾਣੇ ਦੇ ਮੂਹਰੇ ਖੜਾ ਰਿਹਾ ਕਿ ਭਾਈ ਉੱਥੇ ਉਹਨਾਂ ਨੂੰ SIT ਨੇ ਟਾਈਮ ਦਿੱਤਾ, ਉਹਨਾਂ ਦੇ ਘਰ ਦੇ ਮੂਹਰੇ ਚੰਡੀਗੜ੍ਹ ਨੋਟਿਸ ਲਾ ਕੇ ਗਿਆ ਕਿ ਇੰਨੇ ਵਜੇ ਇਸ ਕੇਸ ਦੇ ਵਿੱਚ ਤੁਹਾਡੇ ਤੋਂ ਅਸੀਂ ਪੁੱਛਗਿੱਛ ਕਰਨੀ ਹੈ ਤੇ ਉਹ ਪੁੱਛਗਿੱਛ ਕਰਨ ਦੇ ਲਈ ਤੁਸੀਂ ਇੱਥੇ ਹਾਜ਼ਰ ਹੋਵੋ। ਉਧਰ ਉਡੀਕਦੇ ਰਹੇ ਤੇ ਅਗਲਿਆਂ ਨੇ ਹਾਈਕੋਰਟ ਦੇ ਵਿੱਚੋਂ ਜ਼ਮਾਨਤ ਲੈ ਲਈ। ਪਰ ਜਿਸ ਤਰੀਕੇ ਜ਼ਮਾਨਤ ਮਿਲੀ ਹੈ ਕਿ ਉਹਨਾਂ ਦੇ ਪੁਲਿਸ ਅਧਿਕਾਰੀ ਰਹਿੰਦਿਆਂ ਕੋਈ ਵੀ ਕੇਸ ਹੋਵੇ, ਊੜੇ ਤੋਂ ਲੈ ਕੇ ਧੁਰ ਤੱਕ, ਉਸ ਕੇਸ ਦੇ ਵਿੱਚ ਉਹਨਾਂ ਦੀ ਐ ਨਹੀਂ ਕਿ ਭਾਈ ਕੋਈ ਕਾਰਵਾਈ ਕਰਨ ਗਿਆ ਤੇ ਸਿੱਧਾ ਗ੍ਰਿਫਤਾਰ ਕਰਕੇ ਲਿਆ। ਇਹ ਬਹੁਤ ਵੱਡੀ ਰਾਹਤ ਹੈ ਸੁਮੇਧ ਸੈਣੀ ਹੋਰਾਂ ਦੇ ਪੱਖ ਤੋਂ। ਪਰ ਹੁਣ ਬਚਾਅ ਪੱਖ ਵਾਲੇ ਜਿਹੜੇ ਬੰਦੇ ਆ ਉਹ ਆਪਣੇ ਆਪ ਦੇ ਵਿੱਚ ਬੜੇ ਇੰਪੋਰਟੈਂਟ ਹੈ ਕਿ ਇਸ ਕੇਸ ਨੂੰ ਕਿਵੇਂ ਲੈਣਗੇ। ਕਿਉਂਕਿ ਜੇ 2 ਦਿਨ ਪਹਿਲਾਂ ਜਦੋਂ ਉਹਨਾਂ ਨੇ ਕਿਹਾ ਸੀ ਕਿ ਭਾਈ ਆ ਜਿਹੜੀ ਮੁਲਤਾਨੀ ਹੋਣ ਵਾਲੇ ਕੇਸ ਦੇ ਵਿੱਚ ਜਾਂਚ ਜਿਹੜੀ ਪੰਜਾਬ ਤੋਂ ਬਾਹਰ ਤਬਦੀਲ ਕਰ ਦਿਓ, ਉਦੋਂ ਅਦਾਲਤ ਨੇ ਕਰੜੀਆਂ ਟਿੱਪਣੀਆਂ ਕੀਤੀਆਂ ਸੀ। ਪਹਿਲੀ ਟਿੱਪਣੀ ਉਹਨਾਂ ਨੇ ਇਹ ਕੀਤੀ ਸੀ ਕਿ ਕੇਸ ਅੱਗੇ ਹੀ ਬਹੁਤ ਲੰਬਾ ਚੱਲ ਗਿਆ, 29 ਸਾਲ ਥੋੜੇ ਨਹੀਂ ਹੁੰਦੇ, ਕਿ ਇੰਨੇ ਸਾਲ ਕੇਸ ਚੱਲ ਗਿਆ, ਪੰਜਾਬ ਤੋਂ ਬਾਹਰ ਤਬਦੀਲ ਕਰਾਂਗੇ
ਤਾਂ ਫਿਰ ਉਹ ਹੋਰ ਦੇਰੀ ਹੋਊਗੀ, ਨਹੀਂ ਕਰਦੇ। ਦੂਸਰੀ ਗੱਲ, ਉਹ ਕਹਿੰਦੇ ਤੁਸੀਂ ਵੱਡੇ ਬੰਦੇ ਹੋ, ਸਮਰੱਥ ਹੋ, ਤੁਸੀਂ ਬਾਹਰ ਕਿਤੇ ਵਕੀਲ ਕਰ ਲਓਗੇ। ਬਚਾਅ ਪੱਖ ਵਾਲੇ ਜਿਹੜਾ ਨੇ ਕੇਸ ਕੀਤਾ ਹੈ, ਜਿਹੜੇ ਪਟੀਸ਼ਨ ਕਰਤਾ, ਜਿਹੜੀ ਪੀੜਤ ਧਿਰ ਹੈ, ਉਹ ਵਕੀਲ ਕਿੱਥੋਂ ਕਰੂ? ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪੁਲਿਸ ਵਾਲਾ ਜਦੋਂ ਵਰਦੀ ਪਾ ਕੇ ਸਹੁੰ ਚੁੱਕਦਾ ਨਾ, ਤਾਂ ਲੋਕਾਂ ਦੀ ਜਾਨ ਬਚਾਉਣ ਦੇ ਲਈ ਸਹੁੰ ਚੁੱਕਦਾ। ਉਹ ਟਿੱਪਣੀਆਂ ਬੜੀਆਂ ਸਖਤ ਸੀ, ਲੱਗਦਾ ਸੀ ਕਿ ਕਾਰਵਾਈ ਸਖਤ ਹੋ ਜਾਣੀ ਹੈ, ਪਰ ਆ ਜਿਹੜਾ ਫੈਸਲਾ ਆਇਆ, ਲੋਕ ਹੈਰਾਨ ਜ਼ਰੂਰ ਨੇ। ਦੇ ਲੋਕ ਹੈਰਾਨ ਨਹੀਂ ਹੈ ਮੇਰਾ ਖਿਆਲ ਬਾਟ ਸਾਹਿਬ, ਲੋਕਾਂ ਨੂੰ ਥੋੜਾ ਜਿਹਾ ਚੇਤਾ ਇੱਕ ਵਾਰ ਫਿਰ ਤੋਂ ਆ ਗਿਆ। ਜੇ ਤੁਸੀਂ ਨੋਟ ਕਰੋ ਤੇ 2018 ਚ ਵੀ ਰਾਹਤ ਮਿਲੀ ਸੀ। ਜੇ 2 ਸਾਲ ਪਹਿਲਾਂ ਇੱਕ ਵਾਰ ਰਾਹਤ ਮਿਲੀ ਤੋਂ ਲੰਘ ਗਏ ਤੇ ਹੁਣ 20 ਚ ਫਿਰ ਮਿਲ ਗਈ, ਤੇ 2-4 ਸਾਲ ਹੋਰ ਲੰਘ ਜਾਣਗੇ, ਉਨੀ ਦੇਰ ਤੱਕ ਫਿਰ ਚੇਤਾ ਭੁੱਲ ਜਾਣਾ। ਹਾਂ, ਜੇ ਕੋਈ ਫਿਰ ਸਿਆਸੀ ਲੋੜ ਇੱਧਰੋਂ ਉੱਧਰੋਂ ਘੁੰਮ ਫਿਰ ਕੇ ਬਣਦੀ ਹੋਈ ਤਾਂ ਹੋ ਸਕਦਾ ਕਿ ਦੁਬਾਰਾ ਮੁੱਦਾ ਸਾਹਮਣੇ ਆ ਜਾਏ, ਨਹੀਂ ਤਾਂ ਫਿਰ ਠੰਡੇ ਬਸਤੇ 'ਚ ਇੱਦਾਂ ਹੀ ਹੁੰਦਾ। ਹਾਂਜੀ, ਆਮ ਤੌਰ ਤੇ ਇਦਾਂ ਹੀ ਰਿਹਾ। ਲੋਕ ਜਿੱਧਰਲੇ ਪਾਸੇ ਨੂੰ ਆਸ ਰੱਖਦੇ ਹੁੰਦੇ ਆ, ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਘੁੰਡੀਆਂ ਨੇ ਤੇ ਹਰ ਇੱਕ ਬੰਦੇ ਨੇ ਵਰਤਣੀਆਂ ਹੁੰਦੀਆਂ। ਤੇ ਇਦਾਂ ਕਈ ਵਾਰੀ ਹੋਇਆ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਵੀ ਇਨਸਾਫ ਅਜੇ ਉਡੀਕੀ ਜਾਂਦੇ ਆ, ਅਜੇ ਤਾਂ 84 ਵਾਲਾ ਵੀ ਉਡੀਕੀ ਜਾਂਦੇ ਆ। ਹੋ ਹੀ ਸਕਦਾ ਭਾਈ, ਕੋਈ ਅਣਹੋਣੀ ਤਾਂ ਹੈ ਨਹੀਂ, ਗਲਤੀ ਹੋ ਗਈ, ਹੈਰਾਨੀ ਕਹਿ ਦਿੱਤਾ ਮੈਂ। ਅੱਛਾ ਬਾਟ ਸਾਹਿਬ, ਇੱਕ ਚੀਜ਼ ਹੋਰ, ਜਦੋਂ ਅਦਾਲਤਾਂ ਦੀ ਗੱਲ ਚੱਲਦੀ ਹੈ ਨਾ, ਤੇ ਲੁਧਿਆਣੇ ਰੇਤੇ ਵਾਲਾ ਜਿਹੜਾ ਮਾਮਲਾ ਸੀਗਾ, ਉਹਦੇ ਤੇ ਕੱਲ੍ਹ ਦੀ ਅਦਾਲਤ ਦੀ ਟਿੱਪਣੀ ਜਿਹੜੀ ਉਹ ਵੀ ਧਿਆਨ ਮੰਗਦੀ ਹੈ ਨਾ। ਹੁਣ ਜਦੋਂ ਅਫਸਰ ਜਾਨ ਉਹ ਸਾਹਿਬ ਉੱਥੇ ਜਾ ਕੇ ਕਹਿਣ ਵੀ ਹਾਂਜੀ ਛਾਪਾ ਮਾਰਿਆ ਗਿਆ ਤੇ ਬੰਦੇ ਭੱਜ ਗਏ, ਤੇ ਬਟ ਕਦੀ ਟਰਾਲੀ ਫੜ ਲਈ, ਕਦੀ ਉਹ ਵੀ ਨਾ ਫੜੀ। ਜਿਹੜਾ ਅਦਾਲਤ ਨੇ ਕਿਹਾ ਵੀ ਭਾਈ ਸਾਹਿਬ ਇਹ ਕਿੱਦਾਂ ਹੋ ਸਕਦਾ ਵੀ ਜਦੋਂ ਤੁਸੀਂ ਛਾਪਾ ਮਾਰੋ ਤੇ ਹਰ ਵਾਰੀ ਬੰਦੇ ਉੱਥੇ ਨਾ ਲੱਭਣੇ, ਦੱਸਦਾ ਕਿਹੜਾ ਤੁਹਾਡੇ 'ਚੋਂ ਜਾ ਕੇ? ਇਹ ਕੂਮ ਕਲਾਂ ਇਲਾਕੇ ਦੀ ਕੋਈ ਗੱਲ ਸੀ, ਉੱਥੇ ਦਾ ਕੋਈ ਕੇਸ ਸੀ, ਇੱਕ ਬੰਦਾ ਫੜਿਆ ਗਿਆ, ਉਹਨੇ ਜ਼ਮਾਨਤ ਦੇ ਲਈ ਅਰਜ਼ੀ ਦਿੱਤੀ ਕਿ ਭਾਈ ਮੈਨੂੰ ਛੱਡੋ, ਹੁਣ ਬਹੁਤ ਚਿਰ ਹੋ ਗਿਆ, ਵੀ ਐਡੀ ਕੋਈ ਗੱਲ ਹੈ ਨਹੀਂ ਸੀ। ਹੁਣ ਅਦਾਲਤ ਨੇ ਉਹਦੇ ਤੇ ਕਰਦਿਆਂ ਕਿਹਾ ਕਿ ਆਹ ਕੀ ਗੱਲ ਹੈ, ਕਦੇ ਟਰੱਕ ਫੜ ਹੋ ਗਿਆ, ਕਦੇ ਟਿੱਪਰ ਫੜ ਹੋ ਗਿਆ, ਕਦੇ ਟਰਾਲੀ ਫੜ ਹੋ ਗਈ, ਕਿ ਤੁਸੀਂ ਛਾਪਾ ਮਾਰਦੇ ਹੋ, ਬੰਦੇ ਭੱਜ ਜਾਂਦੇ ਆ। ਅਦਾਲਤ ਨੇ 2 ਚੀਜ਼ਾਂ ਕਹੀਆਂ ਬੜੀਆਂ ਇੰਪੋਰਟੈਂਟ ਨੇ ਲੋਕਾਂ ਦੇ ਪੱਖ ਤੋਂ। ਪਹਿਲੀ ਗੱਲ, ਉਹ ਕਹਿੰਦੇ ਜੀ ਇੱਕ ਗੱਲ ਤਾਂ ਇਹ ਹੋ ਸਕਦੀ ਹੈ ਕਿ ਆਪਣੇ ਵਿੱਚੋਂ ਹੀ ਕੋਈ ਦੱਸਦਾ ਜਿਹੜੇ ਛਾਪੇ ਮਾਰਨ ਜਾਂਦੇ ਆ, ਤੇ ਦੂਸਰਾ ਇਹ ਹੋ ਸਕਦਾ ਕਿ ਛਾਪਾ ਵੱਜਦਾ ਹੀ ਨਹੀਂ, ਸਿਰਫ ਰਜਿਸਟਰ ਦੇ ਉੱਤੇ ਲਿਖਿਆ ਜਾਂਦਾ ਹੈ ਕਿ ਭਾਈ ਛਾਪਾ ਮਾਰਿਆ ਗਿਆ। ਤੇ ਹੁਣ ਉਹਨਾਂ ਨੇ ਇੱਕ ਵੱਡੇ ਅਧਿਕਾਰੀ ਦੀ ਡਿਊਟੀ ਲਾਈ ਹੈ ਕਿ ਭਾਈ ਤੁਸੀਂ ਇਹ ਤੇ ਨਿਗਾਹ ਰੱਖੋ, ਪਤਾ ਕਰੋ ਕਿ ਕੀ ਹੈ। ਜੇ ਤੇ ਰੋਪੜ ਵਾਲਿਆਂ ਵਾਂਗੂ ਪਤਾ ਕੀਤਾ ਫਿਰ ਤਾਂ ਬਹੁਤ ਕੁਝ ਪਤਾ ਲੱਗ ਜਾਣਾ, ਅਗਲੇ ਵੀਡੀਓ ਬਣਾ ਕੇ ਵੀ ਲੈ ਗਿਆ ਸੀ। ਤੇ ਜੇ ਕਿਸੇ ਹੋਰ ਢੰਗ ਤਰੀਕੇ ਪਤਾ ਕੀਤਾ ਤਾਂ ਸੰਧਾਲੀਆ ਸਾਹਿਬ ਫਿਰ ਵੱਖਰੀ ਗੱਲ ਹੈ। ਪਰ ਰੋਪੜ ਦੇ ਵਿੱਚ ਵੀ ਪਤਾ ਲੱਗਾ ਕਿ ਜਿੱਥੋਂ ਪਹਿਲਾਂ ਨਾਕੇ ਪ੍ਰਾਈਵੇਟ ਲੱਗੇ ਸੀ ਕਿ ਇੰਨੇ 1000 ਰੁਪਈਆ ਦੇ ਕੇ ਜਾਂ ਟਰਾਲੀ ਟਿੱਪਰ ਫੇਰ ਲੰਘੂ, ਉੱਥੇ ਹੁਣ ਕਹਿੰਦੇ ਕਿ ਸਰਕਾਰੀ ਬੰਦੇ ਬੈਠੇ ਆ ਕਿ ਭਾਈ ਨਾ ਹੀ ਦੂਜਾ ਦੇ ਦਿਓ। ਆ ਜਿਹੜੀ ਰੇਤ ਬੱਜਰੀ ਵਾਲੀ ਗੱਲ ਆ ਨਾ, ਇਹਦੇ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ। ਪਰਮਜੀਤ ਸਿੰਘ ਸਿੱਧਵਾਂ ਨਾਂ ਤੁਸੀਂ ਸੁਣਿਆ ਹੋਣਾ, ਕੱਲ੍ਹ ਦਾ ਮੀਡੀਆ ਦੇ ਵਿੱਚ ਬਹੁਤ ਚਰਚਾ 'ਚ ਹੈ। ਉਹ ਇਹ ਰੇਤ ਬੱਜਰੀ ਵਾਲਾ ਕੰਮ ਕਿੱਥੋਂ ਚੱਲਦਾ, ਕਿਵੇਂ ਚੱਲਦਾ, ਤੇ ਚੰਡੀਗੜ੍ਹ 'ਚ ਕਿੱਥੇ ਕਿਹੜੀ ਕੋਠੀ ਹੈ, ਉਹ ਕੱਲ੍ਹ ਦੱਸ ਕੇ ਗਏ ਸੀ। ਅੱਜ ਆਪਾਂ ਇਸ ਪ੍ਰੋਗਰਾਮ ਤੋਂ ਬਾਅਦ ਪ੍ਰਾਈਮ ਪੋਲੀਟਿਕਸ ਦੇ ਵਿੱਚ ਉਹ ਦਿਖਾਵਾਂਗੇ ਵੀ ਉਹਨਾਂ ਦੀ ਚਰਚਾ, ਕਿਉਂਕਿ ਜਿਹੜੀ ਚਿੱਠੀ ਉਹਨਾਂ ਨੇ ਲਿਖੀ ਹੈ ਉਹ ਤਾਂ ਲਗਭਗ ਸਾਰੇ ਪਾਸੇ ਨਸ਼ਰ ਹੋ ਗਈ। ਤੇ ਉਹਨਾਂ ਦੀ ਚਿੱਠੀ ਦੀ ਜੋ ਇਬਾਰਤ ਸੀਗੀ, ਮੈਂ ਉਹਦੀ ਵਿਆਖਿਆ ਉਹਨਾਂ ਕੋਲੋਂ ਮੰਗੀ, ਪੁੱਛੀ, ਤੇ ਉਹ ਪ੍ਰਾਈਮ ਪੋਲੀਟਿਕਸ ਦੇ ਵਿੱਚ ਕਰਕੇ ਗਏ ਆ। ਮੈਂ ਚਾਹੁੰਦਾ ਕਿ ਆਪਾਂ ਦੱਸ ਦਈਏ ਦਰਸ਼ਕਾਂ ਨੂੰ ਕਿ ਇਸ ਪ੍ਰੋਗਰਾਮ ਤੋਂ ਬਾਅਦ ਉਹ ਵੀ ਤੁਸੀਂ ਨਾਲ ਦੀ ਨਾਲ ਦੇਖ ਲੈਣਾ। ਤੁਸੀਂ ਕੁਝ ਕਹਿਣਾ ਬਾਟ ਸਾਹਿਬ? ਇਹ ਵੈਸੇ ਹਾਂਜੀ ਬਿਲਕੁਲ ਬੜੀ ਕਮਾਲ ਦੀ ਗੱਲ ਹੈ, ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਿਆਸੀ ਸਕੱਤਰ ਸੀ ਮੇਰਾ ਖਿਆਲ ਹੈ, ਤੇ ਅਕਾਲੀ ਦਲ 'ਚ ਵੱਡੇ ਅਹੁਦੇ ਤੇ ਵੀ ਚਿੱਠੀ ਲੜੀ ਲੰਬੀ ਚੌੜੀ ਲਿਖ ਦਿੱਤੀ ਆ। ਹੁਣ ਦੇਖਦੇ ਆ, ਆ ਪ੍ਰੋਗਰਾਮ ਖਤਮ ਹੁੰਦਾ ਤਾਂ ਅਸੀਂ ਉਹ ਦੇਖਣ ਬਹਿ ਨੇ, ਚਾਹ ਦਾ ਕੱਪ ਫੜ ਲਾਂਗੇ ਕਿ ਭਾਈ ਕੀ ਕੁਝ ਉਹਨਾਂ ਨੇ ਦੱਸਿਆ, ਤੇ ਮੂਹਰੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਕਿਰਿਆ ਦੀ ਵੀ ਉਡੀਕ ਕਰ ਲਾਂਗੇ। ਨਹੀਂ, ਉਹ ਮੀਤ ਪ੍ਰਧਾਨ ਸੀ ਜੀ। ਤੁਸੀਂ ਦੇਖੋ, ਅਕਾਲੀ ਦਲ ਦਾ ਮੀਤ ਪ੍ਰਧਾਨ ਹੋਵੇ ਬੰਦਾ, ਫਿਰ ਉਸ ਤੋਂ ਬਾਅਦ ਸਿਆਸੀ ਸਲਾਹ ਕਰ ਰਿਹਾ ਹੋਵੇ। ਸਿਆਸੀ ਸਲਾਹਕਾਰ ਤੋਂ ਮਤਲਬ ਇਹ ਵੀ ਹਰ ਤਰ੍ਹਾਂ ਦੀ ਸਲਾਹ ਦੇਣੀ ਵੀ ਆਹ ਇੱਦਾਂ ਨਹੀਂ ਪ੍ਰਧਾਨ ਜੀ, ਇੱਦਾਂ ਕਰਨਾ। ਐਂਡ ਚਿੱਠੀ 'ਚ ਵੀ ਉਹਨਾਂ ਨੇ ਪ੍ਰਧਾਨ ਜੀ ਸ਼ਬਦ ਹੀ ਵਰਤਿਆ। ਉਹ ਚਿੱਠੀ ਦੀ ਇਬਾਰਤ ਜੇ ਤੁਸੀਂ ਨਹੀਂ ਸੁਣੀ ਦੇਖੀ ਤਾਂ ਉਹ ਵੀ ਇਸ ਪ੍ਰੋਗਰਾਮ 'ਚ ਮਿਲ ਜਾਣੀ ਆ। ਤੇ ਸਿੱਧਵਾਂ ਸਾਹਿਬ ਨੇ ਉਹਦੇ 'ਤੇ ਆਪਣਾ ਕੀ ਪੱਖ ਰੱਖਿਆ, ਜਾਂ ਉਹ ਕਿੰਨੀ ਕੁ ਗੱਲ ਸੱਚ ਕਹਿੰਦੇ ਝੂਠ ਕਹਿੰਦੇ, ਉਹ ਤੁਸੀਂ ਸੁਣ ਕੇ ਅੰਦਾਜ਼ਾ ਲਾ ਲਿਓ। ਤੇ ਬਾਟ ਸਾਹਿਬ ਚੱਲੀਏ ਹੁਣ ਫਿਰ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਧੰਨਵਾਦ। ਲਓ ਜੀ, ਫਿਰ ਇਹਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।